ਅੱਜ ਦਾ ਜਿਹੜਾ ਟੌਪਿਕ ਹੈ ਇਹ ਹੋਣ ਜਾ ਰਿਹਾ ਵੂਮਨਸ ਹੈਲਥ ਰਿਲੇਟਡ। ਪੰਜਾਬੀ ਕੁੜੀਆਂ ਬਹੁਤ ਆ ਸਪੋਰਟ ਦੇ ਵਿੱਚ ਆਉਂਦੀਆਂ ਨੇ, ਬੋਡੀ ਬਿਲਡਿੰਗ ਕਹਿ ਦਿੰਦੇ ਨਾ। ਤੁਸੀਂ ਕਿਹੜੀਆਂ ਚੈਲੰਜਸ ਫੇਸ ਕੀਤੀਆਂ ਸੀ ਉਦੋਂ? ਜਜਮੈਂਟ ਪਾਸ ਬਹੁਤ ਹੁੰਦੀ ਹੈ, ਓਪਨ ਮਾਈਂਡਡਨੈਸ ਬਹੁਤ ਘੱਟ ਹੈ। ਜਦ ਤੱਕ ਤੁਸੀਂ ਕੁਝ ਕਰਕੇ ਨਾ ਦਿਖਾਓ ਸਪੋਰਟ ਮਿਲਦਾ ਨਹੀਂ ਹੈ। ਇੱਕ ਆਮ ਵੂਮਨ ਦੀ ਕੀ ਫੁੱਲ ਡੇ ਰੂਟੀਨ ਕੀ ਹੋਣੀ ਚਾਹੀਦੀ ਹੈ? ਮੈਂ ਬਹੁਤ ਚਾਹੁੰਦੀ ਹਾਂ ਕਿ ਲੋਕ ਸਮਝें ਕਿ ਰੋਟੀ ਤੁਹਾਡੇ ਲਈ ਬੁਰੀ ਨਹੀਂ ਹੈ ਔਰ ਰਾਈਸ ਖਾਣਾ ਬੁਰਾ ਨਹੀਂ ਹੈ। ਔਰ ਜਿੱਦਾਂ ਲੋਕ ਕਹਿੰਦੇ ਨੇ ਕਿ ਮੈਂ ਤਾਂ ਰੋਟੀ ਨਹੀਂ ਖਾਈ, ਮੈਂ ਕਿਹਾ ਦੈਟਸ ਨਾਟ ਗੁੱਡ ਨਾ। ਤਾਂ ਮੈਨੂੰ ਲੱਗਦਾ ਹੈ ਕਿ ਇਟਸ ਨਾਟ ਕਿ ਜੋ ਆਪ ਤੁਸੀਂ ਖਾ ਰਹੇ ਹੋ ਉਹਦੀ ਪ੍ਰੋਬਲਮ ਨਹੀਂ ਹੈ, ਤੁਸੀਂ ਜਿੱਦਾਂ ਖਾ ਰਹੇ ਹੋ ਉਹਦੀ ਪ੍ਰੋਬਲਮ। ਸਪਲੀਮੈਂਟਸ ਬਾਰੇ ਤੁਹਾਡਾ ਕੀ ਖਿਆਲ ਹੈ? ਸਾਡੀਆਂ ਮਾਵਾਂ ਤੁਹਾਨੂੰ ਪਤਾ ਕਈ ਵਾਰੀ ਘਬਰਾ ਜਾਂਦੀਆਂ। ਚਲੋ ਸਾਡੇ ਮੁੰਡਿਆਂ ਦੇ ਚਲੋ ਚੱਲਦਾ ਆ, ਆਪਾਂ ਕੁੜੀਆਂ ਸਪੈਸ਼ਲੀ ਲੈ ਕੇ ਆਏ ਉਹ ਕਰ ਰਹੀ ਹੈ। I think supplements help ਬਹੁਤ ਹੁੰਦੇ ਨੇ। ਮੈਨੂੰ ਨਹੀਂ ਲੱਗਦਾ ਕਿ ਬਿਗਿਨਰਸ ਨੂੰ ਇਹ supplements ਦੇ ਬਾਰੇ 'ਚ ਜ਼ਿਆਦਾ ਸੋਚਣਾ ਚਾਹੀਦਾ ਹੈ। ਜਿਮ ਸਟਾਰਟ ਕਰਨ ਤੋਂ ਪਹਿਲਾਂ ਹਰਗੁਣ ਦਾ ਮਾਈਂਡਸੈਟ ਕੀ ਸੀ? ਬਹੁਤ ਹਚਪਚ ਸੀਗਾ। I really want to know। ਮੇਰਾ ਤਾਂ ਆਈ ਥਿੰਕ ਅਗਰ ਮੈਂ ਆਪਣੇ ਆਪ ਨੂੰ ਮਿਲਾਂ 10 ਸਾਲ ਪਹਿਲਾਂ ਪੂਰਾ ਬਿਲਕੁਲ ਨਹੀਂ ਰੈਕਗਨਾਈਜ਼ ਕਰ ਪਾਵਾਂ। ਕੋਈ ਇੱਦਾਂ ਗਰਾਊਂਡਡ ਡਿਸਪਲਿਨ ਨਹੀਂ ਸੀਗਾ ਮੇਰੀ ਲਾਈਫ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਟੌਪਿਕ ਹੈ ਇਹ ਹੋਣ ਜਾ ਰਿਹਾ ਵੂਮਨਸ ਹੈਲਥ ਰਿਲੇਟਡ। ਤੇ ਅੱਜ ਸਾਡੇ ਨਾਲ ਇੱਕ ਫਿਟਨੈਸ ਕੋਚ ਵੀ ਨੇ, ਇੱਕ ਨਿਊਟ੍ਰੀਸ਼ਨ ਕੋਚ ਵੀ ਨੇ, ਤੇ ਅੱਜ ਸਾਡੇ ਨਾਲ ਹਰਗੁਣ ਕਲਸੀ ਜੁੜੇ ਨੇ। ਤੇ ਵੈਲਕਮ ਟੂ ਦ ਸ਼ੋ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਰੀਚ ਆਊਟ ਕੀਤਾ। ਮੈਨੂੰ ਵੀ ਲੱਗਦਾ ਹੈ ਕਿ ਇਹ ਟੌਪਿਕ ਬਹੁਤ ਇੰਪੋਰਟੈਂਟ ਹੈਗਾ ਔਰ ਸਾਡੀ ਕਮਿਊਨਿਟੀ ਇਹਦੇ ਬਾਰੇ ਜ਼ਿਆਦਾ ਗੱਲ ਨਹੀਂ ਕਰਦੀ। ਸੋ ਵੀ ਨੀਡ ਥੋੜਾ ਜਿਹਾ ਐਕਸਪੈਂਡ ਕਰਨਾ ਪੈਣਾ ਹੈ, ਕਨਵਰਸੇਸ਼ਨ ਨੂੰ ਸ਼ੁਰੂ ਕਰਨੀ ਪੈਣੀ ਹੈ। ਹਾਂਜੀ ਹਾਂਜੀ, ਕੋਈ ਨਾ, ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਮੈਂ ਥੋੜੀ ਰਿਸਰਚ ਕਰਨ ਰਿਹਾ ਸੀ ਤੁਹਾਡੇ ਤੇ। ਤੁਸੀਂ ਬੋਰਨ ਐਂਡ ਰੇਜ਼ਡ ਚੰਡੀਗੜ੍ਹ ਦੇ ਹੋ? ਹਾਂਜੀ, ਮੈਂ ਚੰਡੀਗੜ੍ਹ ਦੀ ਹੈਗੀ ਹਾਂ। ਔਰ ਬਟ ਬਹੁਤ ਛੋਟੀ ਸੀ ਜਦ ਆਈ। ਹੁਣ ਆਪਾਂ ਜਾਂਦੇ ਰਹਿੰਦੇ ਹਾਂ ਹਰ 2-3 ਸਾਲ ਇੰਡੀਆ, ਤਾਂ ਜੁੜੇ ਰਹਿੰਦੇ ਹਾਂ। ਬਟ ਮੈਂ 2 ਸਾਲ ਦੀ ਸੀ ਜਦ ਇੱਥੇ ਆਈ। ਬਟ ਸਾਰੀ ਫੈਮਿਲੀ ਸਾਰੇ ਇੰਡੀਆ 'ਚ। ਤਾਂ ਆਪਾਂ ਉਸ ਕਰਕੇ ਆਪਾਂ ਸਾਡਾ ਕਲਚਰ ਥੋੜਾ ਬਹੁਤ ਡੀਪ ਰੂਟਡ ਹੈ। ਹਾਂਜੀ, ਠੀਕ ਹੈ। ਤੇ ਹਾਊ ਤੁਹਾਡਾ ਜਿਹੜਾ ਇੰਸਟਾਗ੍ਰਾਮ ਦਾ ਪੇਜ ਹੈ ਦਿਸ ਪੰਜਾਬਨ ਲਿਫਟਸ, ਹਾਊ ਡਿਡ ਦਿਸ ਪੰਜਾਬਨ ਸਟਾਰਟ ਲਿਫਟਿੰਗ? ਯਾਰ ਹੁਣ ਤਾਂ ਓਨੈਸਟਲੀ ਇਹ ਚੀਜ਼ਾਂ ਯਾਦ ਵੀ ਨਹੀਂ ਰਹਿੰਦੀਆਂ, ਬਟ ਮੈਨੂੰ ਯਾਦ ਹੈ ਆਈ ਥਿੰਕ 6-7 ਸਾਲ ਪਹਿਲਾਂ ਮਜ਼ਾਕ 'ਚ ਸ਼ੁਰੂ ਕੀਤਾ ਸੀ। ਮਜ਼ਾਕ 'ਚ ਕੀਤਾ ਸੀ ਮੈਂ। ਮੇਰੇ ਘਰ 'ਚ ਮੈਂ ਬਹੁਤ ਲੱਕੀ ਹਾਂ, ਮੇਰੇ ਘਰ 'ਚ ਇਹ ਵਾਲਾ ਇਨਫਲੂਐਂਸ ਆਲਰੇਡੀ ਸੀਗਾ। ਮੇਰੇ ਪਾਪਾ ਜੀ ਬੋਡੀ ਬਿਲਡਿੰਗ ਐਂਡ ਵੇਟ ਟ੍ਰੇਨਿੰਗ ਕਰਦੇ ਸੀ ਜਦ ਮੈਂ ਮਿਡਲ ਸਕੂਲ 'ਚ ਸੀਗੀ। ਔਰ ਉਹਨਾਂ ਨੇ ਜਿਮ ਬਣਾਇਆ ਬੇਸਮੈਂਟਸ ਦਾ। ਮੈਂ ਦੇਖਦੀ ਸੀ ਉਹਨਾਂ ਨੂੰ, ਬਟ ਮੈਂ ਕਦੀ ਸੀਰੀਅਸਲੀ ਨਹੀਂ ਲਿੱਤਾ ਕਿਉਂਕਿ ਉਸ ਟਾਈਮ ਸਪੈਸ਼ਲੀ ਕੁੜੀਆਂ ਵਾਸਤੇ ਮੈਂ ਵੀ ਵਿਕਟਮ ਸੀ। ਕੁੜੀਆਂ ਵਾਸਤੇ ਕੁੜੀਆਂ ਨਹੀਂ ਕਰਦੀ, ਤਾਂ ਮੈਨੂੰ ਲੱਗਿਆ ਕਿ ਨਹੀਂ ਠੀਕ ਹੈ। ਬਟ ਕਿਹੜੇ ਸਾਲ 'ਚ ਸਟਾਰਟ ਕੀਤਾ ਤੁਸੀਂ? ਆਈ ਥਿੰਕ ਮੈਂ ਸੀਰੀਅਸਲੀ ਲੈਣਾ ਸ਼ੁਰੂ ਕੀਤਾ 2020 'ਚ। ਬਟ ਉਸ ਤੋਂ ਵੀ 5-6 ਸਾਲ ਪਹਿਲੇ ਮੈਂ ਇੱਧਰ ਉੱਧਰ ਕਰਦੀ ਰਹਿੰਦੀ ਸੀ, ਐਵੇਂ ਇੱਧਰ ਕਦੀ ਇੱਧਰ ਪਾਪਾ ਨਾਲ ਜਾਂ ਮੇਰੇ ਬ੍ਰਦਰ ਨਾਲ। ਔਰ ਇੱਕ ਦਿਨ ਸੂਟ 'ਚ ਪਾ ਕੇ ਮੈਂ ਇੱਕ ਪੁਸ਼ਅਪਸ ਕੀਤੇ ਤਾਂ ਉਹ ਪੋਸਟ ਕੀਤਾ, ਤਾਂ ਉਹ ਪੇਜ ਬਣਾਇਆ ਐਵੇਂ ਮਜ਼ਾਕ 'ਚ। ਫਿਰ ਜਦ ਸੀਰੀਅਸਲੀ ਲੈਣਾ ਸ਼ੁਰੂ ਕੀਤਾ ਫਿਰ ਉਹ ਥੋੜਾ ਜਿਹਾ ਆਈਡੀਆ ਦੀ ਗਰੋਥ ਹੋਈ। ਤੁਸੀਂ ਆਪਣੇ ਕੋਚ ਨੂੰ ਪਹਿਲੀ ਵਾਰੀ ਕਦੋਂ ਕੰਟੈਕਟ ਕੀਤਾ? ਮੈਂ ਆਪਣੇ ਕੋਚ ਨੂੰ ਕੰਟੈਕਟ ਕੀਤਾ ਸੀਗਾ 2019 ਸ਼ਾਇਦ। ਮੈਂ ਉਹਦੇ 'ਚ ਕੁਝ ਐਡ ਵੀ ਕਰਦਾ। ਤੁਸੀਂ ਆਪਣੇ ਕੋਚ ਨੂੰ ਕਦੋਂ ਕੰਟੈਕਟ ਕੀਤਾ ਤੇ ਉਦੋਂ ਤੁਹਾਡੇ ਗੋਲਸ ਵੀ ਕੀ ਸੀ? ਹਾਂਜੀ, ਦੈਟਸ ਅ ਗੁੱਡ ਕੁਐਸਚਨ। ਔਰ ਮੈਂ ਵੀ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਬਹੁਤ ਕੋਚ ਰਹੇ ਨੇ। ਮੈਂ ਇੱਕ ਕੋਚ ਨਾਲ ਨਹੀਂ, ਕਿਉਂਕਿ ਆਈ ਥਿੰਕ ਜਦ ਤੁਹਾਡੀ ਫਿਟਨੈਸ ਜਰਨੀ ਇਵੋਲਵ ਹੁੰਦੀ ਹੈ ਔਰ ਜਦ ਪ੍ਰੋਗਰੈਸ਼ਨ ਹੁੰਦੀ ਹੈ ਔਰ ਤੁਹਾਡੇ ਗੋਲਸ ਜਦ ਸ਼ਿਫਟ ਹੁੰਦੇ ਨੇ, I think ਤੁਹਾਡੇ ਫੇਜ਼ਸ ਰਿਕੁਆਇਰ ਨਾ ਡਿਫਰੈਂਟ ਮਾਈਂਡਸੈਟਸ ਐਂਡ ਸਟਫ। ਤਾਂ ਮੇਰੇ ਵੀ 2-3 ਕੋਚਿਸ ਹੋਏ ਨੇ। ਆਈ ਥਿੰਕ ਉਹ ਵੀ ਇੰਪੋਰਟੈਂਟ ਹੈਗਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਕੀ ਚਾਹੀਦਾ ਹੈ ਕੋਚ ਤੋਂ ਐਂਡ ਐਵਰੀਥਿੰਗ। ਬਟ ਮੇਰਾ ਪਹਿਲਾ ਕੋਚ ਮੈਂ ਰੀਚ ਆਊਟ ਕੀਤਾ ਸੀਗਾ 2019 'ਚ, ਔਰ ਮੇਰਾ ਗੋਲ ਸਿਰਫ ਸੀਗਾ ਕਿ ਮੈਂ ਪਤਲੀ ਹੋ ਜਾਵਾਂ ਬਸ।
ਪਤਲੀ ਹੋ ਜਾ पतले बस मैं थोड़ी जी ओवरवेट सी कॉलेज करके और Okay. मैं बॉडी लाइक वेट लिफ्टिंग ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਮੈਂ ਵੀ ਕਰਦੀ ਰਹਿੰਦੀ ਸੀ ਡਾਇਟ ਇੱਧਰ ਉੱਧਰ ਕੁਝ ਕੰਮ ਨਹੀਂ ਕਰ ਰਿਹਾ ਸੀ ਮੈਂ ਵੀ ਫालतू ਚੀਜ਼ਾਂ ਕੋਸ਼ਿਸ਼ ਕੀਤੀਆਂ ਪਰ ਮੈਨੂੰ ਥੋੜਾ ਜਿਹਾ ਲੱਗਿਆ ਕਾਲਜ ਤੋਂ ਬਾਅਦ ਕਿ ਮੈਂ ਸੀਰੀਅਸਲੀ ਲੈਣਾ ਚਾਹੀਦਾ ਪਰ weight ਕੰਟਰੋਲ ਕਰਨਾ ਸੀ ਪਹਿਲਾਂ ਤਾਂ ਕੋਈ ਸ਼ੌਂਕ ਨਹੀਂ ਸੀ ਮਸਲ ਬਿਲਡਿੰਗ ਦਾ ਕੁਛ ਨਹੀਂ ਮੈਨੂੰ ਤਾਂ ਸਿਰਫ ਪਤਲੀ ਹੋਣਾ ਸੀ ਮੈਨੂੰ ਕਮੈਂਟਸ ਨਹੀਂ ਚਾਹੀਦੇ ਸੀ ਆਂਟੀਆਂ ਤੋਂ ਮੈਨੂੰ ਕੋਈ ਇੱਦਾਂ ਆਈ ਵਾਂਟ ਕਿ ਮੈਂ ਆਪਣੀ ਬੋਡੀ 'ਚ ਬੈਟਰ ਫੀਲ ਕਰਾਂ ਫੀਲ ਗੁੱਡ ਅਬਾਊਟ ਕਈ ਵਾਰੀ ਹੁੰਦਾ ਨਾ ਵੀ ਕੁੜੀਆਂ ਕਹਿੰਦੀਆਂ ਵੀ ਮੈਨੂੰ ਆਪਾਂ ਜਿਮ ਲਾਵਾਂਗੇ ਤੇ ਮਸਲਸ ਗਰੋ ਹੋ ਜਾਂਦੇ ਨੇ ਬਹੁਤ ਇਹ ਮਿਥ ਦੇ ਆ ਚਲੋ ਆਪਾਂ ਬਾਅਦ ਚ ਗੱਲ ਕਰਾਂਗੇ ਉਦੋਂ ਤੁਹਾਡੇ ਦਿਮਾਗ 'ਚ ਨਹੀਂ ਆਉਂਦਾ ਕਿ ਉਹ ਬਲਕੀ ਵਾਲਾ ਹਾਂ ਮੈਨੂੰ ਵੀ ਡਰ ਲੱਗਦਾ ਸੀ ਐਂਡ ਤਾਂ ਹੀ ਕਰਕੇ ਮੈਨੂੰ ਲੱਗਦਾ ਸੱਚੀ ਆਈ ਥਿੰਕ ਜਿੱਦਾਂ ਸੋਸਾਇਟੀ ਜਾਂ ਜਿੱਦਾਂ ਸੋਸ਼ਲ ਮੀਡੀਆ ਕਹਿੰਦੀ ਹੈ ਨਾ ਕਿ ਨਹੀਂ ਯੂ ਸ਼ੁਡ ਡੂ ਦਿਸ ਯੂ ਸ਼ੁਡ ਡੂ ਦਿਸ ਮੈਨੂੰ ਲੱਗਦਾ ਕਿ ਆਈ ਥਿੰਕ ਕਿ ਤੁਹਾਡਾ ਦਿਮਾਗ ਕਾਈਂਡ ਆਫ ਹੈਜ਼ ਟੂ ਤੁਹਾਨੂੰ ਐਕਸਪੀਰੀਅੰਸ ਕਰਨਾ ਪੈਂਦਾ ਹੈ ਮਿਸ ਇਨਫੋਰਮੇਸ਼ਨ ਜਾਂ ਮਿਥਸ ਥੋੜੀ ਦੇਰ ਵਾਸਤੇ ਤਾਂ ਕਿ ਤੁਹਾਨੂੰ ਆਪਣੇ ਆਪ ਤੁਹਾਡਾ ਦਿਮਾਗ ਸਿੱਖੇ ਕਿ ਇਹ ਗਲਤ ਹੈ ਜਾਂ ਠੀਕ ਹੈ ਅਗਰ ਕੋਈ ਕਹੇਗਾ ਤੁਹਾਨੂੰ ਤੁਸੀਂ ਐਵੇਂ ਹੀ ਨਾ ਮੁੱਢ ਚੁੱਕ ਕੇ ਕਹੋਗੇ ਹਾਂ ਚਲੋ ਠੀਕ ਹੈ ਦਾ ਮੇਕ ਸੈਂਸ ਪਰ ਮੈਨੂੰ ਵੀ ਲੱਗਿਆ ਸੀਗਾ ਮੈਂ ਵੀ ਡਰਦੀ ਸੀ ਵੇਟ ਟ੍ਰੇਨਿੰਗ ਤੋਂ ਐਂਡ ਸਿਰਫ ਉਸ ਟਾਈਮ ਤੇ ਤਾਂ ਸਾਰੇ ਮੁੰਡੇ ਹੀ ਕਰਦੇ ਸੀ ਤਾਂ ਮੈਨੂੰ ਲੱਗਦਾ ਕਿ ਮੈਂ ਕਿਉਂ ਬਟ ਉਹ ਝੂਠ ਹੈ ਬਿਲਕੁਲ ਹਨਾ ਬਿਲਕੁਲ ਉਹ ਤਾਂ ਹਾਂ ਉਹ ਤਾਂ ਪੂਰਾ ਘੰਟਾ ਗੱਲ ਕਰ ਸਕਦੇ ਆ ਬਟ ਕਰਦੇ ਆ ਟੱਚ ਬੇਸ ਔਨ ਦੈਟ ਕਿ ਹਾਂ ਬਲਕਿ ਦਾ ਕਨਸੈਪਟ ਬਿਲਕੁਲ ਜ਼ਮੀਨ ਉਹ ਜਦੋਂ ਤੁਸੀਂ ਆਪਣਾ ਨਵਾਂ ਕੋਚ ਹਾਇਰ ਕੀਤਾ ਇਹ ਸਾਰਾ ਕੁਝ ਕਰਦੇ ਕਰਦੇ ਵਾਟ ਐਕਚੁਅਲੀ ਮੇਡ ਯੂ ਚੂਜ਼ ਬਾਡੀ ਬਿਲਡਿੰਗ ਸਟੇਜ ਹੀ ਕਿਉਂ ਹਾਂਜੀ ਤਾਂ ਆਈ ਥਿੰਕ ਮੇਰੀ ਸਟੋਰੀ ਥੋੜੀ ਜਿਹੀ ਯੂਨੀਕ ਹੈ ਕੋਵਿਡ ਦੇ ਟਾਈਮ ਮੈਂ ਬਹੁਤ ਸੀਰੀਅਸਲੀ ਲੈਣਾ ਸ਼ੁਰੂ ਕੀਤਾ ਕਿਉਂਕਿ ਮੈਂ ਜਿੱਦਾਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਘਰ ਇੱਕ ਜਿਮ ਸੀਗਾ ਹਾਂਜੀ ਤਾਂ ਜਿੱਦਾਂ ਸਾਰੇ ਜਿਮ ਸਾਰੇ ਬੰਦ ਸੀਗੇ ਮੈਨੂੰ ਲੱਗਿਆ ਕਿ ਚਲੋ ਮੈਂ ਨਿਊਯਾਰਕ 'ਚ ਕੰਮ ਕਰਦੀ ਸੀ ਮੇਰਾ ਲਾਈਫ ਸਟਾਈਲ ਉਸ ਤੋਂ ਪਹਿਲਾਂ ਬਹੁਤ ਜੌਬ 'ਤੇ ਫੋਕਸ ਸੀਗਾ ਮੈਂ ਖਾਂਦੀ ਖੁੰਦੀ ਵੀ ਬਾਹਰ ਸੀ ਬਹੁਤ ਤਾਂ ਮੈਨੂੰ ਲੱਗਿਆ ਕਿ ਹੁਣ ਦੇਖੋ ਦੁਨੀਆ ਬੰਦ ਹੋ ਗਈ ਹੈ ਔਰ ਟਾਈਮ ਇੰਨਾ ਮਿਲ ਗਿਆ ਹੈ ਐਂਡ ਅਗਰ ਮੈਂ ਹੁਣ ਵੀ ਨਾ ਕੁਛ ਕਰਾਂ ਔਰ ਹੁਣ ਵੀ ਨਾ ਕੋਈ ਸਟੇਬਿਲਿਟੀ ਮੈਂ ਹਮੇਸ਼ਾ ਕਹਿੰਦੀ ਰਹਿੰਦੀ ਹਾਂ ਕਿ ਟਾਈਮ ਕਰਕੇ ਹੁਣ ਬਥੇਰਾ ਟਾਈਮ ਹੈ ਕੁਛ ਕਰਨ ਨੂੰ ਹੈ ਹੀ ਨਹੀਂ ਬੇਸਮੈਂਟ 'ਚ ਜਿਮ ਪਿਆ ਤਾਂ ਉਹ ਮੈਂ ਬਹੁਤ ਸੀਰੀਅਸਲੀ ਟਾਈਮ ਲਿੱਤਾ ਫਿਰ ਉਹ ਹੈਬਿਟ ਫਾਰਮਿੰਗ ਬਹੁਤ ਹੋਈ ਕੋਵਿਡ ਦੇ ਟਾਈਮ 'ਚ ਤਾਂ ਫਿਰ ਜਦ ਕੋਵਿਡ ਤੋਂ ਬਾਅਦ ਨਿਕਲੀ ਔਰ ਜਿਹੜੇ ਜਿਮ ਮੈਂ ਜੁਆਇਨ ਕੀਤੇ ਜਿਹੜੀ ਕਮਿਊਨਿਟੀ ਮੈਨੂੰ ਮਿਲੀ ਫਿਰ ਮੈਂ ਬਾਡੀ ਬਿਲਡਿੰਗ ਦੇ ਬਾਰੇ 'ਚ ਸਿੱਖਿਆ ਫਿਰ ਮੈਨੂੰ ਲੱਗਿਆ ਕਿ ਵਾਓ ਮੈਨੂੰ ਫਿਰ ਉਹ ਥੋੜ੍ਹੀ ਜਿਹੀ ਐਕਸਾਈਟਮੈਂਟ ਬਿਲਡ ਹੋਣੀ ਸ਼ੁਰੂ ਹੋ ਗਈ ਫਿਰ ਮੇਰਾ ਡਿਸੀਜਨ ਬਾਡੀ ਬਿਲਡਿੰਗ ਸ਼ੋ ਕਰਨ ਦਾ ਦੋ ਸੀਗੇ ਮੈਨੂੰ ਪਹਿਲੇ ਲੱਗਿਆ ਕਿ ਕੋਈ ਸਿੱਖ ਪੰਜਾਬੀ ਕੁੜੀ ਮੈਂ ਬਹੁਤ ਘੱਟ ਦੇਖੀਆਂ ਮੇ ਵੀ ਸ਼ਾਇਦ 2-3 ਦੇਖੀਆਂ ਹੋਣੀਆਂ ਔਰ ਮੈਨੂੰ ਲੱਗਿਆ ਕਿ ਰਿਪਰੈਜ਼ੈਂਟੇਸ਼ਨ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਆਈ ਥਿੰਕ ਸਾਡੀ ਕਮਿਊਨਿਟੀ ਬਹੁਤ ਵਿਜ਼ੂਅਲੀ ਸਿੱਖਦੀ ਹੈ ਦੱਸਣ ਨਾ ਇੱਕ ਗੱਲ ਹੈਗੀ ਹੈ ਔਰ ਦੇਖਣਾ ਇੱਕ ਗੱਲ ਹੈਗੀ ਜੀ ਤਾਂ ਉਸ ਕਰਕੇ ਮੈਨੂੰ ਥੋੜਾ ਜਿਹਾ ਪੁਸ਼ ਮਿਲਿਆ ਔਰ ਮੈਨੂੰ ਲੱਗਿਆ ਕਿ ਹਾਂ ਮੇਰਾ ਹਾਊਸਹੋਲਡ ਬਹੁਤ ਸਪੋਰਟਿਵ ਹੈਗਾ ਮੈਨੂੰ ਕਰਨਾ ਚਾਹੀਦਾ ਕਿਉਂਕਿ ਮੇਰੇ ਕੋਲ ਉਹ ਆਬਸਟੀਕਲਸ ਹੈਗੇ ਨਹੀਂ ਜੋ ਕੋਈ ਕੁੜੀਆਂ ਕੋਲ ਹੋਣਗੇ ਤਾਂ ਦੂਜੀ ਗੱਲ ਮੈਨੂੰ ਲੱਗਿਆ ਕਿ ਇਹ ਬਾਡੀ ਬਿਲਡਿੰਗ ਦੀ ਕਨਸੈਪਟ ਹਾਂ ਐਸਥੈਟਿਕ ਪੂਰਾ ਹੈਗਾ ਸਟੇਜ 'ਤੇ ਜਾ ਕੇ ਤੁਸੀਂ ਇੱਦਾਂ ਸ਼ੋਅ ਕਰਦੇ ਹੋ ਤੁਸੀਂ ਕੀ ਬਣਾਇਆ ਬਟ ਮੈਨੂੰ ਲੱਗਦਾ ਉਹ ਮੈਂਟਲ ਡਿਸਪਲਿਨ ਜੋ ਤੁਹਾਨੂੰ ਬਿਲਡ ਹੁੰਦਾ ਨਾ ਪੂਰਾ ਲੈਵਲ ਅਨਲੌਕ ਹੋ ਗਿਆ ਮੇਰੀ ਲਾਈਫ 'ਚ ਜਿੱਦਾਂ ਉਹ ਪ੍ਰੋਸੈਸ ਤੁਹਾਡੇ ਤੋਂ ਸੈਕਰੀਫਾਈਸ ਲੈਂਦਾ ਹੈ ਔਰ ਡਿਮਾਂਡ ਕੀ ਕਰਦਾ ਐਂਡ ਸਟਫ ਆਈ ਥਿੰਕ I don't know ਪੂਰੀ ਸੈਲਫ ਇੰਪਰੂਵਮੈਂਟ ਵਾਲੀ ਸਪੋਰਟ ਹੈਗੀ ਹੈ ਐਂਡ ਮੈਨੂੰ ਲੱਗਿਆ ਕਿ ਅਗਰ ਮੈਂ ਕਰ ਸਕਦੀ ਹਾਂ ਤਾਂ ਫਿਰ ਮੈਂ ਜ਼ਿੰਦਗੀ 'ਚ ਕੁਝ ਵੀ ਕਰ ਸਕਦੀ ਹਾਂ ਐਂਡ ਮੈਨੂੰ ਸੀਰੀਅਸਲੀ ਲੱਗਿਆ ਮੇਰੇ ਪਹਿਲੇ ਸ਼ੋਅ ਤੋਂ ਬਾਅਦ ਕਿ ਹੁਣ ਤਾਂ ਜ਼ਿੰਦਗੀ ਤਾਂ ਬਦਲ ਗਈ ਹੁਣ ਸੋ ਔਰ ਡਿਸਪਲਿਨ ਲੈਵਲ ਅਨਲੌਕ ਹੋ ਗਿਆ ਸੀ ਬਹੁਤ ਜ਼ਰੂਰੀ ਪਹਿਲੀ ਵਾਰੀ ਸਟੇਜ ਤੇ ਕਿਹੜੇ ਸਾਲ 'ਚ ਗਈ ਸੀ ਮੇਰਾ ਪਹਿਲਾ ਸ਼ੋਅ 2002 'ਚ ਸੀਗਾ ਸ਼ਾਇਦ 2022 ਸੋ 2 ਸਾਲ ਸੀਰੀਅਸ ਲੈਣ ਤੋਂ ਬਾਅਦ ਮੈਂ ਟ੍ਰੇਨਿੰਗ ਕੀਤੀ ਤਾਂ 2022 ਚ ਕੀਤਾ ਫਿਰ 1 ਸਾਲ ਬਾਅਦ ਕੀਤਾ 2023 ਚ ਹਾਂਜੀ ਨਹੀਂ that's wrong something like that 2022 and then 2024 something ਲੱਗੇ ਹਾਂਜੀ ਸੋ ਪਿਛਲੇ 5 ਸਾਲ ਮੈਂ 2 ਵਾਰੀ ਕੀਤਾ ਹਾਂਜੀ ਔਰ ਮੇਰਾ ਪਹਿਲਾ ਸ਼ੋਅ ਮੈਨੂੰ ਲੱਗਿਆ ਸੀ ਮੈਂ ਇੱਕ ਵਾਰੀ ਕਰਕੇ ਹੁਣ ਫਿਰ ਸਟਾਪ ਕਰਾਂਗੀ ਕਿਉਂਕਿ ਬਾਡੀ ਬਿਲਡਿੰਗ ਜਿੱਦਾਂ ਹਰ ਚੀਜ਼ ਜੋ ਐਕਸਟ੍ਰੀਮ ਹੁੰਦੀ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਲਾਈਕ ਇਟਸ ਨਾਟ ਦ ਹੈਲਥੀਐਸਟ ਕਿਉਂਕਿ ਐਨੀਥਿੰਗ ਐਕਸਟ੍ਰੀਮ ਲੈਵਲ ਇਜ਼ ਨਾਟ ਸਸਟੇਨੇਬਲ ਲਾਈਫ ਸਟਾਈਲ ਟਾਈਪ ਤਾਂ ਮੈਨੂੰ ਲੱਗਿਆ ਕਿ ਮੈਂ ਇੱਕ ਵਾਰੀ ਕਰਕੇ ਫਿਰ ਸਿਰਫ ਹੈ ਨਾ ਬਟ ਪਹਿਲੀ ਵਾਰੀ ਜਿੱਤ ਗਈ
ਤਾਂ ਫਿਰ ਲੱਗਿਆ ਕਰਨਾ ਚਾਹੀਦਾ ਦੁਬਾਰਾ। You placed first? ਹਾਂਜੀ, I won my class ਤਾਂ ਫਿਰ overall I won second, Okay. but my class I placed first, ਤਾਂ ਫਿਰ that qualified me to do a national show, ਫਿਰ ਮੈਨੂੰ ਲੱਗਿਆ ਮੈਨੂੰ ਕਰਨਾ ਚਾਹੀਦਾ ਤਾਂ ਫਿਰ ਕੀਤਾ। ਪੰਜਾਬੀ ਕੁੜੀਆਂ ਬਹੁਤ ਆ ਸਪੋਰਟ ਦੇ ਵਿੱਚ ਆਉਂਦੀਆਂ ਨੇ, ਜਿੱਦਾਂ ਆਪਾਂ ਬੋਡੀ ਬਿਲਡਿੰਗ ਕਹਿ ਦਿੰਦੇ ਨਾ, ਹਾਂਜੀ ਆਪਣੇ ਪੰਜਾਬੀ ਕੁੜੀਆਂ ਨੂੰ ਬਹੁਤ ਕਲਚਰਲੀ ਸੋਸ਼ਲੀ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ, ਜੋ ਕਿ ਸੱਚ ਹੈ। ਕਿ ਤੁਸੀਂ ਕਿਹੜੀਆਂ ਚੈਲੰਜਸ ਫੇਸ ਕੀਤੀਆਂ ਸੀ ਉਦੋਂ? ਮੈਨੂੰ ਲੱਗਦਾ ਕਿ ਸਾਡੀ ਸੁਸਾਇਟੀ ਜੋ ਹੈਗੀ ਹੈ, ਆਈ ਮੀਨ ਦੇਖੋ ਸਾਡੀ ਕਮਿਊਨਿਟੀ, ਸਿੱਖੀ ਪੰਜਾਬੀ ਕਮਿਊਨਿਟੀ, ਜਿੱਦਾਂ ਸੋਸ਼ਲੀ ਸੋਚੋ ਜਾਂ ਜਿੱਦਾਂ ਮਰਜ਼ੀ ਸੋਚੋ, ਸਪੋਰਟਿਵ ਇਨ ਦ ਸੈਂਸ ਆਫ ਕਿ ਹਮੇਸ਼ਾ ਲੋਕ ਹੁੰਦੇ ਨੇ ਤੁਹਾਡੇ ਆਲੇ ਦੁਆਲੇ, ਉਹ ਤਾਂ ਸਪੋਰਟ ਹੈ। ਬਟ ਸਾਡੀ ਕਮਿਊਨਿਟੀ ਦਾ ਮੈਂ ਇੱਕ ਚੀਜ਼ ਬਦਲਣਾ ਚਾਹੁੰਦੀ ਹਾਂ, ਜਾਂ ਜੋ ਮੈਂ ਫੋਕਸ ਕਰਦੀ ਹਾਂ, ਹੋਪਫੁਲੀ ਓਵਰ ਟਾਈਮ ਚੇਂਜ ਹੋਏ, ਮੈਂਟੈਲਿਟੀ ਚੇਂਜ ਹੋਏ, ਕਿ ਜਜਮੈਂਟ ਪਾਸ ਬਹੁਤ ਹੁੰਦੀ ਹੈ ਔਰ ਓਪਨ ਮਾਈਂਡedness ਬਹੁਤ ਘੱਟ ਹੈ। ਔਰ ਮੈਨੂੰ ਲੱਗਦਾ ਕਿ ਜਦ ਤੱਕ ਤੁਸੀਂ ਕੁਝ ਕਰਕੇ ਨਾ ਦਿਖਾਓ, ਸਪੋਰਟ ਮਿਲਦਾ ਨਹੀਂ ਹੈ। ਜ਼ਿਆਦਾਤਰ ਮਿਲਦੇ ਨੇ ਕਿ ਉਹ ਤੁਹਾਨੂੰ ਇਹ ਨਹੀਂ ਪਾਉਣਾ ਚਾਹੀਦਾ, ਤੁਹਾਨੂੰ ਕਿਉਂ ਇੰਨਾ ਟਾਈਮ ਵੇਸਟ ਕਰ ਰਹੇ ਹੋ ਜਿਮ 'ਚ। ਉਹ ਤਾਂ ਉਸ ਟਾਈਮ ਤਾਂ ਮੇਰੀ ਸ਼ਾਦੀ ਵੀ ਨਹੀਂ ਹੋਈ ਸੀ, ਤਾਂ ਫਿਰ ਉਹ ਵੀ ਕਿ ਵਿਆਹ ਕੌਣ ਕਰਾਏਗਾ, ਇੱਦਾਂ ਥੋੜ੍ਹੀ ਨਾ, ਕੁੜੀਆਂ ਤਾਂ ਇੱਦਾਂ ਨਹੀਂ ਕਰਦੀਆਂ, ਜਾਂ ਫਿਰ ਤੂੰ ਤਾਂ ਬਹੁਤ ਪਤਲੀ ਹੋ ਗਈ ਹੈ, ਇੰਨਾ ਜ਼ਿਆਦਾ ਨਾ ਕਰ, ਨਹੀਂ ਤਾਂ ਤੂੰ ਹੈਲਥੀ ਹੁਣ ਤਾਂ ਠੀਕ ਲੱਗੇ। ਤਾਂ ਮੈਨੂੰ ਲੱਗਦਾ ਕਿ ਹਾਂ ਠੀਕ ਹੈ, ਆਈ ਥਿੰਕ ਐਜੂਕੇਸ਼ਨਲ ਬੇਸਿਸ 'ਤੇ ਜਾਂ ਉਹ ਮੈਨੂੰ ਨਹੀਂ ਲੱਗਦਾ ਕਿ ਇਹ ਕਨਵਰਸੇਸ਼ਨ ਇੱਦਾਂ ਹੋਣੀ ਚਾਹੀਦਾ। ਇਟ ਸ਼ੁੱਡ ਬੀ ਲਾਈਕ, ਉਹ ਤੂੰ ਮੈਨੂੰ ਆਈ ਹਰਡ ਕਿ ਤੂੰ ਇੰਨਾ ਵੇਟ ਲਿਫਟ ਕਰ ਰਹੀ ਹੈ, ਦੇਖ ਤੂੰ ਕਿੰਨੀ ਸਟਰੋਂਗ ਹੋ ਗਈ ਹੈ, ਜਾਂ ਨੌਲੇਜ ਸ਼ੇਅਰਿੰਗ ਹੋਣੀ ਚਾਹੀਦੀ ਹੈ, ਇੰਸਟੈਡ ਆਫ ਕਿ ਆਈ ਡੋਂਟ ਅੰਡਰਸਟੈਂਡ ਕਿ ਕੰਫਰਟੇਬਿਲਿਟੀ ਕਿਉਂ ਹੈ ਨਹੀਂ ਕਿਸੇ ਦੀ ਬੋਡੀ 'ਤੇ ਜਜਮੈਂਟ ਪਾਸ ਕਰਨ ਦੀ, ਜਾਂ ਓਪੀਨੀਅਨ ਦੇਣ ਦੀ ਕਿ ਤੁਹਾਨੂੰ ਇੱਦਾਂ ਦੇਖਣਾ ਚਾਹੀਦਾ ਨਾ, ਜਾਂ ਨਾ ਸਮਝਣ ਦੀ ਕਿ ਕਿਸੇ ਦੇ ਗੋਲ ਸ਼ਾਇਦ ਫਰਕ ਹੋਣ, ਜਾਂ ਕਿਸੇ ਦੀ ਲਾਈਫ ਸਟਾਈਲ ਫਰਕ ਹੋਣ, ਸਟਰੈਸ ਫਰਕ ਹੋਣ। ਬਟ ਇਹ ਤਾਂ ਬੋਡੀ ਬਿਲਡਿੰਗ ਅਸਾਈਡ ਵੀ ਤੁਹਾਨੂੰ ਲੱਗਦਾ, ਤੁਹਾਨੂੰ ਵੀ ਪਤਾ ਹੈ ਕਿ ਆਪਾਂ ਸਾਡੇ ਕਲਚਰ 'ਚ ਇੰਨੇ ਕੰਫਰਟੇਬਲ ਹੈ ਲੋਕ ਕਿ ਇਹ ਤਾਂ ਹੈਲਥੀ ਹੋ ਗਈ ਹੈ ਜ਼ਿਆਦਾ, ਇਹਨੂੰ ਤਾਂ ਇਹ ਕਰਨਾ ਚਾਹੀਦਾ, ਇਹਨੂੰ ਤਾਂ ਇਹ ਕਰਨਾ ਚਾਹੀਦਾ। ਬਟ ਉਹ ਜੋ ਅੰਡਰਲਾਈੰਗ ਲਾਈਫ ਸਟਾਈਲ ਦੀ ਲੋੜ ਹੈ, ਉਹਦੀ ਗੱਲ ਤਾਂ ਕਦੀ ਨਹੀਂ ਕਰਨੀ, ਹੈ ਨਾ। ਔਰ ਆਈ ਥਿੰਕ ਬੋਡੀ ਬਿਲਡਿੰਗ ਦੀ ਤੁਹਾਨੂੰ ਵੀ ਪਤਾ ਹੋਣਾ, ਜਦ ਬੋਡੀ ਬਿਲਡ ਇਜ਼ ਦਾ ਇੱਕ ਸਪੋਰਟ ਪੂਰਾ ਐਸਥੈਟਿਕ ਹੈਗਾ ਬਹੁਤ, ਤਾਂ ਉਹ ਫੂਡ ਇਨਟੇਕ ਇਜ਼ ਲਾਈਕ ਦ ਮੋਸਟ ਇੰਪੋਰਟੈਂਟ ਜੀ, ਹੈ ਨਾ। ਫੂਡ ਇਨਟੇਕ ਦੇ ਬਹੁਤ ਧਿਆਨ ਦੇਣਾ ਪੈਂਦਾ। ਤਾਂ ਫਿਰ ਜਦ ਮੈਂ ਆਪਣੇ ਪ੍ਰੈਪ ਸੀਗੀ, ਜੋ 12 to 16 ਵੀਕਸ ਲੱਗਦੇ ਨੇ ਸ਼ੋਅ ਦੇ ਪ੍ਰੈਪਰੇਸ਼ਨ 'ਚ, ਮੈਂ ਆਪਣੇ ਚਿਕਨ ਰਾਈਸ ਜੋ ਵੀ ਖਾਣ ਦੀ ਲੋੜ ਸੀ ਲੈ ਕੇ ਜਾਂਦੀ ਸੀ। ਆਪਾਂ ਇਵੈਂਟਸ 'ਤੇ ਜਾਂਦੇ ਸੀ, ਹੁਣ ਇਵੈਂਟਸ ਥੋੜ੍ਹੀ ਨਾ ਸਕਿਪ ਕਰਨੇ, ਸ਼ਾਦੀਆਂ ਔਰ ਵਟਐਵਰ। ਹਾਂਜੀ। ਬਟ ਉਹ ਜ਼ਿਆਦਾ ਇਨਕਰੇਜਮੈਂਟ ਨਹੀਂ ਮਿਲੀ, ਜ਼ਿਆਦਾ ਜਜਮੈਂਟ ਮਿਲੀ ਕਿ ਕਿਉਂ ਕਰ ਰਹੀ ਹੈ, ਮੈਨੂੰ ਸਮਝ ਨਹੀਂ ਆ ਰਿਹਾ, ਕਿਉਂ ਨਹੀਂ ਕਰ ਰਹੀ। ਹੁਣ ਮੈਨੂੰ ਮੇਰੀ ਲਾਈਫ 'ਚ ਹੁਣ ਅਗਰ ਅਕੰਪਲਿਸ਼ ਕਰਨਾ ਕੁਛ, ਤੁਸੀਂ ਤੁਹਾਡੇ ਪਿੱਛੇ ਥੋੜ੍ਹੀ ਨਾ ਮੈਂ ਰੋਕਾਂਗੀ। ਸੋ ਆਈ ਥਿੰਕ ਉਹ ਥੋੜ੍ਹਾ ਜਿਹਾ ਮਿਲਦਾ ਹੈ। ਐਂਡ ਮੈਨੂੰ ਲੱਗਦਾ ਕਿ ਅਗਰ ਮੇਰੀ ਘਰ ਦੀ ਫੈਮਿਲੀ ਇੰਨੀ ਸਪੋਰਟਿਵ ਨਾ ਹੁੰਦੀ, ਸ਼ਾਇਦ ਮੈਂ ਨਹੀਂ ਕਰਦੀ, ਕਿਉਂਕਿ ਮੈਂਟਲੀ ਬਹੁਤ ਚਾਹੀਦਾ ਹੁੰਦਾ ਤਾਕਤ ਵਾਲੀ ਕਮੈਂਟਸ ਨੂੰ ਥੋੜ੍ਹਾ ਜਿਹਾ ਇਗਨੋਰ ਕਰਨ ਲਈ ਕਿ ਹਾਂ ਨਹੀਂ ਮੈਨੂੰ ਕਰਨਾ ਤਾਂ ਮੈਂ ਕਰਾਂਗੀ, ਕਿਉਂਕਿ ਮੇਰੀ ਲਾਈਫ ਹੈ, ਹੈ ਨਾ। ਔਰ ਕਿਸੇ ਹੋਰ ਨੂੰ ਤਾਂ ਆਪਾਂ ਡਿਸਰਿਸਪੈਕਟ ਤਾਂ ਨਹੀਂ ਕਰ ਰਹੇ ਨਾ। ਤਾਂ ਹੌਲੀ ਹੌਲੀ ਚੇਂਜ ਕਰ ਰਹੇ ਹਾਂ, ਹੌਲੀ ਹੌਲੀ ਚੇਂਜ। ਆਈ ਥਿੰਕ ਹੁਣ ਜਦ ਮੈਂ ਕਰਦੀ ਰਹਿੰਦੀ ਹਾਂ ਜਾਂ ਫਿਰ ਮੈਂ ਕੀਤਾ, ਫਿਰ ਕਮੈਂਟਸ ਥੋੜ੍ਹੇ ਜਿਹੇ ਸ਼ਿਫਟ ਹੋਣੇ ਸ਼ੁਰੂ ਹੋਏ, ਵਿਚ ਇਜ਼ ਗੁੱਡ। ਆਈ ਥਿੰਕ ਐਗਜ਼ਾਮਪਲ ਲਈ ਥਰੂ ਹੀ ਸ਼ਿਫਟ ਹੋਣਾ ਨਾ, ਇੱਦਾਂ ਥੋੜ੍ਹੀ ਨਾ। ਹੁਣ ਕੰਪੀਟੀਸ਼ਨ ਹੈਗੇ ਆ ਤੁਹਾਡੇ ਆਉਣ ਵਾਲੇ, ਕਿ ਹੁਣ ਬਸ ਵਿਆਹ ਹੋ ਗਿਆ ਹੁਣ? ਨਹੀਂ, ਮੈਨੂੰ ਤਾਂ ਐਵੇਂ ਮੈਨੂੰ ਮਿਲੇ ਸੀ ਕਮੈਂਟ 2-3 ਵਾਰੀ ਕਿ ਹੁਣ ਵਿਆਹ ਤੋਂ ਬਾਅਦ ਤਾਂ ਬਸ ਨਾ। ਮੈਂ ਕਿਹਾ ਮੈਨੂੰ ਕੋਰਿਲੇਸ਼ਨ ਤਾਂ ਬਿਲਕੁਲ ਸਮਝ ਨਹੀਂ ਆ ਰਹੀ ਕਿ ਵਿਆਹ ਹੋਇਆ ਤਾਂ ਫਿਰ। ਬਟ ਉਹਦੇ 'ਚ ਵੀ ਮੈਂ ਬਹੁਤ ਲੱਕੀ ਹਾਂ ਕਿ ਮੇਰਾ ਲਾਈਕ ਹਸਬੈਂਡ ਵੀ ਜਿਮ ਜਾਂਦਾ ਮੇਰੇ ਨਾਲ, ਉਹਨੂੰ ਕੋਈ ਫਰਕ, ਹੁਣ ਤਾਂ ਮੈਂ ਕਹਿ ਸਕਦੀ ਹਾਂ ਹਸਬੈਂਡ ਨੂੰ ਤਾਂ ਕੋਈ ਦਿੱਕਤ ਨਹੀਂ ਹੈ, ਤਾਂ ਤੁਹਾਨੂੰ ਕੀ ਹੈ ਨਾ। ਬਿਲਕੁਲ। ਬਟ ਹਾਂ, ਵਿਆਹ ਕਰਕੇ ਆਈ ਥਿੰਕ ਥੋੜ੍ਹਾ ਜਿਹੀ ਕਿਉਂਕਿ ਪਲੈਨਿੰਗ ਐਂਡ ਐਵਰੀਥਿੰਗ ਸ਼ਿਫਟ ਹੋਈ, ਲਾਈਫ ਫੋਕਸ ਥੋੜ੍ਹਾ ਜਿਹਾ ਸ਼ਿਫਟ ਹੋਇਆ ਇਸ ਸਾਲ। ਬਟ ਸਟੇਜ 'ਤੇ ਤਾਂ ਜਾਣਾ ਇੱਕ ਵਾਰੀ ਹੋਰ ਐਟਲੀਸਟ। ਆਈ ਥਿੰਕ ਅਗਲੇ ਸਾਲ ਜਾਂ ਉਸ ਤੋਂ ਬਾਅਦ ਆਈ ਥਿੰਕ ਬੋਡੀ ਬਿਲਡਿੰਗ ਤਾਂ ਹੁਣ ਲਾਈਫ ਦਾ ਪਿਲਰ ਬਣ ਗਿਆ, ਤਾਂ ਮੈਨੂੰ ਨਹੀਂ ਲੱਗਦਾ ਮੈਂ ਸਟਾਪ ਕਰਾਂਗੀ। ਬਟ ਫॉर ਨਾਓ ਮੈਂ ਟ੍ਰੇਨਿੰਗ 'ਚ ਬਹੁਤ ਇੰਜੋਇਮੈਂਟ ਮਿਲ ਰਹੀ ਹੈ ਮੈਨੂੰ, ਤਾਂ ਦੇਖਦੇ ਆ। ਨਹੀਂ ਵਧੀਆ। ਹਾਂਜੀ, ਮੈਂ ਤਾਂ ਇਹੀ ਕਹਾਂਗੀ ਜਾਓ, ਜੇ ਸ਼ੁਰੂ ਕੀਤਾ ਕੁਛ ਆਪਾਂ ਅਚੀਵ ਕਰਕੇ ਹੀ ਫੇਰ ਹੀ ਆਪਾਂ ਸਟਾਪ ਕਰਾਂਗੇ। ਹੁਣ ਆਪਾਂ ਨਾ ਥੋੜਾ ਤੁਹਾਡੇ ਕਲਾਇੰਟਸ ਵੱਲ
ਉੱਪਰ ਹੋ ਜਾ ਮੱਖੀਏ ਥੋੜਾ ਆਪਾਂ ਕਲਾਇੰਟਸ ਵਾਲੇ ਪਾਸੇ ਆਨੇ ਜਦੋਂ ਤੁਹਾਡੇ ਕੋਲ ਕੋਈ ਬਿਗਿਨਰ ਆਂਦਾ ਹੈ ਹਾਂਜੀ। ਡਾਈਟ ਲਈ ਤੁਸੀਂ ਉਹਦਾ ਕਿੱਦਾਂ ਉਹਦੀ ਸਟਾਰਟਿੰਗ ਕਰਦੇ ਹੋ? ਹਾਂਜੀ, ਮੈਂ ਜਿੰਨੇ ਕਲਾਇੰਟਸ ਮੈਂ ਆਈ ਮੀਨ ਫੋਰਚੂਨੇਟਲੀ ਮੈਂ 2-3 ਸਾਲ ਬਹੁਤ ਸੀਰੀਅਸਲੀ ਟ੍ਰੇਨ ਕੀਤੇ ਸੀ ਆਨਲਾਈਨ ਕਲਾਇੰਟਸ ਐਂਡ ਆਈ ਥਿੰਕ ਉਹ ਜਦ ਰਿਲੇਸ਼ਨਸ਼ਿਪ ਈਜ਼ੀਲੀ ਬਣ ਜਾਂਦੀ ਹੈ ਨਾ ਕਿ ਕੋਈ ਆਪਣੇ ਕਮਿਊਨਿਟੀ 'ਚੋਂ ਹੈਗਾ ਕਿਉਂਕਿ ਲਾਈਫ ਸਟਾਈਲ ਸਮਝ ਆਉਂਦਾ ਹੈ ਔਰ ਘਰ ਦੇ ਸਟ੍ਰੈਸਰਸ ਵੀ ਸਮਝ ਆਉਂਦੇ ਨੇ। ਤਾਂ ਜਦ ਕਲਾਇੰਟ ਆਉਂਦਾ ਹੈ ਮੇਰੇ ਕੋਲ ਮੈਂ ਪੁੱਛਦੀ ਹਾਂ ਕਿ ਤੁਹਾਡਾ ਗੋਲ ਕੀ ਹੈਗਾ, ਤੁਸੀਂ ਕੀ ਕੀਤਾ ਹੋਇਆ, ਕੀ ਵਰਕ ਕੀਤਾ ਤੁਹਾਡੇ ਲਈ, ਕੀ ਨਹੀਂ ਵਰਕ ਕੀਤਾ ਤੁਹਾਡੇ ਲਈ, ਕਿਉਂ ਸ਼ੁਰੂ ਕਰਨਾ ਚਾਹੁੰਦੇ ਹੋ। ਔਰ ਆਈ ਥਿੰਕ ਇਟਸ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਕਲਾਇੰਟ ਦਾ ਕਰੰਟ ਫਿਜ਼ੀਕਲ ਹੈਲਥ ਕਿਹੋ ਜਿਹੀ ਹੈਗੀ ਹੈ, ਘਰ ਦੇ ਸਟ੍ਰੈਸਸ ਕਿਹੋ ਜਿਹੇ ਹੈਗੇ ਨੇ, ਲਾਈਫ ਸਟਾਈਲ ਕਿਹੋ ਜਿਹਾ ਹੈਗਾ, ਕਿੰਨਾ ਟਾਈਮ ਹੈਗਾ ਕਲਾਇੰਟ ਕੋਲ, ਕਿਉਂਕਿ ਇਹ ਸਾਰੀ ਚੀਜ਼ਾਂ ਬਿਲਡ ਕਰਦੀਆਂ ਨਾ ਇੱਕ ਸਸਟੇਨੇਬਲ ਪਲਾਨ ਕਿ ਸਮਝਣਾ ਚਾਹੀਦਾ ਕਿ ਕਲਾਇੰਟ ਦੀ ਲਾਈਫ 'ਚ ਕੀ ਫਿੱਟ ਹੋ ਸਕਦਾ ਹੈ ਇਨਸਟੈਡ ਆਫ ਸੇਇੰਗ ਕਿ ਨਹੀਂ ਤੁਹਾਨੂੰ ਤਾਂ ਜਿੱਦਾਂ ਮਰਜ਼ੀ ਕਰਨਾ ਪਏਗਾ। ਉਹ ਲਾਈਕ ਦ ਗੋਲ ਇਜ਼ ਨਾਟ ਕਿ ਮੈਂ ਜ਼ਿਆਦਾ ਸਟ੍ਰੈਸ ਦੇਵਾਂ ਹੈ ਨਾ ਕਿ ਲਾਈਕ ਬਟ ਲਾਈਫ ਸਟਾਈਲ ਨੂੰ ਸਮਝਣਾ ਚਾਹੀਦਾ ਹੈ। ਫਿਰ ਵਰਕ ਅਰਾਊਂਡ ਕਰਨਾ ਚਾਹੀਦਾ ਕਿ ਕੀ ਫੀਜ਼ੀਬਲ ਹੈਗਾ, ਕੀ ਸਸਟੇਨੇਬਲ ਹੈਗਾ ਤੁਹਾਡੇ ਲਈ ਤਾਂ ਕਿ ਤੁਸੀਂ ਜ਼ਿਆਦਾ ਸਟ੍ਰੈਸ ਨਾ ਹੋ। ਔਰ ਮੈਂ ਵੀ ਦੇਖਿਆ ਕਿ ਜਦ ਕਲਾਇੰਟਸ ਟਿਪਿਕਲੀ ਆਉਂਦੇ ਨੇ ਔਰ ਮੈਂ ਵੀ ਕੀਤਾ ਸੀਗਾ ਕਿ ਜਦ ਪਹਿਲੀ ਵਾਰੀ ਸ਼ੁਰੂ ਕਰਨਾ ਤਾਂ ਮੋਸਟ ਕੁੜੀਆਂ ਨੂੰ ਲੱਗਦਾ ਕਿ ਮੈਨੂੰ ਤਾਂ ਡਾਇਟ 'ਤੇ ਜਾਣਾ ਮੈਂ ਵੀ ਕੀਤਾ ਸੀ ਕਿ ਲਾਈਕ ਇਮੀਡੀਏਟਲੀ ਕਿ ਜਦ ਓਕੇ ਮੈਂ ਹੁਣ ਸ਼ੁਰੂ ਕਰਦੀ ਹਾਂ ਆਪਣੀ ਲਾਈਕ ਲਾਈਫ ਸਟਾਈਲ ਨੂੰ ਲੈਣਾ ਸੀਰੀਅਸਲੀ, ਮੇਰੀ ਫਿਟਨੈਸ ਲਾਈਫ ਸਟਾਈਲ ਨੂੰ ਲੈਣਾ ਸੀਰੀਅਸਲੀ, ਮੈਂ ਡਾਇਟ ਲੈਟ ਮੀ ਸਟਾਰਟ ਅ ਡਾਇਟ। ਤਾਂ ਮੈਨੂੰ ਜਿੰਨੇ ਸਾਲ ਹੋ ਗਏ ਨੇ ਮੈਨੂੰ ਟਰੂਲੀ ਲੱਗਦਾ ਕਿ ਅਗਰ ਤੁਸੀਂ ਸੀਰੀਅਸ ਹੈਗੇ ਹੋ ਇਹ ਲਾਈਫ ਸਟਾਈਲ ਬਣਾਉਣ 'ਚ ਐਸਪੈਸ਼ਲੀ ਐਜ਼ ਅ ਵੂਮਨ ਕਿ ਤੁਹਾਨੂੰ ਫੋਕਸ ਕਰਨਾ ਚਾਹੀਦਾ ਹੈ ਫਾਊਂਡੇਸ਼ਨ ਨੂੰ ਬਿਲਡ ਕਰਨਾ ਪਹਿਲੇ ਔਰ ਸਸਟੇਨੇਬਲ ਹੈਬਿਟਸ ਨੂੰ ਬਿਲਡ ਕਰਨਾ ਪਹਿਲਾਂ ਕਿਉਂਕਿ ਡਾਇਟਿੰਗ ਬਹੁਤ ਸਟ੍ਰੈਸ ਪਾਉਂਦੀ ਹੈ ਤੁਹਾਡੀ ਬੋਡੀ 'ਤੇ ਹੈ ਨਾ। ਤਾਂ ਮੈਨੂੰ ਲੱਗਦਾ ਹੈ ਕਿ ਸ਼ੁਰੂ 'ਚ ਇੱਦਾਂ ਕਰੋ ਲਾਈਕ 2 ਦਿਨ ਕਹੋ ਕਿ ਮੈਂ 2 ਦਿਨ ਜਾਣਾ ਜਿਮ, 2 ਦਿਨ ਜਾਓ ਜਿਮ, 2-3 ਮਹੀਨੇ 6 ਮਹੀਨੇ ਜਾਓ 2 ਦਿਨ ਕੰਸਿਸਟੈਂਸੀ ਬਿਲਡ ਕਰੋ ਫਿਰ ਐਡ ਕਰੋ ਥੋੜ੍ਹਾ ਜਿਹਾ ਹੋਰ, ਫਿਰ ਐਡ ਕਰੋ ਥੋੜ੍ਹਾ ਜਿਹਾ ਹੋਰ, ਫਿਰ ਐਡ ਕਰੋ, ਫਿਰ ਤੁਹਾਡੀ ਬੋਡੀ ਨੂੰ ਖੁਸ਼ੀ ਮਿਲੇਗੀ ਇਹ ਚੀਜ਼ਾਂ ਕਰਨ 'ਚ। ਨਹੀਂ ਤਾਂ ਜਿੱਦਾਂ ਆਪੋਜ਼ਿਟ ਕਰਦੇ ਨੇ ਥੋੜ੍ਹੇ ਜਿਹੇ ਲੋਕ, ਮੈਂ ਵੀ ਕੀਤਾ ਕਿ ਲਾਈਕ ਸਿੱਧਾ day 1 ਡਾਇਟ ਕਰਨਾ 5 ਦਿਨ ਜਾਣਾ ਇਹ ਸਟ੍ਰੈਸ ਕਰਨਾ ਉਹ ਸਟ੍ਰੈਸ ਕਰਨਾ, ਫਿਰ ਉਹ ਨਹੀਂ ਕੰਮ ਕਰਦਾ ਨਾ ਕਿਉਂਕਿ ਤੁਹਾਡੀ ਬੋਡੀ ਸ਼ੌਕ 'ਚ ਕਿ ਕੀ ਹੋ ਕਿ ਹਾਂ ਇਟਸ ਨਾਟ ਯੂਜ਼ਡ ਟੂ ਹੈਬਿਟ ਬਿਲਡ ਹੋਈ ਨਹੀਂ ਪਈ ਤਾਂ ਫਿਰ ਉਹ ਵੀ ਮੈਂਟਲੀ ਤੁਹਾਨੂੰ ਹਿਲਾ ਦਿੰਦਾ ਥੋੜ੍ਹਾ ਜਿਹਾ ਕਿ ਮੇਰੇ ਤੋਂ ਕਿਉਂ ਨਹੀਂ ਹੋ ਰਿਹਾ। ਤਾਂ ਆਈ ਥਿੰਕ ਉਹ ਸਲੋ ਪੇਸ਼ੈਂਸ ਦੀ ਲੋੜ ਬਹੁਤ ਹੈਗੀ ਹੈ ਐਂਡ ਆਈ ਨੋ ਇਟਸ ਵੈਰੀ ਹਾਰਡ ਕਿਉਂਕਿ ਇਹੋ ਜਿਹੀ ਚੀਜ਼ਾਂ ਚਾਹੀਦੀ ਬਟ ਸਾਲ ਲੱਗਦੇ ਨੇ। ਇੰਡੀਆ ਵਿੱਚ ਤੁਹਾਨੂੰ ਪਤਾ ਸਾਡੀਆਂ ਬੀਬੀਆਂ ਔਰਤਾਂ ਜੋ ਵੀ ਕਹਿ ਲਓ ਸਾਡੀਆਂ ਮਾਵਾਂ ਨੇ ਉਹਨਾਂ ਦੇ ਰੂਟੀਨ ਇੱਦਾਂ ਹੀ ਮੋਸਟਲੀ ਹੁੰਦਾ ਹੈ, ਸਵੇਰੇ ਉੱਠ ਕੇ ਚਾਹ ਪੀ ਲਈ ਫਿਰ ਕੋਈ ਰੋਟੀ ਖਾ ਲਈ ਬਟ ਦੇਰ ਇਜ਼ ਨੋਰਮਲੀ ਕੋਈ ਪ੍ਰੋਟੀਨ ਨਹੀਂ ਹੁੰਦਾ ਉਹਨਾਂ ਦੇ ਹੈ ਨਾ ਉਹਨਾਂ ਦੇ ਮੀਲ ਦੇ ਵਿੱਚ। ਤੇ ਇੱਕ ਆਮ ਵੂਮਨ ਦੀ ਕੀ ਫੁੱਲ ਡੇ ਰੂਟੀਨ ਕੀ ਹੋਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ? ਮੈਨੂੰ ਲੱਗਦਾ ਹਾਂ ਤੁਸੀਂ ਬਿਲਕੁਲ ਸਹੀ ਕਹੀ ਹੈ ਗੱਲ। ਆਈ ਥਿੰਕ ਸਾਡਾ ਜਿੱਦਾਂ ਰੂਟੀਨ ਬਿਲਡ ਹੋਇਆ ਪਿਆ ਨਾ ਜਨਰੇਸ਼ਨਸ ਇਹ ਸਾਰਿਆਂ ਦਾ ਲਾਈਕ ਆਈ ਥਿੰਕ ਸਾਡੇ ਜਦ ਆਪਾਂ ਘਰ ਵੀ ਜਾਂਦੇ ਇੰਡੀਆ ਮੈਨੂੰ ਲੱਗਦਾ ਜਿੱਦਾਂ ਉੱਠੋ ਸਵੇਰੇ ਚਾਹ ਫਿਰ ਉਸ ਤੋਂ ਬਾਅਦ ਚਲੋ ਰੋਟੀ ਕਦ ਖਾਣੀ ਹੈ, ਫਿਰ ਉਸ ਤੋਂ ਬਾਅਦ ਚਾਹ, ਫਿਰ ਉਸ ਤੋਂ ਬਾਅਦ ਲੰਚ ਕੀ ਖਾਣਾ ਹੈ, ਫਿਰ ਆਈ ਥਿੰਕ ਪੂਰਾ ਦਿਨ ਇਸ ਫੂਡ ਦੇ ਅਰਾਊਂਡ ਬਿਲਡ ਕੀਤਾ ਹੋਇਆ ਹੈ ਨਾ। ਤਾਂ ਆਈ ਡੋਂਟ ਥਿੰਕ ਕੋਈ ਬੁਰਾਈ ਹੈਗੀ ਹੈ ਬਟ ਮੈਨੂੰ ਲੱਗਦਾ ਛੋਟੀ ਚੀਜ਼ਾਂ ਲਾਈਕ ਸੈਰ ਕਰਨਾ, ਕੰਸਿਸਟੈਂਟਲੀ ਕਰਨਾ, ਮੂਵਮੈਂਟ ਆਈ ਥਿੰਕ ਲੋਕ ਬਹੁਤ ਓਵਰਲੁੱਕ ਕਰਦੇ ਨੇ। ਸਾਰਿਆਂ ਨੂੰ ਲੱਗਦਾ ਕਿ ਮੈਨੂੰ ਜਿਮ ਵੀ ਜਾਣਾ, ਮੈਨੂੰ ਇਹ ਵੀ ਕਰਨਾ, ਮੈਨੂੰ ਉਹ ਵੀ ਕਰਨਾ ਔਰ ਦਿਮਾਗ 'ਚ ਸਟ੍ਰੈਸ ਪਾ ਦਿੰਦੇ ਨੇ ਆਲਰੇਡੀ। ਬਟ ਸੱਚੀ ਮੈਂ ਦੱਸਾਂ ਅਗਰ ਸਾਰੇ ਉੱਠ ਕੇ 6 ਮਹੀਨੇ ਰੋਜ਼ ਆਪਣੀ ਲਾਈਕ 2-3 ਘੰਟੇ ਦੀ ਵਾਕਿੰਗ ਕਰੋ ਨਾ ਥਰੂ ਆਊਟ ਦ ਡੇ ਤੁਹਾਡੀ ਲਾਈਫ ਬਦਲ ਜਾਏਗੀ। ਛੋਟੀ ਚੀਜ਼ਾਂ ਔਰ ਹਾਂਜੀ ਮੈਨੂੰ ਪਤਾ ਹੈ ਕਿ ਆਈ ਥਿੰਕ ਸਾਡਾ ਡਾਇਟ ਵੀ ਜਨਰੇਸ਼ਨ ਲਈ ਥੋੜ੍ਹਾ ਜਿਹਾ ਕਾਰਬ ਹੈਵੀ ਹੈਗਾ ਰੋਟੀਆਂ ਖਾ ਕੇ ਬਟ ਮੈਂ ਵੀ ਪਾਪਾ ਨਾਲ ਵੀ ਬਹੁਤ ਗੱਲ ਕਰਦੀ ਹਾਂ ਇਹਦੇ ਬਾਰੇ ਕਿਉਂਕਿ ਪਾਪਾ ਵੀ ਰੀਡ ਕਰਦੇ ਰਹਿੰਦੇ ਨੇ ਉਹਨਾਂ ਦਾ ਵੀ ਹੈਲਥ ਮਾਈਂਡਸੈਟ ਬਹੁਤ ਹੈਗਾ ਐਂਡ ਇਹ ਵੀ ਮੈਂ ਬਹੁਤ ਚਾਹੁੰਦੀ ਹਾਂ ਕਿ ਲੋਕ ਸਮਝें ਕਿ ਰੋਟੀ ਤੁਹਾਡੇ ਲਈ ਬੁਰੀ ਨਹੀਂ ਹੈ ਔਰ ਰਾਈਸ ਖਾਣਾ ਬੁਰਾ ਨਹੀਂ ਹੈ। ਔਰ ਜਿੱਦਾਂ ਲੋਕ ਕਹਿੰਦੇ ਨੇ ਕਿ ਮੈਂ ਤਾਂ ਰੋਟੀ ਨਹੀਂ ਖਾਈ, ਮੈਂ ਕਿਹਾ ਦੈਟਸ ਨਾਟ ਗੁੱਡ ਨਾ। ਤਾਂ ਮੈਨੂੰ ਲੱਗਦਾ ਹੈ ਕਿ ਇਟਸ ਨਾਟ ਕਿ ਜੋ ਆਪ ਤੁਸੀਂ ਖਾ ਰਹੇ ਹੋ ਉਹਦੀ ਪ੍ਰੋਬਲਮ ਨਹੀਂ ਹੈ, ਤੁਸੀਂ ਜਿੱਦਾਂ ਖਾ ਰਹੇ ਹੋ ਉਹਦੀ ਪ੍ਰੋਬਲਮ ਹੈ।
ਜਿੱਦਾਂ ਖਾ ਰਹੇ ਹੋ, ਕਿੰਨਾ ਖਾ ਰਹੇ ਹੋ, ਹਾਂ ਕਿੰਨਾ ਖਾ ਰਹੇ ਹੋ। ਹੁਣ ਤੁਸੀਂ ਘਿਓ ਵੀ ਬਹੁਤ ਅੱਛਾ ਤੁਹਾਡੀ ਬੋਡੀ ਲਈ, ਪਰ ਜਿੱਦਾਂ ਡਬੋ ਕੇ ਖਾ ਰਹੇ ਹੋ ਸ਼ਾਇਦ ਉਹ ਨਹੀਂ ਅੱਛਾ ਹੈ ਸਾਡੀਆਂ ਨਾ। ਮਾਵਾਂ ਨੂੰ ਕੌਣ ਸਮਝਾਵੇ ਹੁਣ। ਕਿ ਕੌਣ ਸਮਝ ਆਵੇ, ਹਾਂਜੀ। ਔਰ ਉਹਨਾਂ ਦੀ ਵੀ ਮਾਈਂਡਸੈਟ ਮੈਂਟੈਲਿਟੀ ਜਿੱਦਾਂ ਉਹ ਵੱਡੇ ਹੋਏ ਨੇ, ਉਹ ਮੁਸ਼ਕਿਲ ਹੈਗਾ ਮਾਈਂਡਸੈਟ ਚੇਂਜ ਕਰਨਾ। ਪਰ ਤਾਂ ਮੈਂ ਕਹਿੰਦੀ ਹਾਂ ਕਿ ਮੈਂ ਵੀ ਸਿੱਖਿਆ ਓਵਰ ਟਾਈਮ, ਮੈਂ ਵੀ ਬਹੁਤ ਕੋਸ਼ਿਸ਼ ਕਰਦੀ ਸੀ ਐਜੂਕੇਸ਼ਨ ਦਾ ਪੁਸ਼ ਕਰਨਾ, ਪਰ ਮੈਂ ਵੀ ਸਿੱਖਿਆ ਓਵਰ ਟਾਈਮ ਕਿ ਹੌਲੀ ਹੌਲੀ ਹੈ ਨਾ। ਤਾਂ ਉਹ ਜਿਹੀ ਚੀਜ਼ਾਂ ਬਹੁਤ ਹੈਲਪ ਕਰਦੀਆਂ ਕਿ ਚਲੋ ਜੇ ਆਪਾਂ ਵਾਕ 'ਤੇ ਚੱਲਦੇ ਹਾਂ, ਚਾਹ ਤੋਂ ਬਾਅਦ ਚਲੋ ਵਾਕ 'ਤੇ ਚੱਲਦੇ ਹਾਂ, ਜਾਂ ਚਲੋ ਆਪਾਂ ਅੱਜ ਥੋੜ੍ਹਾ ਜਿਹਾ ਘੱਟ ਖਾਂਦੇ, ਜਾਂ ਅੱਜ ਆਪਾਂ ਬਾਹਰ ਨਹੀਂ ਔਡਰ ਕਰਦੇ ਚਲੋ, ਜਾਂ ਅੱਜ ਆਪਾਂ ਅੰਡੇ ਖਾ ਲੈਂਦੇ ਹਾਂ। ਅੰਡੇ ਦੀ ਭੁਰਜੀ ਵੀ ਇੰਨੀ ਅੱਛੀ ਲੱਗਦੀ ਹੈ ਰੋਟੀ ਨਾਲ, ਰੋਟੀ ਖਾਓ, ਅੰਡੇ ਖਾ ਲਓ ਥੋੜ੍ਹੀ ਜਿਹੀ ਨਾਲ, ਹੈ ਨਾ। ਬਹੁਤ ਵਧੀਆ ਮੀਲ ਹਾਂ, ਬਹੁਤ ਅੱਛਾ ਲੱਗਦਾ। ਇੰਨਾ ਕੁਝ ਚੇਂਜ ਕਰਨ ਦੀ ਲੋੜ ਹੈ ਨਹੀਂ, ਜਿੰਨਾ ਲੋਕ ਆਪਣੇ ਮਾਈਂਡਸੈਟ ਨੂੰ ਆਲਰੇਡੀ ਹਿਲਾ ਦਿੰਦੇ ਨੇ ਇੰਨਾ ਸ਼ੁਰੂ ਕਰਨ ਤੋਂ ਪਹਿਲਾਂ। ਤਾਂ ਜਦੋਂ ਮੈਂ ਹੁੰਦਾ ਸੀ ਉਦੋਂ ਜ਼ਿਆਦਾ ਇੱਦਾਂ ਹੀ ਹੁੰਦਾ ਸੀ, ਜਿੱਦਾਂ ਰੋਟੀਆਂ ਨਾਲ ਅਚਾਰ ਲੈ ਗਏ, ਪਰ ਹੁਣ ਸਮਝ ਆਉਂਦੀ ਹੈ ਵੀ ਉਹ ਕੋਈ ਫੁੱਲ ਮੀਲ ਥੋੜਾ, ਉਹ ਤੇ ਸਿਰਫ ਰੋਟੀ ਹੈ, ਅਚਾਰ, ਵੇਅਰ ਇਜ਼ ਦ ਪ੍ਰੋਟੀਨ। ਹਾਂਜੀ। ਸਕੂਲ ਬਹੁਤ ਲੈ ਕੇ ਜਾਂਦਾ ਸੀ ਮੈਂ, ਅੱਛਾ, ਮੰਮੀ ਬਣਾ ਕੇ ਦਿੰਦੀ, ਮੈਂ ਉੱਥੇ ਪੜਿਆ ਨਾ ਇੰਡੀਆ। ਹਾਂਜੀ ਉੱਥੇ ਪੜਿਆ, ਪਰ ਉਹ ਵੀ ਹੈ ਨਾ ਤੁਹਾਡਾ ਲਾਈਫ ਸਟਾਈਲ ਇੰਨਾ ਮੂਵਮੈਂਟ ਹੈਵੀ ਸੀਗਾ ਜਦ ਆਪਾਂ ਸਕੂਲ ਜਾਂਦੇ ਸੀ, ਜਿਵੇਂ ਬਾਹਰ ਖੇਡਣਾ ਔਰ ਇੱਧਰ ਉੱਧਰ। ਅੱਜ ਕੱਲ੍ਹ ਤਾਂ ਆਪਾਂ ਗੱਡੀ 'ਚ ਬੈਠਦੇ ਹਾਂ, ਕੰਮ 'ਤੇ ਬੈਠਦੇ ਹਾਂ। ਤੇ ਮੀਨ ਅਗਰ ਮੈਂ ਵੀ ਆਫਿਸ ਜਾਂਦੀ ਹਾਂ, ਜਦ ਉਸ ਦਿਨ ਜਦ ਮੈਨੂੰ ਟ੍ਰੈਡਮਿਲ 'ਤੇ ਬਹੁਤ ਕੌਨਸ਼ੀਅਸਲੀ ਵਾਕ ਕਰਨਾ ਪੈਂਦਾ ਹੈ, ਕਿਉਂਕਿ ਅਗਰ ਮੈਂ ਨਹੀਂ ਕੀਤਾ, ਮੇਰੇ ਦੋਸਤ 2000 ਸਭ ਤੋਂ ਜ਼ਿਆਦਾ ਹੁੰਦੇ ਨਹੀਂ। ਤਾਂ ਫਿਰ ਰੀਅਲਾਈਜ਼ ਹੁੰਦਾ ਕਿ ਵਾਹ, ਆਪਾਂ ਤਾਂ ਹਿਲਦੇ ਬਿਲਕੁਲ ਨਹੀਂ, ਤਾਂ ਆਪਾਂ ਇੰਨਾ ਖਾ ਰਹੇ, ਇੰਨੀ ਐਨਰਜੀ ਕਿਉਂ ਚਾਹੀਦੀ ਤੁਹਾਨੂੰ, ਕੁਝ ਕਰ ਨਹੀਂ ਰਹੇ। ਜਿਹੜੇ ਨਿਊ ਪੇਰੈਂਟਸ ਨੇ ਹੁਣ, ਜਿਹੜੇ ਚਲੋ ਸਾਡੇ ਵਰਗੇ ਨੇ, ਹੁਣ ਜਿੱਦਾਂ ਬੱਚਾ ਗਰੋ ਹੁੰਦਾ ਹੈ, ਕੁਕੀਜ਼ ਦਾ ਲਾਤਾ, ਕੈਂਡੀਜ਼ ਦਾ ਲਾਤਾ, ਉਹ ਕਿੰਨਾ ਕੁ ਜ਼ਿਆਦਾ ਰੋਲ ਪਲੇ ਕਰਦਾ। ਆਪਾਂ ਕਿੱਦਾਂ ਆ ਪੇਰੈਂਟਸ ਨੂੰ ਸਮਝਾ ਸਕਦੇ ਹਾਂ ਵੀ ਇਹ ਜਿਹੜੀ ਪੂਰ ਪੈਰੈਂਟਿੰਗ ਤੁਸੀਂ ਕਰਦੇ ਹੋ, ਇਹ ਬੱਚੇ ਦੀ ਲਾਈਫ ਆਉਣ ਵਾਲੇ ਸਮੇਂ 'ਚ ਖਰਾਬ ਕਰ ਸਕਦੀ ਹੈ, ਬੈਡ ਹੈਬਿਟਸ। ਹਾਂਜੀ ਇਹ ਤਾਂ ਸੈਂਸਿਟਿਵ ਟੌਪਿਕ ਵੀ ਹੈਗਾ, ਬਟ ਤੁਸੀਂ ਬਿਲਕੁਲ ਸਹੀ ਕਿਹਾ। ਆਈ ਥਿੰਕ ਮੇਰੇ ਤਾਂ ਬੱਚੇ ਹਾਲੇ ਹੈਗੇ ਨਹੀਂ, ਬਟ ਮੇਰੇ ਬੱਚੇ ਨਹੀਂ ਹੈਗੇ, ਬਟ ਮੈਨੂੰ ਵੀ ਲੱਗਦਾ ਕਿ ਲਾਈਕ ਇਹ ਸ਼ੁਰੂ 'ਚ ਜੋ ਹੈਬਿਟਸ ਬਿਲਡ ਹੁੰਦੀਆਂ ਨਾ, ਇਹ ਸੀਰੀਅਸਲੀ ਲਾਈਕ ਪੂਰਾ ਫਾਊਂਡੇਸ਼ਨ ਬਿਲਡ ਹੁੰਦਾ ਜਦ ਬੱਚਾ ਛੋਟਾ ਹੁੰਦਾ। ਤੁਹਾਡੇ ਫੈਟ ਸੈਲਸ ਦੀ ਵੀ ਗਰੋਥ ਹੁੰਦੀ ਹੈ ਇਸ ਟਾਈਮ 'ਚ। ਤਾਂ ਜਿੰਨਾ ਅੱਛੇ ਤਰੀਕੇ ਨਾਲ ਆਪਣੇ ਬੱਚੇ ਨੂੰ ਖਿਲਾ ਸਕਦੇ ਹੋ, ਉਹ ਹੈਬਿਟਸ ਕੈਰੀ ਕਰਨੀਆਂ। ਮੈਂ ਇੱਦਾਂ ਨਹੀਂ ਕਹਿੰਦੀ ਨਾ ਬੱਚੇ ਨੂੰ ਡਿਪਰਾਈਵ ਵੀ ਨਹੀਂ ਕਰਨਾ, ਹੈ ਨਾ। ਥੋੜ੍ਹੀ ਜਿਹੀ ਇੰਜੋਏਮੈਂਟ ਜ਼ਰੂਰੀ ਹੈਗੀ ਹੈ, ਬਟ ਇਹ ਵੀ ਨਹੀਂ, ਮੈਨੂੰ ਨਹੀਂ ਲੱਗਦਾ ਕਿ ਇੱਦਾਂ ਕਰਨਾ ਚਾਹੀਦਾ ਕਿ ਹਾਂ ਜੀ ਕੋਈ ਜੋ ਮਰਜ਼ੀ ਖਾ ਲਓ, ਤੂੰ ਬੱਚਾ ਹੀ ਹੈ, ਕਿਉਂਕਿ ਉਹ ਹੈਬਿਟਸ ਬਣਦੀਆਂ, ਉਹ ਮੈਟਾਬੋਲਿਜ਼ਮ 'ਤੇ ਇਫੈਕਟ ਹੁੰਦਾ ਹੈ ਜਦ ਛੋਟੇ ਹੁੰਦੇ ਹੋ ਐਜ਼ ਅ ਬੱਚਾ। ਔਰ ਐਕਟਿਵ ਰੱਖੋ ਬੱਚੇ ਨੂੰ, ਛੋਟੀ ਚੀਜ਼ਾਂ, ਬੱਚੇ ਨੂੰ ਐਕਸਾਈਟਿਡ ਕਰੋ, ਜਿੱਦਾਂ ਵੀ ਤੁਹਾਡੇ ਹਾਊਸ ਹੋਲਡ 'ਚ ਹੁੰਦਾ ਨਾ ਕਿ ਨਹੀਂ ਚਿਕਨ ਖਾਣਾ, ਜਾਂ ਅੱਜ ਤਾਂ ਆਪਾਂ ਅੰਡੇ ਖਾਵਾਂਗੇ, ਜਾਂ ਕਿੱਦਾਂ ਇੰਟਰੋਡਿਊਸ ਕਰਦੇ। ਔਰ ਇੰਨੀ ਆਪਸ਼ਨਸ ਆ ਗਈਆਂ ਰੈਸਿਪੀਜ਼ ਬਣਾਉਣ ਕਿ ਕਿੱਦਾਂ ਮਜ਼ੇਦਾਰ ਰੈਸਿਪੀਜ਼ ਹੈਗੀਆਂ ਕਿ ਬੱਚੇ ਨੂੰ ਵੀ ਐਕਸਾਈਟਮੈਂਟ ਹੋਏ। ਮੈਂ ਵੀ ਅੰਡਰਸਟੈਂਡ ਕਰਦੀ ਹਾਂ। ਆਈ ਥਿੰਕ ਸਾਰਿਆਂ ਵਾਸਤੇ ਦ ਬਿਗੇਸਟ ਹਰਡਲ ਹੁੰਦਾ ਕਿ ਇਹ 'ਚ ਟਾਈਮ ਲੱਗਦਾ ਪ੍ਰੀਪੇਅਰ ਕਰਨ 'ਚ, ਹੈ ਨਾ। ਇੰਸਟੈਡ ਆਫ ਕਿ ਸਨੈਕਸ ਹੀ ਤਾਂ ਈਜ਼ੀਲੀ ਕਰਕੇ ਟਾਈਮ ਨਹੀਂ ਹੁੰਦਾ। ਔਰ ਮੈਂ ਇਮੈਜਿਨ ਨਹੀਂ ਕਰ ਸਕਦੀ, ਲਾਈਕ ਲਾਈਫ ਸਟਾਈਲਸ ਬਹੁਤ ਬਿਜ਼ੀ ਨੇ ਸਾਰਿਆਂ ਦੇ, ਸਮਝ ਆਉਂਦੀ ਹੈ। ਬਟ ਆਈ ਥਿੰਕ ਐਟ ਦ ਸੇਮ ਟਾਈਮ ਮੈਨੇਜਮੈਂਟ ਦੇ ਨਾਲ ਜਿੰਨਾ ਜ਼ਰੂਰੀ ਹੈ, ਆਈ ਥਿੰਕ ਉਹਦੇ 'ਤੇ ਟਾਈਮ ਥੋੜ੍ਹਾ ਜਿਹਾ ਸਪੈਂਡ ਕਰਨਾ ਚਾਹੀਦਾ, ਤਾਂ ਕਿ ਤੁਹਾਡਾ ਬੱਚਾ ਥੋੜ੍ਹੇ ਜਿਹੇ, ਕਿਉਂਕਿ ਜਿੱਦਾਂ ਤੁਸੀਂ ਨਿਊਟ੍ਰੀਸ਼ਨ ਡੈਂਸ ਫੂਡਸ ਦਿਓਗੇ ਬੱਚੇ ਨੂੰ, ਉਹ ਬੱਚਾ ਫੁੱਲ ਰਹੇਗਾ, ਹੈ ਨਾ। ਸ਼ੂਗਰ ਦੀ ਲਾਈਕ ਗਲੂਕੋਸ, ਜਿੱਦਾਂ ਸ਼ੂਗਰ ਖਾਂਦੇ ਹੋ, ਜਿੱਦਾਂ ਤੁਹਾਡੀ ਬੋਡੀ ਰਿਐਕਟ ਕਰਦੀ ਹੈ ਵਾਲੀ ਚੀਜ਼ਾਂ ਦੇ, ਜਿੱਦਾਂ ਵੱਡੇ ਹੋ ਕੇ ਟ੍ਰਾਂਸਫਾਰਮਸ ਇਨਟੂ ਡਾਇਬੀਟੀਜ਼ ਐਂਡ ਅਦਰ ਥਿੰਗਸ, ਪੈਂਦਾ ਫਰਕ, ਬਹੁਤ ਫਰਕ ਪੈਂਦਾ। ਹਾਂਜੀ, ਆਪਾਂ ਥੋੜ੍ਹਾ ਜਿਹਾ ਇਹ ਤੋਂ ਬਾਹਰ ਆਏ ਨੇ ਆ, ਇਹ ਫੇਰ ਆਵਾਂਗੇ ਇੱਥੇ। ਓਕੇ। ਮੈਂ ਪਰਸੋਂ ਇੱਕ ਪੋਸਟ ਵੇਖੀ, ਤੁਸੀਂ ਪੋਸਟ ਪਾਈ ਸੀ, ਇੱਕ ਸਰਬੱਤ ਸਟਰੈਂਥ ਕਲੱਬ। ਹਾਂਜੀ। ਉਹਦਾ ਕੀ ਗੋਲ ਹੈ, ਉਹਦਾ ਕੀ ਮਿਸ਼ਨ ਹੈ, ਤੁਸੀਂ ਨਵਾਂ ਸਟਾਰਟ ਕੀਤਾ? ਹਾਂਜੀ, ਤਾਂ ਮੈਂ ਇਸ ਸਾਲ ਜੁੜੀ, ਇੱਕ ਹੈਗੀ ਹੈ ਕੁੜੀ ਆਲਸੋ ਨਿਊ ਜਰਸੀ 'ਚ ਰਹਿੰਦੀ ਮੇਰੇ ਨਾਲ, ਰਵਿੰਦਰ ਹੈ ਉਹਦਾ ਨਾਂ। ਐਂਡ ਮੈਂ ਬੋਡੀ ਬਿਲਡਿੰਗ 'ਚ ਜਿੱਦਾਂ ਹੈਗੀਆਂ ਬਹੁਤ ਇਮਰਸਡ, ਉਹ ਵੀ ਪਾਵਰ ਲਿਫਟਿੰਗ 'ਚ ਹੈਗੀ ਹੈ ਬਹੁਤ ਇਮਰਸਡ। ਸੋ ਬੋਡੀ ਬਿਲਡਿੰਗ ਦਾ ਹੈਗਾ ਬਹੁਤ ਐਸਥੈਟਿਕ ਫੋਕਸ, ਜੋ ਤੁਸੀਂ ਸਟੇਜ 'ਤੇ ਜਾਂਦੇ ਹੋ ਐਂਡ ਪੋਜ਼ਿੰਗ ਕਰਦੇ ਹੋ। ਬਟ ਪਾਵਰ ਲਿਫਟਿੰਗ ਦਾ ਆਬਜੈਕਟਿਵ ਫਰਕ ਹੈਗਾ ਕਿ ਤੁਸੀਂ ਕਿੰਨਾ ਹੈਵੀ ਲਿਫਟ ਕਰਦੇ ਹੋ। ਸੋ ਬੋਡੀ ਬਿਲਡਿੰਗ ਦਾ ਹੈਗਾ ਕਿ ਤੁਸੀਂ ਆਪਣੀ ਐਸਥੈਟਿਕ ਨੂੰ ਕਾਰਵ ਆਊਟ ਕਰਨਾ, ਜਿੱਦਾਂ ਕ੍ਰਾਈਟੀਰੀਆ ਹੈਗਾ ਕਿ ਤੁਸੀਂ ਬੋਡੀ ਨੂੰ ਕਿੱਦਾਂ
ਕਾਰਵ ਕਰ ਸਕਦੇ ਹੋ ਸਪੈਸੀਫਿਕਲੀ। ਪਾਵਰ ਲਿਫਟਿੰਗ ਦਾ ਗੋਲ ਹੈਗਾ ਕਿ ਤੁਸੀਂ ਕਿੰਨਾ weight ਚੁੱਕ ਸਕਦੇ ਹੋ ਜੀ। ਸੋ ਪਾਵਰ ਲਿਫਟਿੰਗ ਮੀਟਸ ਕਰ ਚੁੱਕੀ ਹੈ ਤਾਂ 1-2 ਵਾਰੀ ਗੁਰਦੁਆਰੇ 'ਚ ਹੋਏ ਨੇ ਸਾਡੇ ਔਰ ਬਹੁਤ ਸਕਸੈਸਫੁਲ ਰਹੇ ਨੇ। ਤਾਂ ਮੈਂ ਔਰ ਰਵਿੰਦਰ ਸੋਚ ਰਹੇ ਸੀ ਕਿ ਦੇਖੋ ਸਾਡੀ ਕਮਿਊਨਿਟੀ ਦੇ ਕੋਲ ਬਥੇਰੀਆਂ ਓਪਰਚੁਨਿਟੀਜ਼ ਹੈਗੀਆਂ ਕਿ ਬਾਹਰ ਜਾ ਕੇ ਪਾਰਟੀ ਕਰੋ, ਗੁਰਦੁਆਰੇ ਜਾਓ, ਸੋਸ਼ਲ ਇਵੈਂਟਸ ਬਥੇਰੇ ਨੇ ਜੀ ਹੈ ਨਾ, ਬਟ ਸਾਡੇ ਕਮਿਊਨਿਟੀ 'ਚ ਕੋਈ ਇਹ ਸਪੇਸ ਨਹੀਂ ਹੈਗਾ ਜੋ ਬ੍ਰਿਜ ਬਣ ਸਕਦਾ ਕਿਉਂਕਿ ਪਾਵਰ ਲਿਫਟਿੰਗ ਕਮਿਊਨਿਟੀ ਇਨ ਅਮਰੀਕਾ ਇੰਟੀਮੀਡੇਟਿੰਗ ਹੈਗੀ ਹੈ, ਵੱਡੀ ਹੈਗੀ ਹੈ ਔਰ ਅਗਰ ਤੁਸੀਂ ਆਪਣੇ ਆਪ ਨਹੀਂ ਜਾਓਗੇ ਤਾਂ ਇਟਸ ਨਾਟ ਲਾਈਕ ਤੁਹਾਡੇ ਕੋਲ ਕੋਈ ਸਪੋਰਟ ਹੈਗੀ ਹੈ ਨਾ ਜੀ। ਤਾਂ ਸਾਨੂੰ ਲੱਗਦਾ ਹੈ ਕਿ ਅਗਰ ਆਪਾਂ ਮੀਟਸ ਹੋਸਟ ਕਰ ਰਹੇ ਹਾਂ ਗੁਰਦੁਆਰੇ 'ਚ ਇਹ ਬ੍ਰਿਜ ਬਣ ਸਕਦਾ ਕਿ ਲੋਕੀ ਜੋ ਥੋੜ੍ਹਾ ਜਿਹਾ ਹੈਜ਼ੀਟੈਂਟ ਹੈਗੇ ਨੇ ਸ਼ੁਰੂ ਕਰਨ 'ਚ ਉਹ ਆਏ ਦੇਖਣ ਜਿੱਦਾਂ ਇਨਵਾਇਰਨਮੈਂਟ ਜੋ ਕੰਫਰਟੇਬਲ ਲੱਗਦੀ ਹੈ ਉਹਨਾਂ ਵਾਸਤੇ ਆਏ ਦੇਖਣ ਤਾਂ ਕਿ ਉਹ ਸ਼ੁਰੂ ਕਰਨ ਵੇਟ ਟ੍ਰੇਨਿੰਗ ਜਾਂ ਜਿੱਦਾਂ ਮਰਜ਼ੀ ਲੋਕੀ ਨੂੰ ਮਿਲਣ, ਲਾਈਕ ਮਾਈਂਡਡ ਕਨਵਰਸੇਸ਼ਨਸ ਹੋਣ ਕਿ ਸ਼ਾਇਦ ਇੱਕ ਕੁੜੀ ਹੈਗੀ ਹੈ ਉਹਨੂੰ ਨਹੀਂ ਲੱਗਦਾ ਕਿ ਮੈਨੂੰ ਨਹੀਂ ਸ਼ੁਰੂ ਕਰਨਾ, ਡਰ ਜੋ ਮਰਜ਼ੀ ਰੀਜ਼ਨ ਹੈਗਾ ਨਰਵਸ ਹਾਂਜੀ। ਅਗਰ ਆਪਾਂ ਹੁਣ ਫੋਰ ਐਗਜ਼ਾਮਪਲ ਇੱਕ ਪਾਵਰ ਲਿਫਟਿੰਗ ਮੀਟ ਪਲਾਨ ਕਰ ਰਹੇ ਹਾਂ ਵਿਸਾਖੀ ਦੇ ਵੀਕਐਂਡ ਪਹਿਲੀ ਵਾਰੀ ਸਰਬੱਤ ਸਟਰੈਂਥ ਹਾਂਜੀ ਤਾਂ ਆਪਾਂ ਸਾਡੀ ਕਮਿਊਨਿਟੀ ਦਾ ਵੀ ਥੋੜ੍ਹਾ ਜਿਹਾ ਕਲਚਰ ਇਨਵੋਲਵ ਕਰ ਰਹੇ ਹਾਂ ਬਟ ਐਟ ਦ ਸੇਮ ਟਾਈਮ ਮੇਰਾ ਹੋਪ ਹੈਗਾ ਕਿ ਪਾਵਰ ਲਿਫਟਿੰਗ ਐਥਲੀਟਸ ਜੋ ਆਲਰੇਡੀ ਹੈਗੇ ਨੇ ਆਫਕੋਰਸ ਆਏ ਕੰਪੀਟ ਕਰੇ ਬਟ ਜੋ ਨਹੀਂ ਹੈਗੇ ਨੇ ਔਰ ਜੋ ਕਿਊਰੀਅਸ ਹੈਗੇ ਨੇ ਬਟ ਉਹ ਕੁਐਸਚਨ ਨਹੀਂ ਪੁੱਛਣਾ ਚਾਹੁੰਦੇ ਬਿਕਾਜ਼ ਦੇਰ ਸ਼ਾਈ ਔਰ ਸਮਥਿੰਗ, ਇਹੋ ਜਿਹੀ ਕਮਿਊਨਿਟੀ 'ਚ ਹੀ ਹੁੰਦਾ ਹੈ ਨਾ। ਤੁਸੀਂ ਆਓ ਦੇਖੋ ਕਿਸੇ ਨਾਲ ਸ਼ਾਇਦ ਗੱਲਬਾਤ ਸ਼ੁਰੂ ਹੋ ਜਾਏ ਫਿਰ ਤੁਹਾਡੀ ਲਾਈਫ ਵੀ ਚੇਂਜ ਹੋ ਸਕਦੀ ਹੈ ਕਿ ਹਾਂ ਹੁਣ ਮੇਰੇ ਕੋਲ ਹੈਗਾ ਕੋਈ ਜਿਮ ਜਾਣ ਨਾਲ ਹੈ ਨਾ ਤਾਂ ਇੱਦਾਂ ਹੀ ਸ਼ੁਰੂ ਹੁੰਦਾ ਉਹ ਜਿਸ ਜਗ੍ਹਾ ਚਾਹੀਦੀ ਹੈ ਕਰਨ ਲਈ ਹੈ ਨਾ। ਤਾਂ ਸਰਬੱਤ ਸਟਰੈਂਥ ਕਲੱਬ ਇਹਦੇ ਵਾਸਤੇ ਹੀ ਹੈਗਾ, ਪਾਵਰ ਲਿਫਟਿੰਗ ਮੀਟਸ ਹੋਸਟ ਕਰਿਆ ਕਰਾਂਗੇ ਗੁਰਦੁਆਰੇ 'ਚ ਸ਼ੁਰੂ ਕਰਕੇ ਫਿਰ ਦੇਖਦੇ ਹਾਂ ਕਿੰਨਾ ਵੱਡਾ ਹੋ ਸਕਦਾ ਹੈ। ਨਿਊ ਜਰਸੀ 'ਚ ਸ਼ੁਰੂ ਕਰਦੇ ਹਾਂ ਫਿਰ ਲੋਕੇਸ਼ਨ ਹਾਂਜੀ ਫਿਰ ਦੇਖਦੇ ਹਾਂ ਕਿੰਨਾ ਵੱਡਾ ਹੁੰਦਾ ਹੈ ਔਰ ਹੋਪਫੁਲੀ ਸਰਬੱਤ ਸਟਰੈਂਥ ਕਲੱਬ ਦੇ ਮੈਂਬਰਸ ਵੀ ਹੋਣ ਤਾਂ ਕਿ ਆਪਾਂ ਸਾਰੇ ਇਕੱਠੇ ਐਜ਼ ਅ ਟੀਮ ਕੰਪੀਟ ਕਰੀਏ ਸਾਡੇ ਵੱਡੇ ਪਾਵਰ ਲਿਫਟਿੰਗ ਫੈਡਰੇਸ਼ਨ ਐਂਡ ਸਟਫ। ਬਟ ਸਾਨੂੰ ਆਈਡੀਆ ਤਾਂ ਸ਼ੁਰੂ ਹੋਇਆ ਸੀਗਾ ਦੇਖੋ ਆਈ ਥਿੰਕ ਸਾਡੀ ਕਮਿਊਨਿਟੀ ਕੋਲ ਇਨਵਾਇਰਨਮੈਂਟ ਦੀ ਆਪਸ਼ਨਸ ਨਹੀਂ ਹੈਗੀਆਂ ਐਂਡ ਆਈ ਥਿੰਕ ਜਦ ਆਪਸ਼ਨ ਪ੍ਰੈਜ਼ੈਂਟ ਕਰੋ ਤਾਂ ਯੂ ਨੈਵਰ ਨੋ ਹੈ ਨਾ, ਯੂ ਨੈਵਰ ਨੋ ਐਂਡ ਬੱਚਿਆਂ ਵਾਸਤੇ ਵੀ ਇਟਸ ਗੁੱਡ ਇਨਕਰੇਜਮੈਂਟ ਹਾਂਜੀ ਆਰੇ ਲੱਗੇ ਰਹਿੰਦੇ ਆ ਕਈ ਪਾਸੇ ਹਾਂਜੀ ਤੁਹਾਨੂੰ ਕਦੇ ਨਹੀਂ ਪਤਾ ਅੱਧੀ ਚੀਜ਼ਾਂ ਤਾਂ ਹੁੰਦੀਆਂ ਕਿਸੇ ਨੂੰ ਪਤਾ ਨਹੀਂ ਕਿੱਥੇ ਮਿਲੋ ਫਿਰ ਇੱਕ ਕਨਵਰਸੇਸ਼ਨ ਤਾਂ ਪੂਰੀ ਲਾਈਫ ਚੇਂਜ ਕਰ ਸਕਦੀ ਹੈ ਨਾ ਬਣਾਓ ਹੈ ਨਾ। ਯੰਗ ਵਾਲੇ ਹੋਈ ਪਈ ਅੱਜ ਹੁਣ ਤਾਂ ਮੈਂ ਯੰਗ ਵਾਲੇ ਹੀ ਪਾਉਂਦੀ ਹਾਂ ਹੋਰ ਕੁਝ ਪਾਉਂਦੀ ਨਹੀਂ। ਯੰਗ ਵਾਲੇ ਦੇ ਪਿੱਛੇ ਮੈਂ ਵੇਖਿਆ ਤੁਸੀਂ ਉਹਨਾਂ ਨਾਲ ਪਾਰਟਨਰਸ ਹੋ ਹਾਂਜੀ ਉਹਨਾਂ ਨੇ ਤੁਹਾਨੂੰ ਕਿੱਦਾਂ ਕੰਟੈਕਟ ਕੀਤਾ? ਵਾਟਸ ਦ ਸਟੋਰੀ ਬਿਹਾਈਂਡ ਦੈਟ? ਸਟੋਰੀ ਇੰਨੀ ਲੰਬੀ ਨਹੀਂ ਹੈਗੀ, ਮੈਨੂੰ ਤਾਂ ਬਹੁਤ ਵੱਡਾ ਬ੍ਰਾਂਡ ਬਣ ਚੁੱਕਿਆ ਹਾਂਜੀ ਹਾਂ ਬਹੁਤ ਵੱਡਾ ਬਣ ਚੁੱਕਿਆ ਮੈਂ ਸਿਫਤ ਕੀਤੀ ਹੈ ਤੁਹਾਡੀ, ਮੈਨੂੰ ਵੀ ਲੈ ਲਿਓ ਮੈਂ ਹਾਂਜੀ ਜ਼ਿਆਦਾ ਲੰਬੀ ਸਟੋਰੀ ਨਹੀਂ ਹੈਗੀ। ਆਈ ਥਿੰਕ ਮੈਂ ਬਹੁਤ ਔਨਰਡ ਫੀਲ ਕਰਦੀ ਹਾਂ ਕਿ ਉਹਨਾਂ ਨੇ ਰੀਚ ਆਊਟ ਕੀਤਾ ਕਿਉਂਕਿ ਮੈਨੂੰ ਉਹਨਾਂ ਦੇ ਬ੍ਰਾਂਡ 'ਤੇ ਬਹੁਤ ਮਾਣ ਹੈ, ਬਹੁਤ ਰਿਸਪੈਕਟ ਹੈਗੀ ਹੈ ਕਿਉਂਕਿ ਉਹਨਾਂ ਦੀ ਵੀ ਤੁਹਾਨੂੰ ਵੀ ਪਤਾ ਹੋਣਾ ਉਹਨਾਂ ਦੇ ਫਾਊਂਡਰਸ 2 ਬ੍ਰਦਰਸ ਨੇ ਸਾਡੀ ਕਮਿਊਨਿਟੀ ਤੋਂ ਐਂਡ ਮੈਨੂੰ ਬਹੁਤ ਅੱਛਾ ਲੱਗਦਾ ਕਿ ਉਹਨਾਂ ਨੇ ਸੇਮ ਜਿੱਦਾਂ ਆਪਾਂ ਬ੍ਰਿਜ ਦੀ ਗੱਲ ਕਰ ਰਹੀ ਸੀ ਜਿੱਦਾਂ ਉਹਨਾਂ ਨੇ ਪਹਿਲੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਈਕੋਸਿਸਟਮ ਜਿਮ ਕਮਿਊਨਿਟੀ 'ਚ ਹੈ ਨਾ, ਫਿਰ ਸਕੇਲ ਕੀਤਾ ਆਪਣਾ ਬ੍ਰਾਂਡ, ਫਿਰ ਆਪਣੇ ਕਮਿਊਨਿਟੀ ਮੈਂਬਰਸ ਨੂੰ ਬਹੁਤ ਸਟ੍ਰੈਟੇਜਿਕਲੀ ਥੋੜ੍ਹਾ ਜਿਹਾ ਬਲੈਂਡ ਕੀਤਾ ਬਹੁਤ ਨੈਚੁਰਲੀ ਜੀ। ਇਹ ਬਹੁਤ ਮੁਸ਼ਕਿਲ ਗੱਲ ਹੈਗੀ ਹੈ ਐਂਡ ਮੈਨੂੰ ਤਾਂ ਬਹੁਤ ਰਿਸਪੈਕਟ ਹੈ ਇਹਨਾਂ ਦੀ। ਉਹਨਾਂ ਦੇ ਕੱਪੜੇ ਬੈਸਟ ਨੇ ਹਾਂਜੀ ਮੈਂ ਤਾਂ ਕੁਝ ਹੋਰ ਪਾਉਂਦੀ ਹੀ ਨਹੀਂ ਅੱਜ ਕੱਲ੍ਹ। ਮੈਂ ਵੀ ਪੈਂਟਸ ਮੈਨੂੰ ਜੀਨਸ ਉਹਨਾਂ ਦੀ ਵਧੀਆ ਅੱਛਾ ਹਾਂ ਸਭ ਕੁਝ ਐਂਡ ਆਈ ਥਿੰਕ ਉਹ ਲਾਈਫ ਸਟਾਈਲ ਵੀ ਉਹਨਾਂ ਨੇ ਜਿਮ ਵੇਅਰ ਵੀ ਹੈਗਾ ਬਟ ਲੀਜਰ ਵੇਅਰ ਵੀ ਬਹੁਤ ਕੰਫਰਟੇਬਲ ਜਿਹਾ ਹੈਗਾ ਹੈ ਨਾ। ਮੈਂ ਤਾਂ ਆਪਣੇ ਹਸਬੈਂਡ ਦੇ ਕੱਪੜੇ ਚੁੱਕ ਕੇ ਪਾ ਲੈਂਦੀ ਹਾਂ ਕਦੀ ਕਦੀ ਬਟ ਮੈਨੂੰ ਬਿਯੋਂਡ ਉਹਨਾਂ ਜੋ ਪ੍ਰੋਡਕਟਸ ਹੈਗੇ ਨੇ ਬਿਯੋਂਡ ਦੈਟ ਮੈਨੂੰ ਉਹਨਾਂ ਦੀ ਸਟੋਰੀ 'ਤੇ ਬਹੁਤ ਰਿਸਪੈਕਟ ਹੈਗਾ ਬਟ ਮੈਂ ਜ਼ਿਆਦਾ ਕੁਝ ਕੀਤਾ ਨਹੀਂ। ਆਈ ਥਿੰਕ ਅਟੈਕ ਕਰਦੀ ਰਹੀ ਸੀ ਬਹੁਤ ਦੇਰ, ਫੋਲੋ ਵੀ ਕਰਦੀ ਰਹੀ ਸੀ ਬਹੁਤ ਦੇਰ ਐਂਡ ਆਈ ਥਿੰਕ ਉਹਨਾਂ ਨੂੰ ਸ਼ਾਇਦ ਲੱਗਿਆ ਹੋਣਾ ਕਿ ਮੇਰਾ ਵੀ ਜੋ ਮੈਂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਲਚਰਲੀ ਥੋੜ੍ਹਾ ਜਿਹਾ ਅਲਾਈਨ ਹੁੰਦਾ ਸੋ ਆਈ ਥਿੰਕ ਮੇਰੇ ਇਸ ਸਾਲ ਦਾ ਬਿਗੇਸਟ ਵਿਨ ਹੈਗਾ ਸੋ ਆਈ ਐਮ ਐਕਸਾਈਟਿਡ ਅਬਾਊਟ ਇਟ। ਅਗਰ ਤੁਹਾਨੂੰ ਹੋਰ ਜੀਨਾਂ ਲੈਣੀਆਂ ਹੋਣ ਤਾਂ ਮੇਰਾ ਕੋਡ ਯੂਜ਼ ਕਰਨਾ ਜ਼ਰੂਰ। ਹਾਂ ਪਾ ਦਾਂਗੇ ਆਪਾਂ ਹਾਂਜੀ ਕੀ ਉਹਦਾ ਦੱਸ ਹੀ ਦਿਓ ਕੋਈ। ਹਾਂਜੀ ਕੋਡ ਤਾਂ ਮੇਰਾ ਨਾਂ ਹੀ ਹੈਗਾ ਬਸ ਹਰਗੁਣ ਹਾਂਜੀ ਠੀਕ, ਜਿਹਨਾਂ ਨੂੰ ਸਪੈਲਿੰਗ ਨਹੀਂ ਆਉਂਦੇ HARGUN
ਤੇ ਉਹਨਾਂ ਦੀ ਵੈਸੇ ਸਟੋਰੀ ਮੈਨੂੰ ਨਹੀਂ ਪਤਾ ਉਹਨਾਂ ਨੇ ਕਿੱਦਾਂ ਸਟਾਰਟ ਕੀਤਾ, ਬਟ ਮੈਨੂੰ ਲੱਗਦਾ ਉਹਨਾਂ ਨੂੰ ਪੋਡਕਾਸਟ 'ਚ ਬੁਲਾਉਣਾ ਪੈਣਾ। ਬੁਲਾਉਣਾ ਤੁਹਾਨੂੰ ਫਲਾਈ ਪਤਾ ਨਹੀਂ ਕਿੱਥੇ ਹੈਗੇ ਨੇ, ਬਟ ਲੱਭ ਲੈਣਾ ਹਾਂਜੀ ਲੱਭ ਲੈਣੇ। ਇੱਕ ਤੁਹਾਡੀ ਵੈਬਸਾਈਟ ਵੀ ਆ GS ਹਾਂਜੀ ਜੀ ਹਾਂ, ਉਹ ਤਾਂ ਜਦ ਮੈਂ ਆਪਣੇ ਕਲਾਇੰਟਸ ਨੂੰ ਟ੍ਰੇਨ ਕਰਦੀ ਸੀ, ਹੁਣ ਥੋੜਾ ਜਿਹਾ ਘਟ ਗਿਆ ਜਸਟ ਬਿਕਾਜ਼ ਉਹ ਲਾਈਫ ਪ੍ਰਾਇੋਰਟੀ ਥੋੜੀ ਸ਼ਿਫਟ ਹੋ ਜਾਂਦੀਆਂ, ਬਟ ਮੈਂ ਤੁਹਾਨੂੰ ਦੱਸ ਰਹੀ ਸੀ 2-3 ਸਾਲ ਮੈਂ ਬਹੁਤ ਸੀਰੀਅਸਲੀ ਕੀਤਾ ਸੀ ਆਨਲਾਈਨ ਟ੍ਰੇਨਿੰਗ। ਔਰ ਮੇਰੀ ਵੈਬਸਾਈਟ GBSB ਸਟੈਂਡਸ ਗੋ ਬੀ ਸਟੇ ਬਿਊਟੀਫੁਲ ਦਾ ਲੋਗੋ ਸੀਗਾ ਬਣਾਇਆ ਆਪਾਂ। ਉਹ ਵੀ ਸੇਮ ਕਨਸੈਪਟ ਕਿ ਆਪਣੀ ਜੋ ਹੈਗੀ ਹੈ ਫੈਮਿਨਿਟੀ ਨਹੀਂ ਲੂਜ਼ ਕਰਨੀ, ਜਿੰਨੀ ਵੀ ਸਟਰੈਂਥ ਗੋਲਸ ਹੈਗੇ ਨੇ ਐਂਡ ਸਟਫ ਲਾਈਕ ਦੋਨੋਂ ਇਕੱਠੇ ਹੋ ਸਕਦੇ ਨੇ, ਹੈ ਨਾ। ਔਰ ਆਈ ਥਿੰਕ ਵੀ ਜਸਟ ਨੀਡ ਥੋੜੀ ਜਿਹੀ ਸਪੇਸ ਫॉर ਕੁੜੀਆਂ ਟੂ ਫੋਕਸ ਔਨ ਸਟਰੈਂਥ ਐਂਡ ਇਨਕਰੇਜਮੈਂਟ ਦੇਣੀ ਚਾਹੀਦੀ ਹੈ ਕੁੜੀਆਂ ਨੂੰ ਕਿ ਹਾਂ ਇਟਸ ਓਕੇ ਕਿ ਤੁਸੀਂ ਆਪਣੇ ਆਪ ਨੂੰ ਸਟਰੋਂਗ ਕਰੋ। ਕਿਉਂਕਿ ਆਈ ਥਿੰਕ ਤੁਹਾਡੀ ਕਮਿਊਨਿਟੀ 'ਚ ਸ਼ਾਇਦ ਥੋੜ੍ਹਾ ਜਿਹਾ ਟੈਂਜਨ 'ਤੇ ਜਾ ਰਹੀ ਹਾਂ, ਬਟ ਸਾਡੀ ਕਮਿਊਨਿਟੀ 'ਚ ਇੰਨੀਆਂ ਸਾਡੀ ਮਾਵਾਂ ਦੇਖੋ, ਆਂਟੀਆਂ, ਸਾਰਿਆਂ ਦੀ ਮੈਂਟਲ ਕੈਪੈਸਿਟੀ ਔਰ ਮੈਂਟਲ ਸਟਰੈਂਥ ਔਰ ਰੈਜ਼ੀਲੀਅੰਸ ਬਹੁਤ ਹੈ। ਉਹ ਤਾਂ ਸਾਨੂੰ ਪਤਾ ਹੈ ਨਾ। ਘਰ ਵੀ ਚਲਾਉਂਦੀ ਹਾਂ, ਕੰਮ ਵੀ ਕਰਦੀ ਹਾਂ, ਬੱਚਿਆਂ ਨੂੰ ਵੀ ਦੇਖਭਾਲ, ਸਭ ਕੁਛ ਆਪਣੇ ਆਪ ਤੋਂ ਪਹਿਲਾਂ। ਔਰ ਮੈਂਟਲ ਸਟਰੈਂਥ ਦੀ ਤੁਸੀਂ ਪੁੱਛੋ ਨਾ, ਉਹ ਤਾਂ ਪਤਾ ਹੈ ਸਾਨੂੰ। ਪਰ ਮੈਨੂੰ ਲੱਗਦਾ ਹੈ ਕਿ ਇਹ ਜੋ ਫਿਜ਼ੀਕਲ ਹੈਗਾ ਇੱਕ ਪਿਲਰ ਹੈ ਨਾ, ਸਪਿਰਿਚੁਅਲ, ਮੈਂਟਲ, ਫਿਜ਼ੀਕਲ, ਐਂਡ ਉਹ ਫਿਜ਼ੀਕਲ ਜੋ ਨਿਗਲੈਕਟ ਹੁੰਦਾ ਹੈ ਬਹੁਤ, ਆਈ ਥਿੰਕ ਉਹ ਪੂਰੀ ਬੰਦੇ 'ਤੇ ਅਸਰ ਪੈਂਦਾ ਹੈ। ਔਰ ਮੈਂ ਜਿੰਨੇ ਸਾਲ ਇਹ ਕਰ ਰਹੀ ਹਾਂ, ਜਿੰਨੀ ਵੀ ਮੈਂ ਆਈ ਮੀਨ ਐਸਥੈਟਿਕਸ ਨੂੰ ਛੱਡੋ ਹੈ ਨਾ, ਔਰ ਜਿਮ ਦੇ ਗੋਲਸ ਨੂੰ ਛੱਡੋ, ਜਿੰਨਾ ਤੁਸੀਂ ਆਪਣੀ ਬਾਡੀ ਨੂੰ ਫਿਜ਼ੀਕਲੀ ਸਟਰੋਂਗ ਬਣਾਉਂਦੇ ਹੋ ਔਰ ਫੀਲ ਕਰਦੇ ਹੋ ਅੰਦਰੋਂ, ਆਈ ਥਿੰਕ ਤੁਹਾਡਾ ਕੌਨਫੀਡੈਂਸ ਬਹੁਤ ਵੱਧਦਾ ਹੈ। ਆਈ ਥਿੰਕ ਤੁਸੀਂ ਆਪਣੇ ਆਪ ਦੀ ਰਿਲੇਸ਼ਨਸ਼ਿਪ ਆਪਣੇ ਆਪ ਨਾਲ ਬੈਟਰ ਕਰਦੇ ਹੋ, ਤੁਸੀਂ ਐਨਰਜੀ ਤੁਹਾਨੂੰ ਮਿਲਦੀ ਹੈ ਲੋਕਾਂ ਨੂੰ ਦੇਣ ਲਈ। ਆਈ ਥਿੰਕ ਤੁਹਾਡੀ ਲਾਈਫ 'ਚ ਓਵਰਆਲ ਥੋੜ੍ਹੀ ਜਿਹੀ ਵੈਲ ਰਾਊਂਡਡ ਹੋ ਜਾਂਦੀ ਹੈ। ਜਿੱਦਾਂ ਆਪਾਂ ਮੈਂਟਲ ਸਟਰੈਂਥ ਕਹਿੰਦੇ ਆ ਨਾ ਕਿ ਨਹੀਂ ਕੋਈ ਨਹੀਂ, ਪੁਸ਼ ਲਾਈਫ ਦੇ ਚੈਲੰਜਸ ਔਰ ਜੋ ਮਰਜੀ, ਮੈਨੂੰ ਲੱਗਦਾ ਹੈ ਕਿ ਉਹ ਸੇਮ ਇਨਕਰੇਜਮੈਂਟ ਮਿਲਣੀ ਚਾਹੀਦੀ ਹੈ ਫਿਜ਼ੀਕਲ ਪਿਲਰ ਦੇ ਵਾਸਤੇ ਵੀ। ਜੀ ਸਪਲੀਮੈਂਟਸ ਬਾਰੇ ਤੁਹਾਡਾ ਕੀ ਖਿਆਲ ਹੈ? ਸਾਡੀਆਂ ਮਾਵਾਂ ਤੁਹਾਨੂੰ ਪਤਾ ਕਈ ਵਾਰੀ ਘਬਰਾ ਜਾਂਦੀਆਂ, ਚਲੋ ਸਾਡੇ ਮੁੰਡਿਆਂ ਦੇ ਚਲੋ ਚੱਲਦਾ ਆ, ਆਪਾਂ ਕੁੜੀਆਂ ਸਪੈਸ਼ਲੀ ਲੈ ਕੇ ਆਏ ਉਹ ਕਰ ਰਹੀ ਹੈ। ਆਈ ਥਿੰਕ ਸਪਲੀਮੈਂਟਸ ਹੈਲਪ ਬਹੁਤ ਹੁੰਦੇ ਨੇ। ਮੈਂ ਵੀ ਕ੍ਰੀਏਟਿਨ ਲੈਂਦੀ ਹਾਂ, ਪ੍ਰੋਟੀਨ ਪਾਊਡਰ ਵੀ ਲੈਂਦੀ ਹਾਂ ਕਦੀ ਕਦੀ। ਔਰ ਮੈਂ ਪ੍ਰੋਟੀਨ ਪਾਊਡਰ ਬਾਰੇ ਇਹ ਕਹਿਣਾ ਚਾਹਾਂਗੀ ਕਿ ਪ੍ਰੋਟੀਨ ਪਾਊਡਰ ਜੋ ਜਿੱਦਾਂ ਬਿਗਿਨਰਸ ਹੈਗੇ ਨੇ, ਜੋ ਸ਼ੁਰੂ ਕਰਨਾ ਚਾਹੁੰਦੇ ਨੇ ਪ੍ਰੋਟੀਨ ਗੋਲਸ ਹਿੱਟ ਕਰਨ 'ਚ ਐਂਡ ਐਵਰੀਥਿੰਗ, ਹੈਲਪਫੁਲ ਤਾਂ ਹੈ ਬਟ ਮੈਨੂੰ ਨਹੀਂ ਲੱਗਦਾ, ਆਈ ਮੀਨ ਪ੍ਰੋਟੀਨ ਪਾਊਡਰ ਐਂਡ ਅਦਰ ਸਪਲੀਮੈਂਟਸ, ਮੈਨੂੰ ਨਹੀਂ ਲੱਗਦਾ ਕਿ ਬਿਗਿਨਰਸ ਨੂੰ ਇਹ ਸਪਲੀਮੈਂਟਸ ਦੇ ਬਾਰੇ 'ਚ ਜ਼ਿਆਦਾ ਸੋਚਣਾ ਚਾਹੀਦਾ, ਕਿਉਂਕਿ ਆਈ ਥਿੰਕ ਸਪਲੀਮੈਂਟਸ ਦੀ ਕਨਵਰਸੇਸ਼ਨ ਬਾਅਦ 'ਚ ਆਉਂਦੀ ਹੈ ਐਜ਼ ਲਾਈਕ ਥੋੜ੍ਹਾ ਜਿਹਾ ਐਡ ਔਨ, ਥੋੜ੍ਹੀ ਜਿਹੀ ਹੋਰ ਹੈਲਪ ਕਰਨ ਲਈ। ਬਟ ਬਹੁਤ ਹੈਬਿਟਸ ਔਰ ਫਾਊਂਡੇਸ਼ਨਸ ਤੁਹਾਡੇ ਐਸਟੈਬਲਿਸ਼ ਹੋਣੇ ਚਾਹੀਦੇ ਨੇ ਆਲਰੇਡੀ ਸਪਲੀਮੈਂਟਸ ਤੋਂ ਪਹਿਲਾਂ, ਕਿਉਂਕਿ ਇਟਸ ਨਾਟ ਲਾਈਕ ਸੈਕਿੰਡ ਦੇ ਜਿਮ 'ਚ ਮੈਂ ਤਾਂ ਇਹ ਸ਼ੁਰੂ ਕਰਨਾ, ਮੈਂ ਕ੍ਰੀਏਟਿਨ ਲੈਣੀ ਸ਼ੁਰੂ ਕਰਨਾ, ਮੈਂ ਇਹ ਕਰਨਾ, ਉਹ ਤਾਂ ਕੁਛ ਕਰੇਗਾ ਨਹੀਂ ਤੁਹਾਡੇ ਲਈ, ਹੈ ਨਾ। ਤੁਹਾਡੀ ਸਲੀਪ, ਤੁਹਾਡਾ ਫੂਡ, ਤੁਹਾਡੀ ਜਿਮ ਹੈਬਿਟਸ, ਤੁਹਾਡਾ ਸਟ੍ਰੈਸ ਲੈਵਲ, ਸਭ ਕੁਛ, ਤੁਸੀਂ ਅਗਰ ਸਭ ਕੁਛ ਆਲਰੇਡੀ ਮਿਹਨਤ ਕਰ ਰਹੇ ਹੋ, ਸਪਲੀਮੈਂਟਸ ਹੈਲਪ ਕਰੇਗੀਆਂ ਹਾਂਜੀ ਥੋੜ੍ਹੀ ਜਿਹੀਆਂ, ਬਟ ਸਪਲੀਮੈਂਟਸ ਤੁਹਾਡੇ ਐਫਰਟ ਨੂੰ ਰਿਪਲੇਸ ਨਹੀਂ ਕਰ ਸਕਦੀਆਂ, ਹੈ ਨਾ। ਔਰ ਸੇਮ ਥਿੰਗ ਪ੍ਰੋਟੀਨ ਪਾਊਡਰ ਬਹੁਤ ਹੈਲਪਫੁਲ ਹੈਗਾ ਜਿੱਦਾਂ ਸਾਰੇ ਔਨ ਦ ਗੋ ਹੈਗੇ ਨੇ, ਬਟ ਅਗਰ ਟਾਈਮ ਹੈਗਾ ਔਰ ਅਗਰ ਟਾਈਮ ਮੈਨੇਜਮੈਂਟ ਔਰ ਪਲੈਨਿੰਗ ਦੇ ਨਾਲ ਤੁਸੀਂ ਥੋੜ੍ਹੀ ਜਿਹੀ ਹਿੰਮਤ ਕਰ ਸਕਦੇ ਹੋ, ਤਾਂ ਮੈਂ ਹਮੇਸ਼ਾ ਕਹਿੰਦੀ ਹਾਂ ਰੀਅਲ ਫੂਡ ਖਾਓ, ਕਿਉਂਕਿ ਪ੍ਰੋਟੀਨ ਪਾਊਡਰਸ ਬਿਜ਼ੀ ਲੋਕਾਂ ਵਾਸਤੇ ਸ਼ਾਇਦ ਗੁੱਡ, ਬਟ ਅਸਲੀ ਫੂਡ ਤਾਂ ਨਹੀਂ ਹੈ ਨਾ। ਔਰ ਓਬਵੀਅਸਲੀ ਔਨ ਦ ਸ਼ੈਲਫ ਡਿਪੈਂਡਿੰਗ ਔਨ ਦ ਬ੍ਰਾਂਡ ਬਹੁਤ ਕੁਛ ਪਾਇਆ ਹੁੰਦਾ ਹੈ ਉਹ 'ਚ, ਔਰ ਕਦੀ ਕਦਾਰ ਲੋਕਾਂ ਨੂੰ ਡਾਈਜੈਸ਼ਨ ਇਸ਼ੂਜ਼ ਹੁੰਦੇ ਨੇ ਐਂਡ ਸਟਫ, ਸੋ ਆਈ ਥਿੰਕ ਕੇਅਰਫੁਲੀ ਯੂਜ਼ ਕਰ ਸਕਦੇ ਹੋ ਅਗਰ ਤੁਹਾਡੀ ਲਾਈਫ ਦੀ ਲੋੜ ਹੈਗੀ ਹੈ, ਕਿਉਂਕਿ ਬਹੁਤ ਬਿਜ਼ੀ ਹੋ ਜਾਂ ਟਰੈਵਲ ਕਰਦੇ ਹੋ ਜਾਂ ਪ੍ਰੋਟੀਨ ਬਾਰਸ ਇੱਧਰ ਉੱਧਰ, ਠੀਕ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਲਾਈਕ ਰੋਜ਼ ਖਾਣੇ ਚਾਹੀਦੇ ਨੇ ਪ੍ਰੋਟੀਨ ਬਾਰਸ। ਅਗਰ ਤੁਹਾਡਾ ਕਿਚਨ ਹੈਗਾ ਘਰ 'ਚ, ਤੁਸੀਂ ਥੋੜ੍ਹੀ ਜਿਹੀ ਟਾਈਮ ਮੈਨੇਜਮੈਂਟ ਨਾਲ ਰੀਅਲ ਸੋਲਿਡ ਫੂਡ ਤਾਂ ਹਾਂ ਰਿਪਲੇਸਮੈਂਟ ਤਾਂ ਕੁਛ ਨਹੀਂ ਹੈਗਾ, ਹੈ ਨਾ। ਚੀਟ ਮੀਲਸ ਤਾਂ ਕਿੱਦਾਂ, ਚੀਟ ਮੀਲਸ ਕਿਹੜੀਆਂ ਫੇਵਰੇਟ ਤੁਹਾਡੀਆਂ? ਮੇਰਾ ਨਾ ਸਵੀਟ ਟੂਥ ਬਹੁਤ ਖਰਾਬ ਹੈਗਾ, ਲਾਈਕ ਬਹੁਤ ਖਰਾਬ ਹੈਗਾ।
ਮੇਰਾ ਹਾਂ ਮੇਰਾ ਆਈ ਥਿੰਕ ਅਗਰ ਮੈਂ ਜਿਮ ਨਹੀਂ ਜਾਂਦੀ ਪਤਾ ਨਹੀਂ ਲਾਈਫ ਤੁਸੀਂ ਵੀ ਗੋਲ ਗੱਪੇ ਟਿੱਕਿਆਂ ਦੀ ਨੇਰੀ ਲਿਆਂਦੇ ਕਿ ਨਹੀਂ? ਗੋਲ ਗੱਪੇ ਟਿੱਕੀਆਂ ਤਾਂ ਅੱਛੇ ਤਾਂ ਲੱਗਦੇ ਨੇ ਬਟ ਅਗਰ ਤੁਸੀਂ ਮੇਰੇ ਸਾਹਮਣੇ ਗੋਲ ਗੱਪੇ ਟਿੱਕੀਆਂ ਰੱਖੋ ਔਰ ਫਿਰ ਉਹਦੇ ਨਾਲ ਰਸਮਲਾਈ ਔਰ ਗੁਲਾਬ ਜਾਮਨ ਰੱਖੋ ਤਾਂ ਮੈਂ ਉਹ ਖਾਵਾਂਗੀ ਪੱਕਾ। ਮੇਰਾ ਹਾਂ ਸਵੀਟ ਟੂਥ ਬਹੁਤ ਖਰਾਬ ਹੈ। ਲਿਆਓ ਯਾਰ ਕੁਕੀਜ਼ ਬਰਾਊਨੀਜ਼ ਆਈਸਕ੍ਰੀਮ ਨਹੀਂ ਬਟ ਜਦ ਮਨ ਕਰਦਾ ਤਾਂ ਹੁਣ ਤਾਂ ਬੈਲੈਂਸ ਥੋੜ੍ਹਾ ਜਿਹਾ ਬਣ ਗਿਆ ਲਾਈਫ 'ਚ। ਪਹਿਲੇ ਤਾਂ ਬਹੁਤ ਸਟ੍ਰੈਸ ਪਾਉਂਦੀ ਸੀ ਮੈਂ ਆਪਣੇ ਆਪ 'ਤੇ ਕਿਉਂਕਿ ਮੈਨੂੰ ਮੈਂਟੈਲਿਟੀ ਲੋਕਾਂ ਨੂੰ ਜੋ ਲੱਗਦੀ ਹੈ ਕਿ ਮੈਂ ਬਿਲਕੁਲ ਨਹੀਂ ਕਰ ਰਹੀ ਜਾਂ ਫਿਰ ਮੈਂ 100% ਕਰ ਰਹੀ ਹਾਂ। ਆਈ ਥਿੰਕ ਉਹ ਬਹੁਤ ਲੋਕ ਉਹ ਮੈਂਟੈਲਿਟੀ 'ਚ ਫਾਲ ਹੁੰਦੇ ਨੇ, ਉਹ ਟਰੈਪ ਹੈਗਾ ਜੋ। ਔਰ ਮੈਂ ਵੀ ਬਹੁਤ ਦੇਰ ਸਟਰਗਲ ਕੀਤਾ, ਹਾਲੇ ਵੀ ਕਰਦੀ ਹਾਂ ਥੋੜ੍ਹਾ ਜਿਹਾ ਕਿ ਮੇਰਾ ਮੀਲ ਪਲਾਨ ਹੈਗਾ, ਜਿਮ ਹੈਗਾ ਔਰ ਮੈਂ ਉਹ ਗਲਤੀ ਨਾਲ ਕੁਝ ਖਾ ਲਿੱਤਾ ਜਾਂ ਫਿਰ ਮੇਰੀ ਕ੍ਰੇਵਿੰਗ ਬਹੁਤ ਜ਼ੋਰ ਦੀ ਹੋ ਰਹੀ ਸੀ, ਮੈਂ ਖਾ ਲਿੱਤਾ। ਮੈਂ ਹਮੇਸ਼ਾ ਫਿਰ ਉਸ ਤੋਂ ਬਾਅਦ ਕਹਿੰਦੀ ਕਿ ਯਾਰ ਮੈਂ ਕਿਉਂ ਖਾਇਆ, ਨਹੀਂ ਖਾਣਾ ਚਾਹੀਦਾ ਸੀ। ਫਿਰ ਮੇਰਾ ਹਸਬੈਂਡ ਵੀ ਕਹਿੰਦਾ ਲਾਈਕ ਹਮੇਸ਼ਾ ਕਿ ਯਾਰ ਅੱਛਾ ਲੱਗਿਆ ਨਾ, ਸਵਾਦ ਤਾਂ ਸੀਗਾ ਨਾ, ਤਾਂ ਇੰਜੋਏ ਕਰ, ਹੁਣ ਖਾ ਲਿਆ ਤਾਂ ਹੁਣ ਕੀ ਆਪਣੇ ਆਪ ਨੂੰ ਇੱਦਾਂ ਕਹਿ ਕੇ ਕੀ ਕरेंगे ਹੈ ਨਾ। ਤਾਂ ਉਹ ਥੋੜ੍ਹਾ ਜਿਹਾ ਆਪਣੇ ਸਿੱਖਣਾ ਚਾਹੀਦਾ ਕਿ ਅਗਰ ਤੁਸੀਂ ਐਫਰਟ ਪਾ ਰਹੇ ਹੋ ਜਿਮ 'ਚ, ਅਗਰ ਤੁਸੀਂ ਮੋਸਟ ਆਫ ਦਾ ਟਾਈਮ ਆਲ ਦਾ ਰਾਈਟ ਥਿੰਗਸ ਕਰ ਰਹੇ ਹੋ ਤਾਂ ਆਈ ਥਿੰਕ ਦੇਰ ਇਜ਼ ਅ ਆਰਟ ਨਾ ਥੋੜ੍ਹਾ ਜਿਹਾ ਕਿ ਜਦ ਤੁਸੀਂ ਇੰਡਲਜ ਕਰਦੇ ਹੋ ਤਾਂ ਖੁੱਲ੍ਹ ਕੇ ਕਰੋ ਕਿਉਂਕਿ ਸਟ੍ਰੈਸ ਕਰਕੇ ਇੰਜੋਇਮੈਂਟ ਨਹੀਂ ਚੱਲੇਗੀ, ਫਿਰ ਉਹ ਬੈਕਫਾਇਰ ਹੈ ਨਾ। ਤਾਂ ਬਾਡੀ ਨੂੰ ਸਟ੍ਰੈਸ ਫੀਲ ਹੁੰਦਾ ਹੈ ਜਦ ਇਹੋ ਜਿਹੀ ਚੀਜ਼ਾਂ ਪਿੱਛੇ ਸਟ੍ਰੈਸ ਹੁੰਦੀਆਂ। ਤਾਂ ਜਦ ਇੰਜੋਏ ਕਰ ਰਹੇ ਹੋ ਤਾਂ ਇੰਜੋਏ ਕਰੋ, ਜਦ ਐਫਰਟ ਪਾ ਰਹੇ ਹੋ ਤਾਂ ਐਫਰਟ ਪਾਓ। ਨਾ ਬੈਲੈਂਸ ਜਿੱਦਾਂ ਕਹਿੰਦੇ ਨੇ ਲੋਕ ਕਿ ਬੈਲੈਂਸ 80-20 ਵਟਐਵਰ ਜ਼ਰੂਰੀ ਹੈਗਾ। ਬਹੁਤ ਈਜ਼ੀ ਕਹਿਣਾ, ਬਹੁਤ ਮੁਸ਼ਕਿਲ ਹੈ ਜੀਣਾ ਬਟ ਇਟਸ ਮੈਂ ਵੀ ਹਾਲੇ ਵੀ ਸਿੱਖ ਰਹੀ ਹਾਂ। ਬਟ ਹਾਂ ਚੀਟ ਮੀਲ ਦਾ ਨਹੀਂ ਹੈ, ਜਦ ਆਪਾਂ ਪਲਾਨਸ ਹੁੰਦੇ ਨੇ ਜਾਂ ਸਾਨੂੰ ਪਤਾ ਹੈ ਇੱਕ ਇਵੈਂਟ ਆ ਰਿਹਾ ਸਮਥਿੰਗ, ਉਹ ਵੀਕ ਪਲਾਨ ਕਰ ਲੈਂਦੇ ਹਾਂ। ਸਾਨੂੰ ਪਤਾ ਹੈ ਕਿ ਆਪਾਂ ਦੇਖੋ ਹੁਣ ਸਾਰੇ ਮੀਲਸ ਖਾਣੇ ਨੇ, ਮੰਡੇ ਟੂ ਫਰਾਈਡੇ ਸੈਟਰਡੇ ਇਵੈਂਟ ਹੈਗਾ, ਉੱਥੇ ਇਹੋ ਜਿਹਾ ਟਾਈਪ ਫੂਡ ਹੋਏਗਾ, ਆਪਾਂ ਇੱਕ ਪਲੇਟ ਖਾ ਲਾਂਗੇ ਪੂਰਾ ਹਫਤਾ ਹੈ ਨਾ। ਕਿ ਹਾਂ ਚਲੋ ਡਿਨਰ ਅਗਰ ਬਾਹਰ ਜਾਣਾ ਤਾਂ ਮਹੀਨੇ 'ਚ 2-3 ਵਾਰੀ ਠੀਕ ਹੈ, ਨਾ 3 ਵਾਰੀ ਹਫਤੇ 'ਚ, ਉਹਦੇ ਨਾਲ ਤਾਂ ਬਿਲਕੁਲ ਨਹੀਂ ਰੱਖ ਸਕਦੇ ਸਟਰਕਚਰਸ। ਤਾਂ ਦਿਮਾਗ 'ਚ ਪਤਾ ਚੱਲਣਾ ਹੋਣਾ ਸ਼ੁਰੂ ਹੋ ਜਾਂਦਾ ਕਿ ਚਲੋ ਬੈਲੈਂਸ ਕਿੱਦਾਂ ਦਿਖਦਾ ਹੈ ਕਿ ਕਿੰਨਾ ਕਰਨਾ ਚਾਹੀਦਾ ਯਾਰ ਜ਼ਿਆਦਾ ਹੋ ਗਿਆ ਯਾਰ। ਮੈਂ ਤੁਹਾਡੀ ਥਾਂ ਆਵਾਂ ਨਾ, ਮੈਂ ਜੇ ਮੰਨ ਲਓ ਅੱਜ ਸ਼ਾਮ ਨੂੰ ਵਿਆਹ ਹੈ, ਹਾਂਜੀ, ਮੈਂ ਆਪਣੇ ਕੰਮ 'ਤੇ ਫੁੱਲ ਉਹ ਕਰਨਾ ਹੈ, ਸਟਾਰਵ ਫਾਸਟਿੰਗ। ਫਾਸਟ। ਇਹ ਬਹੁਤ ਵਧੀਆ ਟੌਪਿਕ ਤੁਸੀਂ ਪਿਕ ਕੀਤਾ ਹੈ, ਬਹੁਤ ਵਧੀਆ ਟੌਪਿਕ ਪਿਕ ਕੀਤਾ। ਇਹ ਨਾ ਐਕਚੁਅਲੀ ਕੋਈ ਲੋਕਾਂ ਵਾਸਤੇ ਡੈਫੀਨਿਟਲੀ ਵਰਕ ਹੁੰਦਾ ਕਿ ਤੁਸੀਂ ਜਿੱਦਾਂ ਮੈਂ ਵੀ ਕਰਦੀ ਸੀ ਬਟ ਮੇਰੇ ਲਈ ਬੈਕਫਾਇਰ ਕੀਤਾ। ਮੈਂ ਸਟੋਰੀ ਦੱਸਦੀ ਹਾਂ ਬਟ ਕੋਈ ਲੋਕਾਂ ਵਾਸਤੇ ਹੁੰਦਾ ਹੈ, ਐਕਸਪੈਰੀਮੈਂਟੇਸ਼ਨ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਕਿ ਚਲੋ ਵਿਆਹ ਹੈਗਾ, ਮੈਂ ਵਿਆਹ 'ਤੇ ਖਾਣਾ ਤਾਂ ਫਿਰ ਮੈਂ ਰੋਜ਼ ਮੈਂ ਦਿਨ 'ਚ ਫਾਸਟ ਕਰਾਂਗੇ ਜਾਂ ਪ੍ਰੋਟੀਨ ਫਾਸਟ ਕਰਾਂਗਾ ਤਾਂ ਮੈਂ ਸਿਰਫ ਪ੍ਰੋਟੀਨ ਖਾਵਾਂਗੀ ਕਿਉਂਕਿ ਵਿਆਹ 'ਤੇ ਜ਼ਿਆਦਾ ਮਿਲਦਾ ਨਹੀਂ। ਤਾਂ ਉਹ ਕੈਲੋਰੀਜ਼ ਬੈਲੈਂਸ ਹੋ ਜਾਂਦੀ ਹੈ। ਪਰ ਉਹ ਦਿਮਾਗ 'ਚ ਮੈਂਟਲ ਡਿਸਪਲਿਨ ਬਹੁਤ ਜ਼ਰੂਰੀ ਹੈਗਾ ਕਿਉਂਕਿ ਜਿੱਦਾਂ ਕਦੀ ਮੇਰੇ ਲਈ ਵਰਕ ਨਹੀਂ ਹੁੰਦਾ ਕਿਉਂਕਿ ਮੇਰੀ ਜਦ ਮੈਂ ਡਾਇਟਿੰਗ ਫੇਜ਼ ਸੀਗੀ ਔਰ ਜਦ ਮੈਂ ਆਪਣੀ ਬਾਡੀ ਨੂੰ ਨਿਊਰਿਸ਼ਡ ਨਹੀਂ ਰੱਖ ਰਹੀ ਸੀ ਔਰ ਇਨਫ ਨਹੀਂ ਖਾ ਰਹੀ ਸੀ ਤਾਂ ਫਿਰ ਜਦ ਮੈਂ ਨਹੀਂ ਖਾਂਦੀ ਪੂਰਾ ਦਿਨ ਤਾਂ ਫਿਰ ਰਾਤੀ ਮੈਂ ਤਾਂ ਪਾਗਲਾਂ ਤਰ੍ਹਾਂ ਖਾਂਦੀ ਹੈ ਨਾ ਕਿਉਂਕਿ ਉਹ ਬੈਕਫਾਇਰ ਹੁੰਦਾ ਜਦ ਤੁਹਾਡਾ ਦਿਮਾਗ ਬੈਲੈਂਸ ਨਹੀਂ ਹੈਗਾ ਔਰ ਫਿਰ ਤੁਸੀਂ ਲਾਈਕ ਕਾਈਂਡ ਆਫ ਆਊਟ ਆਫ ਕੰਟਰੋਲ ਹੋ ਜਾਂਦੇ ਹੋ ਹੈ ਨਾ। ਤਾਂ ਅਗਰ ਤੁਹਾਡਾ ਦਿਮਾਗ ਫੋਕਸ ਤਰੀਕੇ ਨਾਲ ਕਿ ਹਾਂ ਮੈਂ ਕੀਤਾ ਬਟ ਮੈਂ ਇੰਜੋਏ ਆਰਾਮ ਨਾਲ ਕਰਾਂਗਾ ਦੈਟ ਵਰਕਸ। ਬਟ ਲੋਕਾਂ ਨੂੰ ਜਦ ਸਟਰਗਲਿੰਗ ਵਿਦ ਇਟ ਜਿੱਦਾਂ ਆਈ ਡਿਡ, ਮੈਂ 2-3 ਸਾਲ ਲੱਗੇ ਮੈਨੂੰ ਕਿ ਯਾਰ ਆਈ ਵੁੱਡ ਜਸਟ ਓਵਰਡੂ ਇਟ ਲਾਈਕ ਟੂ ਮੱਚ, ਪੂਰਾ ਲਾਈਕ ਬਿੰਜ ਲਾਈਕ ਜ਼ਿਆਦਾ ਵੇ ਟੂ ਮੱਚ ਕਿਉਂਕਿ ਮੈਂ ਪੂਰਾ ਦਿਨ ਆਪਣੀ ਬਾਡੀ ਨੂੰ ਕੁਝ ਮਿਲ ਹੀ ਨਹੀਂ ਰਿਹਾ ਸੀ। ਤਾਂ ਫਿਰ ਮੈਨੂੰ ਲੱਗਿਆ ਕਿ ਚਲੋ ਨਹੀਂ ਇੱਦਾਂ ਥੋੜ੍ਹਾ ਫਿਕਸ ਕਰਨਾ ਚਾਹੀਦਾ। ਤਾਂ ਹੁਣ ਮੈਂ 1-2 ਮੀਲ ਖਾ ਲੈਂਦੀ ਹਾਂ ਲਾਈਟਰ ਬਟ ਬਿਕਾਜ਼ ਮੈਂ ਥੋੜ੍ਹਾ ਜਿਹਾ ਫੁੱਲ ਰਹਿੰਦੀ ਹਾਂ ਮੇਰੀ ਬਾਡੀ ਦੀ ਕ੍ਰੇਵਿੰਗ ਰੈਗੂਲੇਟ ਰਹਿੰਦੀ ਹੈ ਔਰ ਮੇਰੇ ਵਾਸਤੇ ਉਹ ਵਰਕ ਹੁੰਦਾ ਐਂਡ ਇਟ ਜਸਟ ਡਿਪੈਂਡਸ ਨਾ ਕਿ ਤੁਹਾਡਾ ਮੈਂਟਲ ਕਪੈਸਿਟੀ ਕੀ ਹੈ। ਬਟ ਜਸਟ ਸੀ ਐਂਡ ਆਈ ਥਿੰਕ ਔਨ ਪੇਪਰ ਬਹੁਤ ਚੀਜ਼ਾਂ ਲੱਗਦੀਆਂ ਕਿ ਹਾਂ ਔਨ ਪੇਪਰ ਦਿਸ ਮੇਕ ਸੈਂਸ ਬਟ ਜਿੱਦਾਂ ਉਹ ਸਾਈਕੋਲੋਜੀਕਲੀ ਤੁਹਾਡਾ ਬ੍ਰੇਨ ਦੇ ਫੈਕਟਰਸ ਬਹੁਤ ਪਲੇ ਕਰਦੇ ਨੇ ਪਾਰਟ। ਸੋ ਕੋਈ ਇੱਦਾਂ ਦੀ ਫਿਟਨੈਸ ਮਿਥ ਜਿਹੜੀ ਤੁਹਾਨੂੰ ਬਹੁਤ ਅਨੋਏ ਕਰਦੀ ਹੈ? ਸੋ ਮੈਨੀ ਬਟ ਜਿੱਦਾਂ ਤੁਸੀਂ ਬਿਗਿਨਿੰਗ ਸ਼ੁਰੂ ਕੀਤਾ ਸੀਗਾ ਉਹ ਬਲਕੀਨੈਸ ਵਾਲਾ, ਉਹਦੇ ਬਾਰੇ ਉਹ ਤਾਂ ਬਹੁਤ ਟੂ ਮੱਚ ਆ, ਬਹੁਤ ਟੂ ਮੱਚ ਮੈਨੂੰ। ਐਂਡ ਆਈ ਥਿੰਕ ਮੈਨੂੰ ਇੰਨਾ ਅੱਜ ਕੱਲ੍ਹ ਗੁੱਸਾ ਆਉਂਦਾ ਇਸ ਕਰਕੇ ਕਿਉਂਕਿ ਮਸਲ ਬਣਾਉਣਾ ਇੰਨੀ ਮੁਸ਼ਕਿਲ ਚੀਜ਼ ਹੈ ਨਾ, ਲਾਈਕ ਇੰਨੀ ਮੁਸ਼ਕਿਲ ਚੀਜ਼ ਹੈ ਸਪੈਸ਼ਲੀ ਕੁੜੀਆਂ ਲਈ ਕਿਉਂਕਿ ਸਾਡੀ ਬਾਡੀ 'ਚ ਟੈਸਟੋਸਟੇਰੋਨ ਇੰਨਾ ਹੈ ਵੀ ਨਹੀਂ। ਤਾਂ
ਇੰਨੀ ਮੁਸ਼ਕਿਲ ਚੀਜ਼ ਹੈ ਕਿ ਮੈਨੂੰ ਲੱਗਦਾ ਕਿ ਯਾਰ ਤੁਹਾਨੂੰ ਕੀ ਲੱਗਦਾ ਕਿ 2 ਹਫ਼ਤੇ 'ਚ ਤੁਹਾਡੇ ਮਸਲ ਇੰਨੇ ਵੱਡੇ ਬਣ ਜਾਣਗੇ, ਮੇਰੇ ਤਾਂ 6 ਸਾਲ ਲੱਗੇ ਨੇ, ਮੇਰੇ ਤਾਂ ਇੰਨੇ ਛੋਟੇ ਛੋਟੇ ਬਣੇ ਹੋਏ ਨੇ ਲਾਈਕ ਹੈ ਨਾ। ਤਾਂ ਆਈ ਥਿੰਕ ਲੋਕੀ ਨੂੰ ਇਹ ਕਨਫਿਊਜ਼ਨ ਹੈਗੀ ਹੈ ਕਿਉਂਕਿ ਜਿੱਦਾਂ ਮਸਲ ਬਣਾਉਣ 'ਚ ਕੋਈ ਕੁੜੀਆਂ ਜ਼ਿਆਦਾ ਖਾਂਦੀਆਂ ਹੈ ਨਾ, ਤਾਂ ਤੁਹਾਡਾ ਫੈਟ ਵੱਧ ਜਾਂਦਾ ਹੈ ਕਿਉਂਕਿ ਮਸਲ ਬਣਾਉਣ 'ਚ ਤੁਹਾਨੂੰ ਬਹੁਤ ਖਾਣਾ ਪੈਂਦਾ ਹੈ। ਅਗਰ ਤੁਸੀਂ ਲਾਈਕ ਕਬੂਤਰ ਵਾਂਗ ਖਾ ਰਹੇ ਹੋ ਹੈ ਨਾ ਔਰ ਤੁਹਾਨੂੰ ਲੱਗਦਾ ਕਿ ਮਸਲ ਬਣ ਜਾਏਂਗੇ ਤਾਂ ਬਿਲਕੁਲ ਨਹੀਂ ਹੋਏਗਾ। ਉਹਨੂੰ ਕਹਿੰਦੇ ਚੁੰਝ ਮਾਰਨੀ। ਹਾਂਜੀ ਇੱਦਾਂ ਖਾ ਰਹੇ ਹੋ ਤਾਂ ਬਿਲਕੁਲ ਨਹੀਂ। ਤਾਂ I think ਉਹ misconception is important and that's why food is so important। ਤੁਸੀਂ ਜਿਮ ਜਾਓ ਔਰ ਪੂਰਾ ਜੋਰ ਲਾ ਕੇ ਇੱਕ ਸੈਸ਼ਨ ਕਰੋ ਔਰ ਸਮਥਿੰਗ, ਅਗਰ ਤੁਸੀਂ ਖਾ ਹੀ ਨਹੀਂ ਰਹੇ ਰਿਕਵਰੀ ਵਾਸਤੇ ਤੁਹਾਡੀ ਬੋਡੀ ਤਾਂ ਰਿਕਵਰ ਪ੍ਰੋਪਰਲੀ ਹੋਏਗੀ ਨਹੀਂ। ਸ਼ਾਇਦ ਤੁਸੀਂ ਹੋਰ ਮਸਲ ਲੂਜ਼ ਕਰੋਗੇ ਕਿਉਂਕਿ ਤੁਸੀਂ ਅਗਰ ਫੂਡ ਹੈ ਹੀ ਨਹੀਂ ਤੁਹਾਡੇ ਸਿਸਟਮ 'ਚ, ਤੁਹਾਡੀ ਬੋਡੀ ਆਪਣੀ ਮਸਲ ਖਾਣਾ ਸ਼ੁਰੂ ਕਰ ਜਾਏਗੀ ਹੈ ਨਾ। ਤਾਂ ਆਈ ਥਿੰਕ ਲੋਕਾਂ ਨੂੰ ਮਿਸਕਨਸੈਪਸ਼ਨ ਸ਼ਾਇਦ ਹੈਗੀ ਹੈ ਕਿਉਂਕਿ ਲੋਕੀ ਜੋ ਜਾਂਦੇ ਨੇ ਜੋ ਮਸਲ ਬਣਾਉਣ ਦੇ ਗੋਲ ਹੈਗੇ ਨੇ ਜ਼ਿਆਦਾ ਤੋਂ ਜ਼ਿਆਦਾ ਖਾ ਰਹੇ ਨੇ, ਸੋ ਥੋੜ੍ਹਾ ਜਿਹਾ ਫੈਟ ਹੋਏ ਉਹਨਾਂ ਦੀ ਬੋਡੀ 'ਤੇ ਤਾਂ ਮੇ ਬੀ ਉਹਨਾਂ ਨੂੰ ਲੱਗਦਾ ਕਿ ਦੈਟਸ ਦ ਮਸਲ। ਬਟ ਲਾਈਕ ਟਰੂਥ ਇਜ਼ ਕਿ ਜਿਹੜੀ ਵੀ ਕੁੜੀਆਂ ਬਲਕੀ ਦਿਖਦੀਆਂ ਹੁੰਦੀਆਂ ਇੱਦਾਂ ਜਾਂ ਮੈਂ ਜ਼ਿਆਦਾ ਖਾਣਾ ਸ਼ੁਰੂ ਕਰਾਂ ਕਿਉਂਕਿ ਮੈਨੂੰ ਵੀ ਮਸਲ ਬਣਾਉਣੇ ਨੇ, ਮਸਲ ਤਾਂ ਨੀਚੇ ਬਣ ਰਹੇ ਨੇ ਹੈ ਨਾ, ਉਹ ਫੈਟ ਦੀ ਲੇਅਰ ਬਹੁਤ ਵੱਡੀ ਹੈ ਉੱਤੇ ਹੈ ਨਾ। ਔਰ ਜਦ ਤੁਸੀਂ ਆਪਣਾ ਫੈਟ ਘਟਾਓ ਤੁਸੀਂ ਰੀਅਲਾਈਜ਼ ਕਰੋਗੇ ਕਿ ਕਿੰਨਾ ਘੱਟ ਮਸਲ ਤੁਹਾਡੀ ਬੋਡੀ ਹੋਲਡ ਕਰ ਰਹੀ ਹੈ। ਮਸਲ ਇਟ ਡਜ਼ਨਟ ਮੇਕ ਯੂ ਲੁੱਕ ਬਿਗ, ਤੁਹਾਡਾ ਫੈਟ ਇਜ਼ ਮੇਕਿੰਗ ਯੂ ਲੁੱਕ ਬਿਗ ਹੈ ਨਾ। ਔਰ ਮਸਲ ਦੇ ਜਦ ਪੰਪਸ ਹੁੰਦੇ ਨੇ ਜਾਂ ਜਦ ਤੁਸੀਂ ਵੇਟ ਬਹੁਤ ਹੈਵੀ ਲਿਫਟ ਕਰਦੇ ਹੋ ਤੁਹਾਨੂੰ ਫੀਲ ਕਰਦੇ ਨੇ ਕਿ ਇਨਫਲੇਮ ਹੋਏ ਪਏ ਨੇ, ਉਹ ਪਾਣੀ ਜੋ ਬਲੱਡ ਐਂਡ ਐਵਰੀਥਿੰਗ ਜਿਹੜੇ ਮਸਲ 'ਚ ਹੈਗਾ, ਬਟ ਉਹ ਤਾਂ ਉੱਤੇ ਨੀਚੇ ਹੁੰਦਾ ਰਹਿੰਦਾ। ਉਹ ਮਸਲ ਤਾਂ ਇੰਨਾ ਫੈਟ ਦਾ ਲੇਅਰ, ਦਿਸ ਇਜ਼ ਦ ਬਲਕ ਹੈ ਨਾ, ਦ ਬਲਕ ਇਜ਼ ਦ ਫੈਟ। ਸੋ ਆਈ ਥਿੰਕ ਉਹ ਫੈਟ ਲਾਸ ਦੀ ਗੱਲ ਹੋ ਰਹੀ ਹੈ, ਮਸਲ ਦੀ ਗੱਲ ਨਹੀਂ ਹੋ ਰਹੀ। ਔਰ muscle growth ਦਾ I mean benefits they're endless and ਸੱਚੀ like ਮਸਲ ਦੇ ਨਾਲ ਤੁਸੀਂ ਜ਼ਿਆਦਾ ਖਾ ਸਕਦੇ ਹੋ, ਮਸਲ ਦੇ ਨਾਲ ਤੁਹਾਡੀ longevity ਵੱਧਦੀ ਹੈ, ਮਸਲ ਦੇ ਨਾਲ ਤੁਹਾਡੀ ਬੋਨਸ ਵੀ ਸਟਰੋਂਗ ਰਹਿੰਦੇ ਨੇ। I mean longevity ਦੀ ਵੀ ਜਿੱਦਾਂ ਆਂਟੀਆਂ ਦੀ ਗੱਲ ਹੋ ਰਹੀ ਉਹ ਵੀ ਬਥੇਰੇ ਨੇ, ਬਟ ਜਿੱਦਾਂ ਮੇਰੇ ਲਈ ਦੇਖੋ ਹੁਣ ਮੈਂ ਜ਼ਿਆਦਾ ਜਿੰਨਾ ਜ਼ਿਆਦਾ ਮਸਲ ਮੈਂ ਬਿਲਡ ਕਰਾਂਗੀ ਉਨਾ ਜ਼ਿਆਦਾ ਮੈਂ ਆਰਾਮ ਨਾਲ ਖਾ ਸਕਦੀ ਹਾਂ ਕਿਉਂਕਿ ਤੁਹਾਡੀ ਬੋਡੀ ਜਿੰਨੀ ਜ਼ਿਆਦਾ ਮਸਲ ਹੈਗੀ ਹੈ ਤੁਹਾਡੀ ਬੋਡੀ 'ਤੇ ਉਨੀ ਜ਼ਿਆਦਾ ਕੈਲੋਰੀਜ਼ ਤੁਹਾਡੀ ਬੋਡੀ ਮੰਗਦੀ ਹੈ। ਔਰ ਮੈਨੂੰ ਲੱਗਦਾ ਸਾਰਿਆਂ ਦਾ ਗੋਲ ਹੋਣਾ ਚਾਹੀਦਾ ਕਿ ਦੇਖੋ ਮੈਂ ਕਿੰਨਾ ਖਾ ਸਕਦੀ ਹਾਂ ਆਪਣੀ ਲਾਈਫ 'ਚ ਸਸਟੇਨੇਬਲੀ ਕਿ ਮੇਰਾ ਫੈਟ ਨਾ ਵਧੇ ਹੈ ਨਾ। ਔਰ ਮੈਂ ਜਿੰਨੀਆਂ ਕੁੜੀਆਂ ਨਾਲ ਟ੍ਰੇਨ ਕਰਦੀ ਹਾਂ ਮੇਰੀ ਫਰੈਂਡਸ ਤਾਂ 3000 ਕੈਲੋਰੀ ਖਾਂਦੀ ਆ ਦਿਨ 'ਚ ਆਰਾਮ ਨਾਲ ਕਿਉਂਕਿ ਦੇਖੋ ਕਿੰਨੀ ਐਫਰਟ ਲੱਗਦੀ ਕਿਉਂਕਿ ਉਹ ਫੂਡ ਉਹਨਾਂ ਨੇ ਬੋਡੀ ਨੂੰ ਸਿਖਾਇਆ ਹੋਇਆ ਕਿ ਇੰਨਾ ਫੂਡ ਜਿਮ 'ਚ ਜਾ ਰਿਹਾ ਹੈ ਐਫਰਟ ਹੈ ਨਾ, ਇਨਪੁਟ ਹੈਗੀ ਹੈ ਬਟ ਆਊਟਪੁੱਟ ਵੀ ਬਹੁਤ ਹੈਗੀ ਹੈ ਕਿਉਂਕਿ ਦ ਗੋਲ ਇਜ਼ ਨਾਟ ਕਿ ਮੈਂ ਕਿੰਨਾ ਤੁਸੀਂ ਆਪਣੇ ਸਟਾਰਵ ਕਰੋਗੇ, ਪੂਰੀ ਜ਼ਿੰਦਗੀ ਨਹੀਂ ਖਾਓਗੇ ਤੁਸੀਂ ਹੈ ਨਾ। ਇੱਦਾਂ ਤਾਂ ਗੋਲ ਤਾਂ ਡਜ਼ਨਟ ਇਵਨ ਮੇਕ ਸੈਂਸ ਹੈ ਨਾ। ਤਾਂ ਤੁਹਾਡਾ ਗੋਲ ਹੋਣਾ ਚਾਹੀਦਾ ਕਿ ਮੈਂ ਆਪਣੀ ਬੋਡੀ ਨੂੰ ਕਿੱਦਾਂ ਸਿਖਾਵਾਂ, ਮੈਂ ਕਿੱਦਾਂ ਫਿਗਰ ਆਊਟ ਕਰਾਂ ਕਿ ਮੇਰੀ ਇਨਪੁਟ ਲਾਈਕ ਮੇਰੇ ਵਾਸਤੇ ਹੋਣੀ ਚਾਹੀਦੀ ਹੈ ਦੈਟ ਮੇਕ ਸੈਂਸ ਔਰ ਮੇਰੀ ਆਊਟਪੁੱਟ ਦੇ ਨਾਲ ਮੈਚ ਹੋਣੀ ਚਾਹੀਦੀ ਹੈ ਨਾ। ਮੇਰਾ ਤਾਂ ਗੋਲ ਹਮੇਸ਼ਾ ਹੈਗਾ ਹੁਣ ਮੈਟਾਬੋਲਿਜ਼ਮ ਨੂੰ speed up ਕਰੋ, which muscle building does, weightlifting does, metabolism speed up ਕਰੋ ਤਾਂ ਕਿ ਮੈਂ ਖਾ ਪਾਵਾਂ ਆਰਾਮ ਨਾਲ, ਤਾਂ ਕਿ ਮੇਰੀ ਲਾਈਫ ਇੰਜੋਏ ਹੋ ਪਾਏ, ਸਸਟੇਨ ਹੋ ਪਾਏ। ਡਾਈਟਿੰਗ ਤਾਂ ਠੀਕ ਹੈ ਪਰ ਕਿੰਨੀ ਦੇਰ ਕਰੋਗੇ। ਇੱਕ ਆਮ ਬਿਗਨਰ ਕੁੜੀ ਜਿੱਦਾਂ ਆਪਾਂ ਕਹਿ ਸਕਦੇ ਹਾਂ, ਚਲੋ ਤੁਸੀਂ ਤਾਂ ਟਰੈਕ ਕਰਦੇ ਸਾਰਾ ਕੁਝ, ਮੈਕਰੋਸ ਜੋ ਵੀ ਤੁਹਾਡਾ ਹੁੰਦਾ, ਹਾਂਜੀ ਨਹੀਂ ਬਿਲਕੁਲ ਸਹੀ। ਹਾਂਜੀ ਇੱਕ ਆਮ ਕੁੜੀ ਦੀ ਕੀ ਰੁਟੀਨ ਹੋਣੀ ਚਾਹੀਦੀ ਇਫ ਸ਼ੀ ਵਾਂਟਸ ਟੂ ਸਟਾਰਟ ਵਰਕ, ਜੇ ਉਹਨਾਂ ਨੇ ਜਿਮ ਲਾਉਣੀ ਸਟਾਰਟ ਕਰਨੀ ਹੋਵੇ, ਜਿਮ ਦੇ ਵਿੱਚ ਵੇਟਸ ਲਈ ਐਕਸਰਸਾਈਜ਼ ਲਾਉਣ ਜਾਂ ਸਿੱਧਾ ਹੀ ਲਾਈਕ ਕਾਰਡੀਓ ਵਗੈਰਾ, ਜੋ ਕਿਉਂਕਿ ਮੋਸਟਲੀ ਕੀ ਕਰਦੇ ਨੇ ਟ੍ਰੈਡਮਿਲ ਤੇ ਚੜ ਜਾਂਦੇ ਨੇ, ਦੇ ਵੇਸਟ ਲਾਈਕ 20। ਇਹ ਮੇਰਾ ਸੈਕਿੰਡ ਵਰਸਟ ਮਿਥ ਹੈਗਾ, ਸੈਕਿੰਡ ਲੀਸਟ ਫੇਵਰਟ ਮਿਥ ਹੈਗਾ ਕਾਰਡੀਓ ਵਾਲਾ, ਕਿਉਂਕਿ ਬਟ ਕੁਐਸਚਨ ਵੀ ਬਿਗਿਨਰ ਲਈ ਵੀ ਕੈਨ ਬਿਲਡ ਥੋੜਾ ਜਿਹਾ ਸਟਰਕਚਰ, ਬਟ ਕਾਰਡੀਓ ਦਾ ਹੈਗਾ ਮੈਨੂੰ ਲੱਗਦਾ ਹੈ ਕਿ ਇਹ ਟ੍ਰੈਡਮਿਲ ਤੇ ਚੜ੍ਹਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਪਸੀਨਾ ਬਹੁਤ ਆ ਰਿਹਾ ਤਾਂ ਹਿੰਮਤ ਬਹੁਤ ਕਰ ਰਹੇ ਹੋ ਸਕਦਾ ਹੈ ਨਾ, ਪਤਲੇ ਹੋਣਾ। ਹਾਂਜੀ ਪਤਲੇ ਹੋਣਾ। ਔਰ ਮੈਨੂੰ ਲੱਗਦਾ ਕਿ ਅਗਰ ਤੁਹਾਡੇ ਕੋਲ ਇੱਕ ਦਿਨ 'ਚ 30 ਮਿੰਟ ਹੈਗੇ ਨੇ, ਤੁਹਾਡੀ ਵੇਟ ਲਿਫਟਿੰਗ ਸੈਸ਼ਨ ਤੁਹਾਨੂੰ ਜ਼ਿਆਦਾ ਦੇਗੀ ਵਰਸਸ 30 ਮਿੰਟ ਤੁਸੀਂ ਟ੍ਰੈਡਮਿਲ ਤੇ ਵਾਕ ਕਰੋ। ਬਟ ਦ ਪ੍ਰੋਬਲਮ ਇਜ਼
ਕਿ ਲੋਕਾਂ ਨੂੰ ਇਹ ਸਮਝ ਨਹੀਂ ਆਉਂਦਾ, ਕਿਉਂਕਿ ਜਦ ਤੁਸੀਂ ਟ੍ਰੈਡਮਿਲ ਤੇ ਜਾਂ ਕਾਰਡੀਓ ਕਰਦੇ ਹੋ ਤੁਹਾਨੂੰ ਪਸੀਨਾ ਬਹੁਤ ਆਉਂਦਾ, ਤਾਂ ਲੱਗਦਾ ਕਿ ਹਾਂ ਮੈਂ ਬਹੁਤ ਬਹੁਤ ਕੀਤਾ ਅੱਜ, ਹੈ ਨਾ। ਬਟ ਤੁਸੀਂ ਵੇਟ ਟ੍ਰੇਨਿੰਗ ਕਰਦੇ ਹੋ ਤੁਹਾਨੂੰ ਪਸੀਨਾ ਜ਼ਿਆਦਾ ਤਾਂ ਨਹੀਂ ਆਏਗਾ, ਹੈ ਨਾ, ਤੁਸੀਂ ਕਰੋਗੇ, ਬਟ ਤੁਹਾਡੇ ਅੰਦਰੋਂ ਜੋ ਹੋ ਰਿਹਾ, ਤੁਹਾਡੇ ਮਸਲਸ ਨੂੰ ਜੋ ਹੋ ਰਿਹਾ, ਅਗੇਨ ਮਸਲ ਬਿਲਡ ਹੋ ਰਹੇ ਨੇ, ਤੁਹਾਡੇ ਕੈਲਰੀਜ਼ ਵੀ ਬਹੁਤ ਬਰਨ ਹੁੰਦੀਆਂ ਜਦ ਮਸਲ ਬਿਲਡ ਹੁੰਦਾ, ਜਿੰਨਾ ਜ਼ਿਆਦਾ ਹੈਗਾ ਉਨੀ ਜ਼ਿਆਦਾ ਕੈਲਰੀਜ਼। ਹੁਣ ਮੈਂ ਬੈਠੀ ਹੋਈ ਹਾਂ, ਅਗਰ ਮੇਰੇ ਕੋਲ ਇੱਕ ਕੁੜੀ ਬੈਠੀ ਹੋਈ ਹੈ, ਅਗਰ ਮੇਰੇ ਕੋਲ ਉਹ ਤੋਂ ਜ਼ਿਆਦਾ ਮਸਲ ਹੈਗਾ, ਆਪਾਂ ਦੋਨੋਂ ਬੈਠੇ ਹੋਏ ਆ, ਮੇਰੀ ਜ਼ਿਆਦਾ ਕੈਲਰੀਜ਼ ਬਰਨ ਹੋਣੀ ਇੱਥੇ ਗੱਲ ਕਰਨ 'ਚ, ਹੈ ਨਾ। ਤਾਂ ਉਹ ਛੋਟੀ ਛੋਟੀ ਚੀਜ਼ਾਂ, ਲੌਂਗ ਟਰਮ ਚੀਜ਼ਾਂ ਉਹ ਸਮਝਣੀਆਂ ਚਾਹੀਦੀਆਂ, ਕਿਉਂਕਿ ਉਹ ਵਰਕਆਊਟ ਸੈਸ਼ਨ ਦੀ ਵੀ ਕੈਲਰੀਜ਼ ਬਹੁਤ ਬਰਨ ਹੁੰਦੀਆਂ ਮਸਲਸ ਨੂੰ ਇਸਤੇਮਾਲ ਕਰਨ 'ਚ, ਹੈ ਨਾ। ਬਟ ਜਸਟ ਕਸ ਪਸੀਨਾ ਨਹੀਂ ਆ ਰਿਹਾ ਉਹਦਾ ਤਾਂ ਕੋਈ ਮਤਲਬ, ਅੰਦਰੋਂ ਜਿੰਨੀ ਹਿੰਮਤ ਤੁਹਾਡੀ ਬੋਡੀ ਕਰ ਰਹੀ ਹੈ ਉਹ ਕੈਲਰੀਜ਼ ਬਹੁਤ ਬਰਨ ਹੋ ਰਹੀਆਂ, ਔਰ ਪਸੀਨਾ ਦਾ ਐਜ਼ ਅ ਮੈਟ੍ਰਿਕ ਇਜ਼ ਨਾਟ ਇਵਨ ਦ ਰਾਈਟ ਥਿੰਗ। ਬਟ ਸੋ ਤੁਸੀਂ ਕਹਿੰਦੇ ਹੋ ਵੇਟ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਵੇਟ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਮੈਂ ਕੁੜੀਆਂ ਨੂੰ ਜੋ ਸ਼ੁਰੂਆਤ ਕਰਨ ਦੀ ਸੋਚ ਰਹੀ ਹਾਂ, ਮੈਂ ਕਹਾਂਗੀ ਜਦੋਂ ਆਪਾਂ ਗੱਲ ਕਰ ਰਹੇ ਸੀ ਪਹਿਲੇ ਸਸਟੇਨੇਬਿਲਿਟੀ ਦੀ, ਕਿ ਹੌਲੀ ਹੌਲੀ ਸ਼ੁਰੂ ਕਰੋ, ਹੈ ਨਾ। ਲਾਈਕ ਪਲੀਜ਼ ਡਾਇਟਿੰਗ ਦੀ ਲੋੜ ਅਗਰ ਹੈਗੀ ਆ ਜਾਂ ਤੁਸੀਂ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ, ਬਟ ਮੈਨੂੰ ਲੱਗਦਾ ਆਪਣੇ ਆਪ ਨੂੰ ਐਟਲੀਸਟ 1-2 ਮਹੀਨੇ ਦਿਓ ਥੋੜ੍ਹੀ ਜਿਹੀ ਹੈਬਿਟਸ ਬਿਲਡ ਕਰਨ ਲਈ, ਕਿ ਸ਼ਾਇਦ ਤੁਸੀਂ ਆਪਣੇ ਆਪ ਨੂੰ ਕੋ 2-3 ਦਿਨ ਜਾਣਾ ਜਿਮ, 3 ਚੀਜ਼ਾਂ ਕਰ ਸਕਦੇ ਹੋ ਅਗਰ ਬਿਗਿਨਰ, ਪੂਰਾ ਬਿਗਿਨਰ 2-3 ਦਿਨ ਜਾਓ ਜਿਮ, ਪਹਿਲੀ ਚੀਜ਼। ਔਰ ਅਗਰ ਤੁਹਾਨੂੰ ਥੋੜ੍ਹਾ ਜਿਹੀ ਨਰਵਸਨੈਸ ਹੈਗੀ ਹੈ ਵੇਟ ਰੂਮ 'ਚ ਜਾਣ 'ਚ, ਤੁਸੀਂ ਇੱਕ ਏਰੀਆ ਲੱਭ ਲਓ, 2-3 ਡੰਬਲਸ ਆਪਣੇ ਆਪ ਨੂੰ ਲੈ ਕੇ ਇੱਕ ਏਰੀਆ 'ਚ ਰਹੋ, ਤਾਂ ਕਿ ਤੁਹਾਨੂੰ ਅਜੀਬ ਨਾ ਲੱਗੇ ਕਿ ਮੈਨੂੰ ਵਾਕ ਅਰਾਊਂਡ ਕਰਨਾ, ਮੈਨੂੰ ਮਸ਼ੀਨਸ ਨਹੀਂ ਯੂਜ਼ ਕਰਨੀਆਂ ਆਉਂਦੀਆਂ। ਡੰਬਲ ਰੂਟੀਨ ਮੈਨੂੰ ਮੈਸੇਜ ਕਰ ਲਓ ਜਾਂ ਚੈਟ ਨੂੰ ਪੁੱਛ ਲਓ, ਜਾਂ ਜਿੱਦਾਂ ਮਰਜ਼ੀ ਨਾ, ਹੈ ਨਾ। ਲਾਈਕ 2-3-4 ਇੱਕ ਦਿਨ ਅਪਰ ਬੋਡੀ, ਇੱਕ ਦਿਨ ਲੋਅਰ ਬੋਡੀ, ਇੱਦਾਂ ਸਪਲਿਟ, ਥੋੜ੍ਹਾ ਕੀਪ ਇਟ ਸਿੰਪਲ, ਸ਼ੁਰੂ ਹੀ ਕਰਨਾ, ਹੈ ਨਾ। ਯੂ ਡੋਨਟ ਹੈਵ ਟੂ ਪਰਫੈਕਸ਼ਨ ਡੇ 1 ਜ਼ਰੂਰੀ ਬਿਲਕੁਲ ਨਹੀਂ ਹੈ, ਸ਼ੁਰੂ ਕਰੋ। ਦੂਜੀ ਚੀਜ਼ ਆਈ ਵੁੱਡ ਸੇ ਕਿ ਆਪਣਾ ਪ੍ਰੋਟੀਨ ਇਨਟੇਕ ਟਰੈਕ ਕਰਨਾ ਸ਼ੁਰੂ ਕਰੋ, ਹੈ ਨਾ। ਆਈ ਥਿੰਕ 75% ਆਫ ਤੁਹਾਡਾ ਆਪਣਾ ਬੋਡੀ ਵੇਟ ਇਨ ਪਾਊਂਡਸ ਕਾਫੀ ਹੈ, and build up to 1 gram per pound of body weight protein. Like agar kudi 120 pounds di hegi hai, 75% of 120 pounds the protein grams din ch khana chahiye. Agar tusi 120 grams kar sakde ho ek din ch vadiya, but 75% kinna hunda? ਕਿਲੋਆਂ 'ਚ? 75% of 120 kinna hunda? I should know this. Papa would be upset. 90 grams, है ना। ਉਹਨਾਂ ਖਾ ਲਓ ਦਿਨ 'ਚ, ਜੋ ਮਰਜ਼ੀ ਆਪਣਾ ਕੁਛ ਚੇਂਜ ਕਰਨ ਦੀ ਲੋੜ ਨਹੀਂ ਹੈ, ਜਿੱਦਾਂ ਚਲੋ ਜਿੱਦਾਂ ਖਾ ਰਹੇ, ਬਟ ਪ੍ਰੋਟੀਨ ਚੈੱਕ ਕਰਨਾ ਸ਼ੁਰੂ ਕਰੋ ਤਾਂ ਕਿ ਤੁਹਾਨੂੰ ਦਿਖੇ ਕਿ ਤੁਸੀਂ ਕਿੰਨਾ ਘੱਟ ਖਾ ਰਹੇ ਹੋ। ਆਈ ਗਾਰੰਟੀ ਯੂ ਤੁਸੀਂ ਬਹੁਤ ਘੱਟ ਖਾ ਰਹੇ ਹੋ। ਤਾਂ ਸੈਕੰਡ ਥਿੰਗ ਆਈ ਵੁੱਡ ਸੇ ਕਿ ਟਰੈਕ ਪ੍ਰੋਟੀਨ ਐਂਡ ਇਨਕਰੀਜ਼ ਇਟ ਤੁਹਾਡੀ, ਕਿਉਂਕਿ ਜਦ ਪ੍ਰੋਟੀਨ ਉੱਤੇ ਜਾਂਦਾ ਨਾ, ਐਵਰੀਥਿੰਗ ਐਲਸ ਨੀਚੇ ਜਾਂਦਾ, ਕਿਉਂਕਿ ਤੁਸੀਂ ਪ੍ਰੋਟੀਨ ਜਿੱਦਾਂ ਮਰਜ਼ੀ ਖਾਓ, ਤੁਹਾਡੀ ਬੋਡੀ ਇੰਨੀ ਫੁੱਲ ਸੇਸ਼ੀਏਟਡ ਫੀਲ ਕਰਦੀ ਹੈ ਨਾ ਕਿ ਤੁਹਾਨੂੰ ਕੁਝ ਹੋਰ ਖਾਣ ਦਾ ਮਨ ਹੀ ਨਹੀਂ ਕਰਦਾ। ਐਂਡ ਅਗਰ ਤੁਸੀਂ ਉਹ ਨੈਚੁਰਲੀ ਚੇਂਜ ਕਰੋ, ਆਪਣੇ ਆਪ ਹੀ ਹੋ ਜਾਏਗਾ, ਤੁਹਾਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ, ਸ਼ੁਰੂ ਤਾਂ ਕਰੋ। ਸੈਕੰਡ ਚੀਜ਼। ਤੀਜੀ ਚੀਜ਼ ਆਈ ਵੁੱਡ ਸੇ ਕਿ ਆਪਣੇ ਮੀਲਸ ਨੂੰ ਥੋੜ੍ਹਾ ਕੰਸਿਸਟੈਂਟ ਬਣਾਓ। ਜਿਵੇਂ ਬਹੁਤ ਕੁੜੀਆਂ ਮੈਨੂੰ ਆ ਕੇ ਕਹਿੰਦੀਆਂ ਕਿ ਮੈਂ ਤਾਂ ਬ੍ਰੈਕਫਾਸਟ ਸਕਿਪ ਕਰਦੀ ਹਾਂ, ਮੈਂ ਤਾਂ ਬਹੁਤ ਬਿਜ਼ੀ, ਮੈਂ ਤਾਂ ਐ ਨਹੀਂ ਖਾਂਦੀ, ਮੈਂ ਤਾਂ ਇੱਕ ਵਾਰੀ ਖਾਂਦੀ ਹਾਂ ਦਿਨ 'ਚ, ਮੈਂ ਤਾਂ ਇੱਦਾਂ। ਤਾਂ ਮੈਨੂੰ ਲੱਗਦਾ ਕਿ ਤੁਹਾਡੀ ਬੋਡੀ ਨੂੰ ਪਤਾ ਹੀ ਨਹੀਂ ਕਿ ਕਦ ਮਿਲ ਰਿਹਾ ਫੂਡ, ਪਤਾ ਹੀ ਨਹੀਂ, ਤਾਂ ਬੋਡੀ ਤਾਂ ਕਿ ਪ੍ਰੈਪਰੇਸ਼ਨ ਕੁਝ ਕਰ ਹੀ ਨਹੀਂ ਸਕਦੀ ਕਿ ਤੁਸੀਂ ਕੰਸਿਸਟੈਂਟਲੀ। ਮੇਰੇ ਮੀਲਸ 4 ਹੁੰਦੇ ਨੇ ਇੱਕ ਦਿਨ 'ਚ, ਮੈਂ ਕੋਸ਼ਿਸ਼ ਕੀਤੀ ਹੈ, ਮੈਂ 3 ਟਰਾਈ ਕੀਤੇ ਨੇ, ਮੈਂ 5 ਟਰਾਈ ਕੀਤੇ, ਮੇਰੀ ਬੋਡੀ ਲਈ 4 ਕੰਮ ਕਰਦੇ ਨੇ, ਔਰ ਹਰ ਬੋਡੀ ਡਿਫਰੈਂਟ ਹੁੰਦੀ ਹੈ। ਮੇਰੀ ਬੋਡੀ ਲਾਈਕਸ 4 ਮੀਲ ਇੱਕ ਦਿਨ 'ਚ, ਤਾਂ ਮੇਰੀ ਬੋਡੀ ਨੂੰ ਪਤਾ ਹੈ ਕਿ ਇਸ ਟਾਈਮ ਇਹ ਮਿਲ ਰਿਹਾ, ਫਿਰ ਇੱਕ ਲੰਚ ਮਿਲੇਗਾ, ਫਿਰ ਜਿਮ ਤੋਂ ਪਹਿਲਾਂ ਇੱਕ ਸਨੈਕ ਮਿਲੇਗਾ, ਫਿਰ ਉਸ ਤੋਂ ਬਾਅਦ ਇੱਕ ਵਾਰੀ ਹੋਰ ਖਾਵਾਂਗੇ, ਹੈ ਨਾ। ਔਰ ਉਹ ਕੰਸਿਸਟੈਂਸੀ ਤੁਹਾਡੀ ਬੋਡੀ ਔਰ ਤੁਸੀਂ ਇੱਕ ਲਾਈਕ ਫਲੋ 'ਚ ਰਹਿਣਾ ਸ਼ੁਰੂ ਹੁੰਦੇ ਹੈ ਕਿ ਤੁਹਾਡੀ ਬੋਡੀ ਨੂੰ ਪਤਾ ਹੈ ਕਿ ਹਾਂ ਚਲੋ ਮਿਲ ਰਿਹਾ, ਕਿ ਮੈਂ ਆਪਣੀ ਕੋਈ ਫੈਟ ਨੂੰ ਹੋਲਡ ਕਰਨ ਦੀ ਲੋੜ ਨਹੀਂ ਹੈ, ਕੋਈ ਹੰਗਰ ਹਾਰਮੋਨਸ ਨੂੰ ਐਡਜਸਟ ਕਰਨ ਦੀ ਲੋੜ ਨਹੀਂ ਹੈ, ਮੈਨੂੰ ਪਤਾ ਹੈ ਕਿ 3 ਘੰਟੇ ਬਾਅਦ ਮੈਨੂੰ ਮਿਲ ਰਿਹਾ ਖਾਣਾ। ਹੁਣ ਇੱਕ ਕੁੜੀ ਜੋ ਕਹੀ ਕਿ ਮੈਂ ਬ੍ਰੈਕਫਾਸਟ ਸਕਿਪ ਕਰਦੀ ਹਾਂ ਕਦੀ ਤਾਂ ਤੁਹਾਡੀ ਬੋਡੀ ਔਰ ਤੁਸੀਂ ਤਾਂ ਕੋਈ ਰਿਲੇਸ਼ਨਸ਼ਿਪ ਹੈ ਹੀ ਨਹੀਂ, ਤੁਸੀਂ ਸੇਮ ਪੇਜ 'ਤੇ ਜੀ ਨਹੀਂ ਰਹੇ, ਹੈ ਨਾ। ਸੋ ਮੈਨੂੰ ਉਹ ਕੰਸਿਸਟੈਂਸੀ ਆਈ ਥਿੰਕ ਇਜ਼ ਹਿਊਜ। ਸੋ ਜਿੱਦਾਂ ਮਰਜ਼ੀ ਤੁਸੀਂ ਦੇਖੋ ਕਿਤੇ ਤੁਹਾਡੀ ਲਾਈਫ ਸਟਾਈਲ 'ਚ ਫਿੱਟ ਹੁੰਦਾ, 3 ਮੀਲ ਕਰੋ, ਜਿੱਦਾਂ 2 ਮੀਲ, ਡਜ਼ਨਟ ਮੈਟਰ, ਬਟ ਕੰਸਿਸਟੈਂਸੀ ਬਣਾਓ ਥੋੜ੍ਹੀ ਜਿਹੀ ਕਿ ਮੈਂ ਬ੍ਰੈਕਫਾਸਟ ਖਾਣਾ, ਬ੍ਰੈਕਫਾਸਟ ਅੰਡੇ ਖਾਵਾਂਗੀ ਜਾਂ ਜੋ ਮਰਜ਼ੀ। ਆਈ ਨੋ ਲੋਕਾਂ ਨੂੰ ਗੈਟ ਬੋਰਡ ਆਫ ਦ ਮੀਲਸ, ਚਲੋ ਠੀਕ ਹੈ ਫਾਈਨ, ਜੋ ਮਰਜ਼ੀ। ਸਾਡੀਆਂ ਕਈ ਬੀਬੀਆਂ ਪਾਣੀ ਵੀ ਨਹੀਂ ਫੁੱਲ ਪੀਂਦੀਆਂ। ਉਹ ਵੀ ਹੈ, ਉਹ ਤਾਂ ਮੈਂ ਪਾਣੀ ਵੀ ਦੀ ਕੰਸਿਸਟੈਂਸੀ, ਛੋਟੀ ਛੋਟੀ ਚੀਜ਼ਾਂ, ਹੈ ਨਾ, ਛੋਟੀ ਛੋਟੀ ਚੀਜ਼ਾਂ। ਐਂਡ ਇਹ ਛੋਟੀ ਛੋਟੀ ਚੀਜ਼ਾਂ
ਟਾਈਮ ਬਹੁਤ ਲਾਉਂਦੀ ਹੈ, ਹੈਬਿਟ ਬਿਲਡਿੰਗ ਬਹੁਤ ਟਾਈਮ ਲਾਉਂਦੀ ਹੈ, ਤਾਂ ਇਹ ਕਾਫੀ ਹੈ ਆਈ ਥਿੰਕ। ਮੈਨੂੰ ਇਹ ਤਾਂ ਪਤਾ ਕਿ ਮੇਰੀ ਵਾਈਫ ਵੀ ਇੰਨਾ ਪਾਣੀ ਨਹੀਂ ਪੀਂਦੀ। ਹਾਂਜੀ, ਮੈਂ ਪਾਣੀ ਤੇ ਵੀ ਮੈਂ ਵੀ ਐਡਮਿਟ ਕਰਾਂਗੀ, ਮੈਂ ਵੀ ਸਟਰਗਲ ਕਰਦੀ ਹਾਂ ਬਹੁਤ। ਬਟ ਉਹ ਵੀ ਦੇਖੋ 6-7 ਸਾਲ ਹੋ ਗਏ ਨੇ ਹਲੇ ਵੀ, ਇਹ ਤਾਂ ਲਾਈਫ ਸਟਾਈਲ ਹੈਗਾ, ਇਹ ਹੈਬਿਟ ਫਾਰਮਿੰਗ ਐਂਡ ਗੈਟਿੰਗ ਬੈਟਰ, ਇਹ ਤਾਂ ਪੂਰਾ ਲਾਈਫ ਸਟਾਈਲ ਹੈਗਾ। ਮੈਂ ਅੱਜ ਵੀ ਪਾਣੀ ਪਤਾ ਨਹੀਂ ਪੀਤਾ ਹੋਣਾ ਜਾਂ ਨਹੀਂ ਪੀਤਾ ਹੋਣਾ, ਸੋ ਇਟ ਟੇਕਸ ਟਾਈਮ, ਹੈ ਨਾ। ਤਾਂ ਹੀ ਕਰਕੇ ਲੋਕਾਂ ਨੂੰ ਨਹੀਂ, ਲੋਕਾਂ should not, everyone should not be like ਕਿ ਹਾਂ ਮੈਨੂੰ ਲਾਈਕ ਇੱਕ ਹਫਤੇ 'ਚ ਸਭ ਕੁਛ ਲਾਈਕ ਹੋਣਾ ਹੀ ਹੋਣਾ ਹੈ। ਟਾਈਮ ਦਿਓ ਆਪਣੇ ਆਪ ਨੂੰ, ਔਰ ਐਂਡ ਹਿੰਮਤ ਐਂਡ ਐਫਰਟ ਪਾਓ, ਹੈ ਨਾ, ਇੰਸਟੈਡ ਆਫ ਲੁਕਿੰਗ ਫॉर ਸ਼ਾਰਟਕਟਸ। ਤਾਂ ਜਿਮ ਤੋਂ ਇਲਾਵਾ ਹੋਰ ਕੀ ਸ਼ੌਂਕ ਨੇ ਤੁਹਾਡੇ? ਜਿਮ ਦਾ ਸ਼ੌਂਕ ਕਾਫੀ ਸ਼ਾਇਦ ਨਹੀਂ ਜਿਮ ਤੋਂ ਇਲਾਵਾ ਕੀ ਸ਼ੌਂਕ ਨੇ ਮੇਰੇ? ਮੈਂ ਰੀਡਿੰਗ ਸ਼ੁਰੂ ਕੀਤੀ ਹੈ, ਨॉन ਫਿਕਸ਼ਨ ਮਿਸਟਰੀ ਨਾਵਲਸ ਮੈਨੂੰ ਬਹੁਤ ਅੱਛੇ ਲੱਗਦੇ ਨੇ, ਮੈਂ ਰੀਡਿੰਗ ਸ਼ੁਰੂ ਕੀਤੀ ਹੈ। ਜਿਮ ਤੋਂ ਇਲਾਵਾ ਆਈ ਥਿੰਕ ਮੈਂ ਜਿੰਨਾ ਟਾਈਮ ਮਿਲਦਾ ਹੈ ਮੈਂ ਹੁਣ ਆਪਣੇ ਹਸਬੈਂਡ ਨਾਲ ਸਪੈਂਡ ਕਰਦੀ ਹਾਂ, ਬਹੁਤ ਮਜ਼ਾ ਆਉਂਦਾ, ਆਪਾਂ ਟੀਵੀ ਦੇਖਦੇ ਹਾਂ, ਥੋੜ੍ਹਾ ਜਿਹਾ ਪ੍ਰੋਡਕਟਿਵਲੀ ਰਿਲੈਕਸ ਕਰਦੇ ਹਾਂ। ਆਈ ਥਿੰਕ ਬਿਟਵੀਨ ਸਾਡੇ ਦੋਨਾਂ ਦੇ ਆਫਿਸ ਦਾ ਕੰਮ ਔਰ ਫਿਰ ਇਹਨਾਂ ਦਾ ਵੀ ਮਿਊਜ਼ਿਕ ਦਾ ਕੰਮ ਔਰ ਜਿਮ ਦਾ ਕੰਮ, ਜ਼ਿਆਦਾ ਟਾਈਮ ਉਹਦੇ ਵਿੱਚ ਮਿਲਦਾ ਨਹੀਂ ਹੈ। ਸੋ ਆਈ ਥਿੰਕ ਸਾਡੇ ਹੈਬਿਟਸ ਆ ਸਾਈਡ, ਜਿੰਨੀ ਐਨਰਜੀ ਐਕਸਪੈਂਡ ਹੁੰਦੀ ਹੈ ਪੂਰੀ ਰਿਲੈਕਸੇਸ਼ਨ 'ਚ ਜਾਂਦੀ ਹੈ। ਜਦੋਂ ਤੁਹਾਡੀ ਕਰੀ ਫਾਈਟ ਹੁੰਦੀ ਹੈ, ਚਲੋ ਹਸਬੈਂਡ ਵਾਈਫ 'ਚ 100 ਚੀਜ਼ਾਂ ਹੁੰਦੀਆਂ, ਹਾਂਜੀ ਹਾਂਜੀ ਹੁਣ ਤੁਹਾਡੇ ਉਹ ਤੋਂ ਹਸਬੈਂਡ ਹੈ ਵੀ ਰੈਪਰ ਨੇ। ਹਾਂਜੀ ਹਾਂਜੀ, ਸਾਡੀ ਫਾਈਟਸ ਬੈਟਲ ਰੈਪ ਵਾਂਗ ਹੈਗੀ ਹੈ। ਉਹ ਤੋਂ ਤੁਸੀਂ ਬੋਡੀ ਬਿਲਡਰ ਹੋ, ਕੀ ਕੰਬੀਨੇਸ਼ਨ ਦੇਖੋ ਤੁਸੀਂ। ਤੁਸੀਂ ਮਿਲੇ ਕਦੋਂ ਸੀ ਇੱਕ ਦੂਜੇ ਨੂੰ? ਆਪਾਂ ਮਿਲੇ ਸੀ 2019 'ਚ। 6 ਸਾਲ ਹੋ ਗਏ ਨੇ, 6 ਸਾਲ ਹੋ ਗਏ ਨੇ, ਔਰ ਵਿਆਹ ਹੋਇਆ ਮਾਰਚ 2025 'ਚ। ਔਰ ਇੰਸਟਾਗ੍ਰਾਮ ਤੇ ਮਿਲੇ ਸੀ, ਮੈਂ ਉਹਨਾਂ ਨੂੰ ਮੈਸੇਜ ਕੀਤਾ ਸੀ ਮੈਂ, ਬਟ ਉਸ ਟਾਈਮ ਉਹਨਾਂ ਦਾ ਰੈਪਿੰਗ ਕਰੀਅਰ ਸ਼ੁਰੂ ਨਹੀਂ ਹੋਇਆ ਸੀ ਉਸ ਟਾਈਮ, ਤਾਂ ਉਹਨਾਂ ਦਾ ਉਹ ਪੂਰਾ ਪੇਜ ਟਾਈਪ ਜਿਮ ਦਾ ਹੀ ਸੀਗਾ, ਤਾਂ ਸਾਡਾ ਇੱਕ ਆਲਰੇਡੀ ਸੀਗਾ ਓਵਰਲੈਪ ਥੋੜ੍ਹਾ ਜਿਹਾ, ਤਾਂ ਪਹਿਲੀ ਵਾਰੀ ਮਿਲੇ, ਉਸ ਤੋਂ ਬਾਅਦ ਤਾਂ ਲੱਗੇ ਰਹੇ। ਨਹੀਂ ਭਾਈ ਦੀਆਂ ਵੀਡੀਓਜ਼ ਵੇਖਦੇ ਆ, ਪੂਰੇ ਟਫ ਨੇ ਸਟੇਜ, ਤੁਹਾਨੂੰ ਕਦੀ ਡਰ ਨਹੀਂ ਲੱਗਾ ਹੀ? ਹਾਂਜੀ ਨਹੀਂ, ਕਿਉਂਕਿ ਉਸ ਟਾਈਮ ਉਹ ਵੀਡੀਓ ਸੀਗੀਆਂ ਨਹੀਂ ਬਿਲਕੁਲ। ਉਹ ਸੱਚ, ਹਾਂ ਹਾਂਜੀ, ਉਸ ਟਾਈਮ ਤਾਂ ਬਿਲਕੁਲ ਨਹੀਂ ਸੀਗੇ। ਉਸ ਟਾਈਮ ਤਾਂ ਮੈਨੂੰ ਉਹਨਾਂ ਨੇ ਸਮਝਾਉਣਾ ਪਿਆ ਕਿ ਮੈਂ ਕਿਹਾ ਵਾਟ, ਮੈਂ ਕਿ ਉਹ ਮੈਂ ਬੈਟਰ ਰੈਪ ਮੈਂ ਕਰਦਾ, ਮੈਂ ਪਾਪਾ ਨੂੰ ਕਿੱਦਾਂ ਸਮਝਾਵਾਂਗੀ ਵੀ ਕੀ ਮਤਲਬ ਲਾਈਕ। ਸੋ ਹਾਂ ਥੋੜ੍ਹਾ ਟਾਈਮ ਲੱਗਿਆ, ਪਰ ਮੈਨੂੰ ਬਹੁਤ ਮਾਣ ਹੈ ਸਾਡੇ ਇਹ ਵਾਲੇ ਐਸਪੈਕਟ ਆਰ ਰਿਲੇਸ਼ਨਸ਼ਿਪ ਕਿ ਉਹ ਮੈਨੂੰ ਬਹੁਤ ਸਪੋਰਟ ਕਰਦੇ ਨੇ ਕਿ ਹਾਂ ਚਲੋ ਲਾਈਫ ਹੈਗੀ ਹੈ, ਸਟੇਬਿਲਿਟੀ ਹੈਗੀ ਹੈ, ਜੋਬ ਹੈਗਾ, ਵਿਆਹ ਵੀ ਹੋ ਗਿਆ, ਬਟ ਜਿੱਦਾਂ ਮੇਰਾ ਹੁਣ ਕ੍ਰੀਏਟਿਵ ਆਊਟਲੈਟ ਬਣ ਗਿਆ ਜਿਮ ਦਾ ਕਰਨ ਦਾ ਜਾਂ ਜਿਮ ਦੇ ਇਨਕਰੇਜਮੈਂਟ ਕਰਨ ਦਾ, ਜੋ ਵੀ ਕਹਿ ਲਓ, ਮੈਨੂੰ ਬਹੁਤ ਸਪੋਰਟ ਮਿਲਦਾ ਹੈ, ਔਰ ਮੈਂ ਵੀ ਉਹਨਾਂ ਨੂੰ ਇਕੁਅਲੀ ਬਹੁਤ ਸਪੋਰਟ ਕਰਦੀ ਹਾਂ, ਕਿਉਂਕਿ ਆਈ ਥਿੰਕ ਉਹ ਆਪਣੀ ਲਾਈਫ ਦਾ ਪਰਪਸ ਉਹ ਜਾਣਦੇ ਨੇ ਕਿ ਹਾਂ ਮੈਂ ਇੱਕ ਰੈਪਰ ਬਣਨਾ ਹੈ, ਇੱਕ ਸਿੱਖਾਂ ਨੂੰ ਥੋੜ੍ਹਾ ਜਿਹਾ ਇਨਵੋਲਵ ਕਰਨਾ ਹੈ ਵਾਲੀ ਨਵੀਂ ਬੈਟਲ ਰੈਪ ਈਕੋਸਿਸਟਮ ਜਾਂ ਮਿਊਜ਼ਿਕ, ਜਿੱਦਾਂ ਵੀ ਆਪਣਾ ਨਾਮ ਬਣਾਉਣਾ ਹੈ, ਉਹਦੇ ਵੀ ਸਪੋਰਟ ਕਰਨ 'ਚ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ। ਸੋ ਮੈਨੂੰ ਲੱਗਦਾ ਹੈ ਨਾ ਕਿ ਜੋ ਵੀ ਹੌਬੀਜ਼ ਹੈਗੀਆਂ ਤੁਹਾਡੀ ਲਾਈਫ 'ਚ, ਕਿਉਂਕਿ ਤੁਹਾਨੂੰ ਆਊਟਲੈਟ ਚਾਹੀਦਾ ਹੈ। ਆਈ ਥਿੰਕ ਹਰ ਇੱਕ ਬੰਦੇ ਨੂੰ ਥੋੜ੍ਹਾ ਜਿਹਾ ਇੱਕ ਆਊਟਲੈਟ ਹੋਣਾ ਚਾਹੀਦਾ ਜੀ। ਮੈਨੂੰ ਲੱਗਦਾ ਕਿ ਅਗਰ ਹਰ ਇੱਕ ਬੰਦੇ ਕੋਲ ਇੱਕ ਹੌਬੀ ਹੋਏ ਜਾਂ ਜੋ ਵੀ ਕਹਿ ਲਓ, ਹੈ ਨਾ, ਆਈ ਥਿੰਕ ਸਾਰੇ ਆਪਣੇ ਆਪ ਦੀ ਫੁਲਫਿਲਮੈਂਟ 'ਚ ਇੰਨਾ ਬਿਜ਼ੀ ਰਹੇਂਗੇ ਕਿ ਕਿਸੇ ਹੋਰ ਦੇ ਬਾਰੇ ਸੋਚेंगे ਨਹੀਂ। ਐਂਡ ਇੱਦਾਂ ਹੀ ਹੋਣਾ ਚਾਹੀਦਾ, ਤਾਂ ਕਿ ਜਜਮੈਂਟ ਘਟੇ, ਤਾਂ ਕਿ ਸਪੋਰਟ ਵਧੇ, ਤਾਂ ਕਿ ਲੋਕਾਂ ਨੂੰ ਨਾ ਲੱਗੇ ਕਿ ਕਿਸੇ ਹੋਰ ਬਾਰੇ ਜੈਲਸੀ ਜਾਂ ਜੋ ਇਹ ਸਾਰੀ ਫੀਲਿੰਗਸ ਹੁੰਦੀਆਂ ਜਦ ਕੋਈ ਬੰਦਾ ਆਪਣੇ ਬਾਰੇ ਨਹੀਂ ਸੋਚਦਾ। ਐਂਡ ਆਈ ਥਿੰਕ ਆਊਟਲੈਟਸ, ਹੌਬੀਜ਼, ਜੋ ਵੀ ਹੈਗਾ, ਲਾਈਕ ਜੋ ਵੀ ਹੈਗਾ, ਪੋਟਰੀ, ਰੀਡ, ਜਦੋਂ ਵੀ ਹੈਗਾ ਨਾ, ਛੋਟੀ ਚੀਜ਼ ਵੱਡੀ ਚੀਜ਼ ਡਜ਼ਨਟ ਮੈਟਰ, ਬਟ ਉਹ ਜੋ ਸੈਲਫ ਫੋਕਸ ਮਿਲਦਾ, ਆਈ ਥਿੰਕ ਉਹ ਤੁਹਾਡੀ ਪੂਰੀ ਲਾਈਫ ਮੈਂਟੈਲਿਟੀ ਨੂੰ ਹੈਲਪ ਹੁੰਦੀ ਹੈ ਜੀ, ਹੈ ਨਾ। ਜਿਮ ਸਟਾਰਟ ਕਰਨ ਤੋਂ ਪਹਿਲਾਂ ਹਰਗੁਣ ਦਾ ਮਾਈਂਡਸੈਟ ਕਿਵੇਂ ਦਾ ਹੁੰਦਾ ਸੀ? ਬਹੁਤ ਹੱਚ-ਪੱਚ ਸੀਗਾ। I really want to know. ਮੇਰਾ ਤਾਂ ਆਈ ਥਿੰਕ ਅਗਰ ਮੈਂ ਆਪਣੇ ਆਪ ਨੂੰ ਮਿਲਾਂ 10 ਸਾਲ ਪਹਿਲਾਂ, ਪੂਰਾ ਬਿਲਕੁਲ ਨਹੀਂ ਰੈਕਗਨਾਈਜ਼ ਕਰ ਪਾਵਾਂਗੀ। ਮੈਂ ਤਾਂ ਟਿਪੀਕਲ ਲਾਈਕ ਬਾਹਰ ਜਾਂਦੀ ਸੀ, ਜੋ ਮਰਜ਼ੀ ਖਾਣਾ, ਟਿਪੀਕਲ ਆਪਣੀ ਫਲੋ ਆਫ ਲਾਈਫ ਕਿ ਚਲੋ ਹਾਈ ਸਕੂਲ ਖਤਮ ਹੋ ਗਿਆ, ਹੁਣ ਕਾਲਜ ਜਾ ਕੇ ਬਾਹਰ, ਕਾਲਜ ਜਾ ਕੇ ਇੱਧਰ ਖਾਣਾ, ਫਰੈਂਡਸ, ਐਂਡ ਕੋਈ ਇੱਦਾਂ ਗਰਾਊਂਡਡ ਡਿਸਿਪਲਿਨ ਨਹੀਂ ਸੀਗਾ ਮੇਰੀ ਲਾਈਫ 'ਚ।
ਮੈਂ ਤਾਂ ਜੋ ਵੀ ਜਿੱਦਾਂ ਮਰਦੀ ਲੋਕ ਕਰਦੇ ਸੀ ਜਾਂ ਜਿੱਦਾਂ ਮੇਰੇ ਫਰੈਂਡਸ ਕਰਦੇ ਸੀ ਉਹ ਵੀ ਮੈਂ ਕਰਦੀ ਸੀ। ਮੇਰੀ ਆਈਡੈਂਟੀਟੀ ਹਲੇ ਡਿਵੈਲਪ ਨਹੀਂ ਹੋਈ ਸੀ ਔਰ ਮੇਰੇ ਬਹੁਤ ਇਨਸਿਕਿਉਰਿਟੀ ਸੀਗੀ ਆਪਣੀ ਬਾਡੀ ਬਾਰੇ, ਐਸਥੈਟਿਕਲੀ ਬਾਡੀ ਬਾਰੇ, ਹੈ ਨਾ। ਕਿਉਂਕਿ ਸਾਡੇ ਉਸ ਟਾਈਮ ਮੈਂ ਤਾਂ ਛੋਟੀ ਸੀ, ਟੀਨੇਜ ਈਅਰਸ, ਕੌਣ ਸੋਚਦਾ ਕਿ ਮੇਰੀ ਬਾਡੀ ਅੰਦਰੋਂ ਸਟਰੋਂਗ ਬਣਾਉਣੀ ਹੈ, ਕੌਣ ਸੋਚਦਾ ਇਸ ਦਿਨ, ਹੈ ਨਾ। ਲੋਕੀ ਤਾਂ ਸਾਰੇ ਐਸਥੈਟਿਕ ਕਿ ਆਈ ਵਾਂਟ ਟੂ ਲੁੱਕ ਲਾਈਕ ਦਿਸ, ਨਾਟ ਕਿ ਆਈ ਵਾਂਟ ਟੂ ਫੀਲ ਲਾਈਕ ਦਿਸ, ਹੈ ਨਾ। ਜੀ ਸੋ ਹਾਂ ਬਹੁਤ ਬੱਚੀ ਸੀ। ਆਈ ਮੀਨ ਮੈਨੂੰ ਨਹੀਂ ਲੱਗਦਾ ਕਿ ਅਗਰ ਮੇਰੀ 10 ਸਾਲ ਪਹਿਲੇ ਹਰਗੁਣ ਨੂੰ ਮਿਲੇ ਬਿਲਕੁਲ ਪਛਾਣ ਨਹੀਂ ਪਾਵਾਂਗੀ, ਆਈ ਡੋਂਟ ਥਿੰਕ। ਬਟ ਉਹ ਅਗੇਨ ਹੈਬਿਟ ਬਿਲਡਿੰਗ ਦੀ ਗੱਲ ਹੈਗੀ ਹੈ, ਹਮੇਸ਼ਾ ਬਿਲਕੁਲ ਨਹੀਂ ਸੀਗਾ। ਟਾਈਮ ਲੱਗਿਆ ਇਨ ਦਾ ਸੈਂਸ ਕਿ ਇੱਕ ਦਿਨ ਮੈਂ ਇੱਕ ਡਿਸੀਜਨ ਬਣਾਇਆ ਕਿ ਦੇਖੋ ਮੈਨੂੰ ਆਪਣੀ ਲਾਈਫ ਇੱਦਾਂ ਨਹੀਂ ਜੀਣੀ, ਦਿਸ ਇਜ਼ ਨਾਟ ਇਨਫ ਐਂਡ ਇਹ ਕਾਫੀ ਨਹੀਂ ਹੈਗਾ, ਹੈ ਨਾ। ਤਾਂ ਥੋੜ੍ਹਾ ਜਿਹਾ ਚੇਂਜ ਐਂਡ ਆਈ ਐਮ ਲੱਕੀ ਕਿ ਮੈਂ ਆਪਣੀ ਕਮਿਊਨਿਟੀ ਇੱਦਾਂ ਬਣਾਈ ਕਿ ਜਿੰਨੇ ਲੋਕ ਮੇਰੇ ਸਰਾਊਂਡਿੰਗ ਸੀਗੇ ਉਹ ਸਾਰੇ ਸਪੋਰਟਿਵ ਸੀਗੇ, ਉਹ ਬਹੁਤ ਹੈਲਪ ਹੋਈ। ਬਟ ਹਾਂ ਬੱਚੀ ਤਾਂ ਬਹੁਤ ਇੱਧਰ ਉੱਧਰ ਵਿਹਲੇ ਕੰਮ ਵਾਰਾ ਕਰਦੀ ਹੈ ਨਾ। ਹਾਂ ਤੁਹਾਡਾ ਐਲਕੋਹਲ ਤੇ ਕੀ ਕਹਿਣਾ? ਕੁੜੀਆਂ ਬਹੁਤ ਅੱਜ ਕੱਲ ਬਹੁਤ ਐਡਵਾਂਸ ਹੋ ਗਿਆ ਕੰਮ, ਬਹੁਤ ਜ਼ਿਆਦਾ। ਹਾਂ ਥੋੜਾ ਓਵਰ ਕਰੈਕਸ਼ਨ ਹੋ ਗਈ ਥੋੜੀ ਜਿਹੀ। ਮੈਂ ਜੱਜ ਨਹੀਂ ਕਰਦਾ ਕਿਸੇ ਨੂੰ, ਆਪਣਾ ਲਾਈਫ ਹੈ। ਮੈਂ ਪਹਿਲਾਂ ਹੀ ਕਹਤਾ ਕਿਉਂਕਿ ਬਹੁਤ ਸਾਰੇ ਪਹਿਲਾਂ ਹੀ ਨਾ ਚੜ ਕੇ ਆ ਜਾਓ, ਡਿਸਕਲੇਮਰ ਪਾ ਦੋ। ਹਾਂਜੀ ਤੁਹਾਡੇ ਕੀ ਕੋਲ ਆ ਜਿਹੜੀਆਂ ਕੁੜੀਆਂ ਦਾਰੂ ਪੀਂਦੀਆਂ ਨੇ ਉਹਨਾਂ ਚਲੋ ਬੰਦਿਆਂ ਦਾ ਤੁਹਾਨੂੰ ਪਤਾ ਹੀ ਹੈ, ਸਪੈਸ਼ਲੀ ਕੁੜੀਆਂ ਦੇ ਕੀ ਹੈਲਥ ਇਫੈਕਟ ਨੇ ਦਾਰੂ ਦੇ? ਹਾਂਜੀ ਦਾਰੂ ਦਾ ਇਜ਼ ਲਾਈਕ ਆਈ ਥਿੰਕ ਪਹਿਲੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਸੋਸ਼ਲ ਪ੍ਰੈਸ਼ਰ ਜੋ ਹੈਗਾ ਨਾ ਉਹ ਤਾਂ ਕੰਮ ਖਰਾਬ ਕਰਦਾ ਸ਼ੁਰੂ 'ਚ। ਆਈ ਥਿੰਕ ਲੋਕਾਂ ਨੂੰ ਲੱਗਦਾ ਕਿ ਚਲੋ ਦਿਨ ਦਾ ਸਟ੍ਰੈਸ ਇੱਕ ਡਰਿੰਕ ਲੈ ਕੇ ਥੋੜ੍ਹਾ ਜਿਹਾ ਰਿਲੈਕਸ ਹੋ ਜਾਵਾਂਗੇ, ਜਾਂ ਪਾਰਟੀ 'ਤੇ ਲੱਗਦਾ ਕਿ ਹਾਂ ਕਰਨਾ ਚਾਹੀਦਾ ਕਿਉਂਕਿ ਸਾਰੇ ਕਰ ਰਹੇ ਨੇ। ਸੋ ਸੋਸਾਇਟੀ ਦਾ ਪ੍ਰੈਸ਼ਰ ਬਹੁਤ ਹੈਗਾ। ਔਰ ਫਿਰ ਜਿੱਦਾਂ ਐਲਕੋਹਲ ਯੂਜ਼ ਹੁੰਦੀ ਹੈ ਨਾ ਕਿ ਸੋਸ਼ਲ ਸੈਟਿੰਗਸ ਜੋ ਪ੍ਰੈਸ਼ਰ ਪੈਂਦਾ ਹੈ, ਜਾਂ ਫਿਰ ਚਲੋ ਹਫਤਾ ਬਹੁਤ ਸਟ੍ਰੈਸਫੁਲ ਸੀਗਾ, ਆਪਾਂ ਇੱਕ ਗਲਾਸ ਪੀ ਲੈਂਦੇ ਹਾਂ, ਚਲੋ ਕੁਛ ਨਹੀਂ ਹੁੰਦਾ, ਥੋੜ੍ਹਾ ਰੀਸਟ੍ਰੈਸ ਹੋ ਜਾਂਦਾ। ਆਈ ਥਿੰਕ ਉਹ ਸੋਸਾਇਟਲ ਪ੍ਰੈਸ਼ਰ ਤੁਹਾਡਾ ਜਦੋਂ ਮਾਈਂਡਸੈਟ ਸ਼ਿਫਟ ਹੁੰਦਾ ਹੈ, ਆਪਣੇ ਆਪ ਨੂੰ ਜੇ ਤੁਹਾਨੂੰ ਪਛਾਣ ਆਉਂਦੀ ਹੈ ਆਪਣੇ ਬਾਰੇ 'ਚ, ਤਾਂ ਉਹ ਹੌਲੀ ਹੌਲੀ ਤੁਸੀਂ ਪੁੱਲ ਅਵੇ ਕਰ ਸਕਦੇ ਹੋ ਕਿ ਇਹ ਮੈਂ ਲੋਕਾਂ ਲਈ ਕਰ ਰਹੀ ਹਾਂ, ਆਪਣੇ ਲਈ ਕਰ ਰਹੀ ਹਾਂ, ਹੈ ਨਾ। ਕਿਉਂਕਿ ਉਹ ਐਲਕੋਹਲ ਦਾ ਵੀਅਰਡ ਹੈਗਾ ਥੋੜ੍ਹਾ ਜਿਹਾ ਕਿ ਮੈਨੂੰ ਇਹ ਵੀ ਬਿਲਕੁਲ ਸਮਝ ਨਹੀਂ ਆਉਂਦਾ ਕਿ ਲੋਕੀ ਮੈਨੂੰ ਇੰਨੀ ਹੈਰਾਨੀ ਹੁੰਦੀ ਹੈ ਕਿ ਯਾਰ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਉਹ ਯੂ ਆਰ ਸੋ ਬੋਰਿੰਗ, ਤੁਸੀਂ ਨਹੀਂ ਪੀਂਦੇ, ਬਟ ਹਾਊ ਕਮ ਆਪਾਂ ਨਹੀਂ ਕਹਿੰਦੇ ਕਿ ਵਾਓ ਯੂ ਆਰ ਸੋ ਡਿਸਿਪਲਿਨ, ਲੁੱਕ ਐਟ ਯੂ ਆਰ ਈਟਿੰਗ, ਯੂ ਆਰ ਕੰਟਰੋਲਿੰਗ ਯੋਰਸੈਲਫ। ਕਿ ਡਿਸਿਪਲਿਨ ਅਪਲਾਉਡ ਬਿਲਕੁਲ ਨਹੀਂ ਹੁੰਦਾ, ਬਟ ਐਲਕੋਹਲ ਕੰਜ਼ੰਪਸ਼ਨ ਬਹੁਤ ਅਪਲਾਉਡ ਹੁੰਦੀ ਹੈ, ਬਹੁਤ ਟਵਿਸਟਡ ਜਿਹਾ, ਮੈਨੂੰ ਬਿਲਕੁਲ ਸਮਝ ਨਹੀਂ ਆਉਂਦਾ। But aside, I mean, in addition to that, health effects, I mean, agar jo, ਆਪਾਂ gym ਜਾਂਦੇ and everything, alcohol ਦੇ effects ਹੈਗੇ ਨੇ ਕਿ ਤੁਹਾਡੀ metabolism ਤੇ ਥੋੜਾ ਜਿਹਾ ਪੈਂਦਾ ਹੈ hit, ਤੁਹਾਡੀ sleep quality ਨੀਚੇ ਜਾਂਦੀ ਹੈ, ਔਰ sleep ਤਾਂ ਬਹੁਤ important ਹੈ recovery ਲਈ, ਹੈ ਨਾ। But yeah, when it comes to the training aspect, the alcohol effect ਤਾਂ ਹੈਗਾ ਬਹੁਤ। I think the biggest ਹੈਗਾ ਕਿ ਜਦ ਤੁਸੀਂ ਬਾਹਰ ਜਾ ਕੇ ਪੀਂਦੇ ਹੋ ਤਾਂ ਫਿਰ ਤੁਹਾਡੇ sleep ਤੇ ਬਹੁਤ effect ਪੈਂਦਾ ਹੈ, ਤੁਹਾਡੇ ਸਟ੍ਰੈਸ ਲੈਵਲਸ ਤੇ ਕੋਰਟੀਜ਼ੋਲ ਲੈਵਲਸ ਤੇ ਬਹੁਤ ਇਫੈਕਟ ਪੈਂਦਾ ਹੈ, ਤੁਹਾਡੀ ਰਿਕਵਰੀ ਤੇ ਬਹੁਤ ਇਫੈਕਟ ਪੈਂਦਾ ਹੈ। ਬਿਕਾਜ਼ ਤੁਹਾਡੀ ਬਾਡੀ ਇਜ਼ ਸੋ ਬਿਜ਼ੀ ਮੈਟਾਬੋਲਾਈਜ਼ਿੰਗ ਐਲਕੋਹਲ, ਤਾਂ ਫਿਰ ਸਭ ਕੁਛ ਹੋਰ ਕੁਛ ਤਾਂ ਹੋ ਨਹੀਂ ਰਿਹਾ, ਹੈ ਨਾ। ਐਂਡ ਆਈ ਥਿੰਕ ਉਹ ਜੋ ਸਲੀਪ ਤੇ ਇਫੈਕਟ ਪੈਂਦਾ ਹੈ is a big one, ਕਿਉਂਕਿ sleep is so important for recovery and stuff. So ਉਹ ਵਾਲਾ ਲਾਈਫ ਸਟਾਈਲ ਔਰ ਫਿਟਨੈਸ ਵਾਲਾ ਲਾਈਫ ਸਟਾਈਲ ਤਾਂ ਬਹੁਤ ਆਪੋਜ਼ਿਟ ਨੇ। ਐਂਡ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਆਪਣੇ ਫਿਟਨੈਸ ਲਾਈਫ ਸਟਾਈਲ ਨੂੰ ਸੀਰੀਅਸਲੀ ਬਹੁਤ ਲੈ ਸਕਦੇ ਹੋ ਅਗਰ ਤੁਸੀਂ ਐਲਕੋਹਲ ਵੀ ਬਹੁਤ ਕੰਸਿਸਟੈਂਟਲੀ ਕੰਜ਼ਿਊਮ ਕਰ ਰਹੇ ਹੋ। ਐਂਡ ਮੈਂ ਦੇਖਿਆ, ਆਈ ਮੀਨ ਦੇਖੋ ਲੈਵਲਸ ਨੇ ਨਾ, ਡਿਪੈਂਡਸ। ਤੁਸੀਂ ਸਮਟਾਈਮਸ ਇੰਜੋਇਮੈਂਟ ਲਈ ਜਾਂ ਸਮਟਾਈਮਸ ਵਿਆਹ ਹੋ ਰਿਹਾ ਜਾਂ, ਬਟ ਆਈ ਡੋਂਟ ਥਿੰਕ ਕਿ ਫ੍ਰੀਕੁਐਂਟਲੀ ਹੋ ਸਕਦਾ। ਅਗਰ ਕੰਸਿਸਟੈਂਟਲੀ ਪੀਰੀਅਡ ਤਾਂ ਇਹ ਬਹੁਤ ਕਲੈਸ਼ ਹੋਏਗਾ ਤੁਹਾਡੇ ਫਿਟਨੈਸ ਗੋਲਸ ਦੇ ਨਾਲ। ਬਟ ਹਰ ਇੱਕ ਬੰਦਾ ਦਾ ਡਿਫਰੈਂਟ ਹੈਗਾ, ਬਟ ਆਈ ਥਿੰਕ ਫੈਕਟਰ ਬਿਲਕੁਲ ਇੰਪੋਰਟੈਂਟ ਹੈਗਾ ਕੰਸੀਡਰ ਕਰਨ 'ਚ ਅਗਰ ਤੁਸੀਂ ਆਪਣੇ ਫਿਟਨੈਸ ਲਾਈਫ ਸਟਾਈਲ ਨੂੰ ਸੀਰੀਅਸਲੀ ਲੈਣਾ ਚਾਹੁੰਦੇ ਹੋ। ਪ੍ਰੈਗਨੈਂਸੀ ਵੂਮਨ ਤੇ ਮੇਰਾ ਇੱਕ ਸਵਾਲ ਸੀ ਤੁਹਾਨੂੰ। ਹਾਂਜੀ। ਆਪਾਂ ਉਹਨਾਂ ਦੀ ਪਹਿਲਾਂ ਇੱਕ ਰੂਟੀਨ ਮੈਂ ਪੁੱਛ ਲੈਣਾ ਚਾਹੁੰਦਾ। ਮੈਂ ਉੱਦਾਂ ਪੜ੍ਹ ਕੇ ਮੈਂ ਸੁਣਾ ਦਿੰਦਾ। ਪ੍ਰੈਗਨੈਂਟ ਵੂਮਨ ਦੀ ਕੀ ਰੂਟੀਨ ਹੋਣੀ ਚਾਹੀਦੀ ਹੈ ਤਾਂ ਕਿ ਬੇਬੀ ਦੀ ਜਿਹੜੀ ਓਵਰਆਲ ਗਰੋਥ ਆ, ਜਿਹੜੀ ਬ੍ਰੇਨ ਡਿਵੈਲਪਮੈਂਟ, ਮਿਨਰਲਸ, ਵਿਟਾਮਿਨਸ,
ਤੇ ਉਹ ਕੋਈ ਇਦਾਂ ਦੀ ਕੀ ਰੁਟੀਨ ਹੋਣੀ ਚਾਹੀਦੀ ਹੈ ਹਾਂਜੀ, ਵੂਮਨਸ ਨਿਊ ਵੂਮਨਸ ਲਈ? ਹਾਂਜੀ, ਦੈਟਸ ਅ ਗੁੱਡ ਕੁਐਸਚਨ। ਮੈਂ ਤਾਂ ਦੇਖੋ ਮੇਰੇ ਵਾਲੇ ਆਪਣੀ ਲਾਈਫ ਦੀ ਜਰਨੀ ਹਲੇ ਆਈ ਨਹੀਂ ਮੇਰੀ ਲਾਈਫ, ਤਾਂ ਮੈਂ ਜ਼ਿਆਦਾ ਨਹੀਂ ਸੋਚਿਆ ਇਹਦੇ ਬਾਰੇ ਚ। ਆਬਵੀਅਸਲੀ ਜਦ ਹੋਏਗਾ ਆਈ ਥਿੰਕ ਮੇਰੀ ਪੂਰੀ ਐਨਰਜੀ ਜਾਏਗੀ ਉਹਦੀ ਨੌਲੇਜ ਕੰਟੇਨ ਕਰਨ ਚ। ਬਟ ਜਿੱਦਾਂ ਮੈਂ ਹੁਣ ਸੋਚਣਾ ਸ਼ੁਰੂ ਕੀਤਾ ਹੈ ਇਹਦੇ ਬਾਰੇ ਚ, ਮੇਰੇ ਸਾਰੇ ਫਰੈਂਡਸ ਦੇ ਵੀ ਬੱਚੇ ਹੋ ਰਹੇ ਨੇ ਐਂਡ ਐਵਰੀਥਿੰਗ। ਆਈ ਥਿੰਕ ਡਿਊਰਿੰਗ ਪ੍ਰੈਗਨੈਂਸੀ ਤਾਂ ਡਿਪੈਂਡ ਕਰਦਾ ਹੈ ਨਾ, ਹੈ ਨਾ, ਕਿ ਤੁਹਾਡਾ ਹੈਲਥ ਸਟੇਟਸ ਉਸ ਟਾਈਮ ਹੈ ਕੀ ਤੁਹਾਨੂੰ ਡਾਕਟਰ ਨੇ ਕੀ ਕਲੀਅਰ ਕੀਤਾ ਹੈ, ਕਿਹੜੀ ਮੂਵਮੈਂਟ ਲਈ ਕਲੀਅਰ ਕੀਤਾ ਹੈ, ਬਹੁਤ ਚੀਜ਼ਾਂ ਅਫੈਕਟ ਕਰਦੀਆਂ। ਸੋ ਆਈ ਥਿੰਕ ਬਿਕਾਜ਼ ਇੰਨਾ ਸੈਂਸਿਟਿਵ ਟਾਈਮ ਹੈਗਾ ਆਪਣੀ ਲਾਈਫ 'ਚ, ਤੁਹਾਨੂੰ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਕਿੰਨੀ ਮੂਵਮੈਂਟ ਅਲਾਉਡ ਹੈਗੀ ਹੈ, ਔਰ ਜਿੰਨੀ ਵੀ ਮੂਵਮੈਂਟ ਅਲਾਉਡ ਹੈਗੀ ਹੈ ਉਹ ਡੈਫੀਨੇਟਲੀ ਕਰਨੀ ਚਾਹੀਦੀ ਹੈ। ਮੈਂ ਬਹੁਤ ਸੁਣਿਆ ਔਰ ਪੜ੍ਹਿਆ ਕਿ ਜਿੰਨਾ ਐਕਟਿਵ ਆਪਣੇ ਆਪ ਨੂੰ ਰੱਖੋਗੇ ਉਨੀ ਪੇਨ ਡਿਊਰਿੰਗ ਪ੍ਰੈਗਨੈਂਸੀ ਜਾਂ ਬਾਅਦ 'ਚ ਘਟੇਗੀ ਔਰ ਤੁਹਾਡੀ ਰਿਕਵਰੀ ਵੀ ਥੋੜ੍ਹੀ ਬੈਟਰ ਹੋਏਗੀ। ਬਟ ਜਿੱਦਾਂ ਆਪਣੇ ਲਈ ਮੈਨੂੰ ਪਤਾ ਹੈ ਕਿ ਮੈਂ ਆਪਣੀ ਪ੍ਰੀ ਕਨਸੈਪਸ਼ਨ ਹੈਲਥ ਬਹੁਤ ਸੀਰੀਅਸਲੀ ਲਵਾਂਗੀ। ਆਈ ਥਿੰਕ ਜਿੰਨਾ ਐਫਰਟ ਤੁਸੀਂ ਆਪਣੀ ਬਾਡੀ ਨੂੰ ਹੈਲਥੀ ਬਣਾਉਣ 'ਚ ਕਰਦੇ ਹੋ ਪ੍ਰੈਗਨੈਂਸੀ ਤੋਂ ਪਹਿਲਾਂ, ਉਹ ਵੀ ਬਹੁਤ ਅਫੈਕਟ ਕਰਦਾ ਹੈ ਬੱਚੇ ਨੂੰ। ਜਿੱਦਾਂ ਬੱਚੇ ਦੀ ਮੈਟਾਬੋਲਿਕ ਹੈਲਥ, ਬੱਚੇ ਦੀ ਮਸਲ ਮੈਸ, ਜਿੱਦਾਂ ਬੱਚਾ ਰਿਸਪੌਂਸ ਟੂ ਗਲੂਕੋਜ਼, ਜਿੱਦਾਂ ਬੱਚੇ ਦੀ ਇਨਸੂਲਿਨ ਲੈਵਲਸ, ਲਾਈਕ ਐਵਰੀਥਿੰਗ। ਐਂਡ ਆਈ ਥਿੰਕ ਤੁਹਾਡੀ ਜਿੰਨੀ ਹੈਲਥੀ ਹੈਗੀ ਹੈ ਬਾਡੀ ਬਿਫੋਰ ਉਹ ਜਰਨੀ ਸ਼ੁਰੂ ਹੁੰਦੀ ਹੈ, ਤੁਹਾਡੀ ਜਰਨੀ ਇਟਸੈਲਫ, ਤੁਹਾਡੀ ਪੋਸਟ ਪ੍ਰੈਗਨੈਂਸੀ ਪੇਨ, ਤੁਹਾਡੀ ਪੋਸਟਮਾਰਟਮ ਹਾਰਮੋਨਲ ਲੈਵਲਸ, ਐਵਰੀਥਿੰਗ ਆਈ ਥਿੰਕ just regulates thoda better agar todi body is prepared for it, because pregnancy is such a same thing, it's a very mental journey but very physical journey, hai na? तो अगर अपनी बॉडी ਨੂੰ आई मीन लॉजिकली अगर अपनी बॉडी ਨੂੰ स्ट्रॉन्ग बना रहे हो या फोकस कर रहे हो कि हाँ मेरी बॉडी स्ट्रॉन्ग होए, या मेरी बॉडी दी और मेरी अपनी रिलेशनशिप अच्छी होए कि मैं अपनी बॉडी ਨੂੰ ਸਮਝਦੀ ਹਾਂ, ਹੈ ਨਾ? ਔਰ ਜਿਮ ਜਾਂਦੇ ਲੋਕ ਆਪਣੇ ਦੇਖੋ ਕਿੰਨਾ ਆਪਣੇ ਆਪ ਨੂੰ ਪੇਨ ਦੇ ਥਰੂ ਪਾਉਂਦੇ ਨੇ ਜਦ ਆਪਾਂ ਐਕਸਰਸਾਈਜ਼ ਕਰਦੇ ਹਾਂ, ਸੈਟਸ ਕਰਦੇ ਹਾਂ, ਐਵਰੀਥਿੰਗ। ਸਾਡੀ ਬॉडी ਗੈਟਸ ਯੂਜ਼ਡ ਟੂ ਕਿ ਪੇਨ ਨੂੰ ਕੰਟਰੋਲ ਕਿੱਦਾਂ ਕਰਨਾ ਹੈ ਨਾ? ਇਹ ਸਾਰੀ ਚੀਜ਼ਾਂ ਲਾਈਕ 100% translate into this pregnancy journey ਜਿੱਦਾਂ woman has to deal with everything, and ਇਹ ਸਾਰੀ ਛੋਟੀ ਛੋਟੀ ਚੀਜ਼ਾਂ have an effect and directly impact। and I know a few women ਮੇਰੀ ਲਾਈਫ 'ਚ, ਮੇਰੀ ਫਰੈਂਡਸ ਜੋ ਜਿਮ ਬਹੁਤ ਸੀਰੀਅਸਲੀ ਲੈਂਦੀਆਂ ਨੇ। ਇੱਕ ਵੂਮਨ ਨੇ ਮੈਨੂੰ ਕਿਹਾ ਕਿ ਦੇਖੋ ਮੈਂ 15 ਸਾਲ ਹੋ ਗਏ ਨੇ ਮੈਨੂੰ ਜਿਮ ਜਾਣ 'ਚ, ਮੈਨੂੰ ਪਤਾ ਹੈ ਕਿ ਮੇਰੀ ਬੋਡੀ ਕਿੰਨਾ ਪੇਨ ਲੈ ਸਕਦੀ ਹੈ, ਮੈਨੂੰ ਪਤਾ ਹੈ ਕਿ ਮੈਨੂੰ ਮੇਰੀ ਸਬਕੌਂਸ਼ੀਅਸ ਰਿਐਕਸ਼ਨ ਬਣ ਗਈ ਹੈ ਕਿ ਮੇਰੀ ਬੋਡੀ ਪੇਨ ਨੂੰ ਕਿੱਦਾਂ ਰਿਸਪੌਂਡ ਕਰਦੀ ਹੈ, ਔਰ ਮੈਨੂੰ ਪਤਾ ਪੇਨ ਨੂੰ ਕਿੱਦਾਂ ਕੰਟਰੋਲ ਕਰਨਾ ਹੈ। ਕਿਉਂਕਿ ਜਦ ਮੈਂ ਆਪਣੇ ਲੈਗ ਪ੍ਰੈਸ ਮਾਰਦੀ ਹਾਂ, ਸਕੁਆਟ ਮਾਰਦੀ ਹਾਂ, ਬੈਂਚ ਮਾਰਦੀ ਹਾਂ, ਪੇਨ ਤਾਂ ਜਾ ਰਹੇ ਮਸਲਸ ਬਣਾਉਣ 'ਚ ਤਾਂ ਹਿੰਮਤ ਤਾਂ ਲੱਗਦੀ ਹੈ ਨਾ ਜੀ। ਐਂਡ ਉਹ ਜੋ ਵਾਇਰਿੰਗ ਹੁੰਦੀ ਹੈ ਤੁਹਾਡੀ ਬੋਡੀ 'ਚ, ਔਰ ਜਦੋਂ ਉਹ ਤੁਹਾਡੀ ਮਾਈਂਡ ਔਰ ਬੋਡੀ ਦੀ ਕਨੈਕਸ਼ਨ ਇੰਨੀ ਬਣਦੀ ਹੈ ਨਾ, ਉਹ ਤੁਹਾਡੀ ਪ੍ਰੈਗਨੈਂਸੀ ਜਰਨੀ 'ਚ ਤੁਹਾਨੂੰ ਪਤਾ ਹੀ ਨਹੀਂ ਕਿੰਨਾ ਹੈਲਪ ਕਰ ਸਕਦੀ ਹੈ ਕਿ ਆਪਣੇ ਆਪ ਨੂੰ ਕਿੱਦਾਂ ਰੈਗੂਲੇਟ ਕਰ ਸਕਦੇ ਹੋ ਕਿ ਤੁਸੀਂ ਵੀ ਪੈਨਿਕ ਨਾ ਹੋ ਜਦ ਕੁਝ ਹੋਏ ਜਾਂ ਜਦ ਕੁਝ ਫੀਲਿੰਗ ਹੋਏ, ਤੁਹਾਨੂੰ ਪਤਾ ਹੋਏ, ਯੂ ਨੋ। ਆਈ ਥਿੰਕ ਤੁਹਾਡੀ ਪੂਰੀ the whole energy shifts, I think. So ਮੈਨੂੰ ਤਾਂ ਲੱਗਦਾ the correlation is important, and not even during pregnancy ਕਿ I don't think ਕਿ maybe ਸ਼ਾਇਦ misconception ਹੋਏ ਕਿ ਜਦ pregnancy ਸ਼ੁਰੂ ਹੋਏ ਤਦ ਸੋਚਣਾ ਚਾਹੀਦਾ ਹੈ, but I think I mean 2-3 ਸਾਲ ਪਹਿਲੇ ਸੋਚਣਾ ਚਾਹੀਦਾ, ਹੁਣ ਹੀ ਸੋਚਣਾ ਚਾਹੀਦਾ। doesn't matter ਬੱਚੇ ਹੋਏ ਨਾ ਹੋਣ, ਹੈ ਨਾ, but I think the preconception ਉਸ ਤੋਂ ਪਹਿਲਾਂ is equally important। ਕਈ ਵਾਰੀ ਚਲੋ ਆਪਾਂ ਪ੍ਰੈਗਨੈਂਸੀ ਦੀ ਹੁਣ ਪਹਿਲਾਂ ਗੱਲ ਕੀਤੀ, ਆਫਟਰ ਪ੍ਰੈਗਨੈਂਸੀ ਦੀ ਗੱਲ ਕਈ ਵਾਰੀ ਹੁੰਦਾ ਨਾ, ਉਹ ਕੁੜੀਆਂ ਨੂੰ ਆਪਣੀ ਬੋਡੀ ਨਹੀਂ ਚੰਗੀ ਲੱਗਦੀ ਕਿਉਂਕਿ ਕੋਈ ਮੇਬੀ ਲੂਜ਼ ਸਕਿਨ ਆ ਜਾਂਦੀ ਹੈ, ਤੇ ਜੇ ਤੁਹਾਡੀ ਹੈਲਪ ਨਾਲ ਉਹ ਠੀਕ ਹੋ ਸਕਦਾ? ਹਾਂ, I mean I think again I think ਉਹ ਟਾਈਮਿੰਗ ਦਾ ਮਿਸਕਨਸੈਪਸ਼ਨ ਹੈਗੀ ਹੈ ਨਾ, ਕਿ ਇਹ ਜੋ ਹੁਣ ਦੇਖੋ ਆਪਣਾ ਐਗਜ਼ਾਮਪਲ ਲੈ ਲਓ, ਮੇਰਾ ਐਗਜ਼ਾਮਪਲ ਲੈ ਲਓ, ਲਾਈਕ ਹੁਣ ਜੀ ਜੋ ਹੋਏਗਾ, ਅਗਰ ਹੋਏਗਾ ਮੇਰੀ ਲਾਈਫ 'ਚ, ਮੈਂ ਤਾਂ ਸ਼ੁਰੂ ਕਰਾਂਗੀ, ਮੈਂ ਤਾਂ ਆਲਰੇਡੀ ਸ਼ੁਰੂ ਕਰ ਚੁੱਕੀ, 6 ਸਾਲ ਪਹਿਲੇ ਸ਼ੁਰੂ ਕੀਤਾ ਮੈਂ, ਹੈ ਨਾ। ਮੈਂ ਪੋਸਟ ਪ੍ਰੈਗਨੈਂਸੀ ਦੀ ਬੋਡੀ ਫਿਕਸਿੰਗ ਜਾਂ ਜੋ ਵੀ ਕਹਿ ਲਓ, ਜਾਂ ਐਡਜਸਟਮੈਂਟ, ਜੋ ਗੈਟਿੰਗ ਬੈਕ ਟੂ ਦ ਓਰੀਜਨਲ ਸ਼ੇਪ ਕਹਿ ਦਿਓ, ਉਹ ਪ੍ਰੈਗਨੈਂਸੀ ਤੋਂ ਬਾਅਦ ਨਹੀਂ ਸ਼ੁਰੂ ਹੁੰਦਾ, ਹੈ ਨਾ। ਹੁਣ ਬੋਡੀ ਯੂਜ਼ ਟੂ ਹੋ ਗਈ ਹੈ
ਲਾਈਕ ਬੋਡੀ ਐਡਜਸਟਮੈਂਟਸ ਦੀ ਹੁਣ ਜਿੰਨਾ weight training ਕਰਦੇ ਹੋ ਐਂਡ ਸਟਫ ਤੁਹਾਡੀ ਬੋਡੀ ਦੀ ਮਸਲ ਮੈਮਰੀ ਵੀ ਇੱਕ ਚੀਜ਼ ਹੁੰਦੀ ਹੈ ਹੁਣ ਜਿੰਨੀ ਹਿੰਮਤ ਮੈਂ ਹੁਣ ਕਰ ਰਹੀ ਹਾਂ ਜਾਂ ਕਰਦੀ ਰਵਾਂਗੀ ਪ੍ਰੈਗਨੈਂਸੀ ਤੋਂ ਪਹਿਲਾਂ ਉਹ ਐਡ ਅਪ ਹੋਏਗੀ ਤਾਂ ਕਿ ਪ੍ਰੈਗਨੈਂਸੀ ਤੋਂ ਬਾਅਦ ਉਹ ਮਸਲ ਮੈਮਰੀ ਔਰ ਮੇਰੀ ਬੋਡੀ should bounce back quicker ਜੀ ਕਿਉਂਕਿ ਸਾਲ ਤੋਂ ਸਾਲ ਬਾਅਦ ਮੇਰੀ body is used to all of this stuff the body will adjust back ਕਿਉਂਕਿ ਪ੍ਰੈਗਨੈਂਸੀ ਤਾਂ ਕਿ 9 ਮਹੀਨੇ ਦੀ ਹੁੰਦੀ ਹੈ ਕਿ body ਤਾਂ ਬਾਉਂਸ ਬੈਕ ਕਰੇਗੀ ਕਿ ਉਹ ਹੈਬਿਟਸ ਉਸ ਤੋਂ ਪਹਿਲਾਂ ਕੀ ਸੀ ਉਹ ਤਾਂ bringing it back will be a little easier ਹੈ ਨਾ ਸੋ ਹੁਣ again I think ਅਗਰ it depends on the timing of ਜੋ ਵੀ ਸੁਣ ਰਿਹਾ ਬਟ ਅਗਰ ਪ੍ਰੈਗਨੈਂਸੀ ਦੇ ਬਾਰੇ 'ਚ ਇੱਦਾਂ ਸੋਚ ਰਹੇ ਹੋ ਇਟਸ ਨਾਟ ਕਿ ਪ੍ਰੈਗਨੈਂਸੀ ਤੋਂ ਬਾਅਦ ਫਿਕਰ ਕਰਨਾ ਸ਼ੁਰੂ ਕਰਨਾ ਚਾਹੀਦਾ ਜਾਂ ਫਿਰ ਪ੍ਰੈਗਨੈਂਸੀ ਤੋਂ ਬਾਅਦ ਸੋਚਣਾ ਚਾਹੀਦਾ ਹੈ ਇਹੋ ਜਿਹੀ ਚੀਜ਼ਾਂ ਜਿੰਨੀ ਵੀ ਆਪਣੀ ਬੋਡੀ ਨੂੰ ਹੁਣੀ ਟ੍ਰੇਨ ਕਰ ਸਕਦੇ ਹੋ ਉਨਾ ਈਜ਼ੀ ਰਹੇਗਾ ਐਂਡ ਆਈ ਨੋ ਕਿ ਪ੍ਰੈਗਨੈਂਸੀ ਤੋਂ ਬਾਅਦ ਇਟਸ ਨਾਟ ਕਿ ਬੋਡੀ ਦਾ ਅਗੇਨ ਡਾਇਟ ਅਗੇਨ ਡਾਕਟਰ ਡਿਸਕਲੇਮਰ ਅਸਾਈਡ ਐਕਸਰਸਾਈਜ਼ ਜਿੱਦਾਂ ਵੀ ਤੁਸੀਂ ਨਿਊਟ੍ਰੀਸ਼ਨ ਕਰਦੇ ਹੋ ਜ਼ਿਆਦਾ ਚੇਂਜ ਹੁੰਦਾ ਨਹੀਂ ਵੈਸੇ ਤੋਂ ਬਾਅਦ ਮੁਸ਼ਕਿਲ ਹੁੰਦਾ ਹੈ ਬਟ ਮੁਸ਼ਕਿਲ ਆਲਸੋ ਹੁੰਦਾ ਹੈ ਕਿਉਂਕਿ ਹੁਣ ਤਾਂ ਬੱਚਾ ਤੁਹਾਡੀ ਲਾਈਫ 'ਚ ਤਾਂ ਸਲੀਪ ਵੀ ਘੱਟ ਮਿਲ ਰਹੀ ਹੈ ਔਰ ਹਾਰਮੋਨਸ ਵੀ ਬਹੁਤ ਡਿਸਟਰਬਡ ਹੋਏ ਪਏ ਨੇ ਔਰ ਤੁਹਾਡੀ ਲਾਈਫ ਪ੍ਰਾਇੋਰਟੀਜ਼ ਵੀ ਚੇਂਜ ਹੁੰਦੀਆਂ ਨਾ ਉਹ ਵਾਲੀ ਫੈਕਟਰਸ ਆਪਾਂ ਸੋਚਦੇ ਹੀ ਨਹੀਂ ਆ ਇਟਸ ਨਾਟ ਕਿ ਪੋਸਟ ਪ੍ਰੈਗਨੈਂਸੀ ਬੋਡੀ ਇਜ਼ ਹਾਰਡ ਬਿਕਾਜ਼ ਇਟਸ ਅ ਪੋਸਟ ਪ੍ਰੈਗਨੈਂਸੀ ਬੋਡੀ ਹੈ ਨਾ ਇਟਸ ਨਾਟ ਜਸਟ ਦੈਟ ਹੁਣ ਪੂਰੀ ਲਾਈਫ ਚੇਂਜ ਹੋ ਗਈ ਹੈ ਹੁਣ ਤੁਹਾਨੂੰ ਇਹ ਫਿਟਨੈਸ ਵਾਲਾ ਪੀਸ ਉਹ ਵਾਲੀ ਲਾਈਫ 'ਚ ਇੰਸਰਟ ਕਰਨਾ ਜੀ ਸੋ ਆਈ ਥਿੰਕ ਉਹ ਸਾਰੇ ਫੈਕਟਰਸ ਨੂੰ ਵੀ ਥੋੜ੍ਹਾ ਜਿਹੇ ਆਪਣੇ ਆਪ ਨੂੰ ਰੀਅਲਿਸਟਿਕ ਹੋਣਾ ਚਾਹੀਦਾ ਕਿ ਦੇਖੋ ਮੇਰੀ ਪੂਰੀ ਲਾਈਫ ਚੇਂਜ ਹੋ ਗਈ ਹੈ ਬਟ ਇਟ ਡਜ਼ ਨਾਟ ਮੀਨ ਕਿ this is not impossible it's a bit difficult just because ਸਾਡੇ psychological status ਕੀ ਹੈਗਾ everything's different ਤੁਹਾਡੀ ਪੂਰੀ everything's different but it's not I don't think ਕਿ ਸਾਰਿਆਂ ਨੂੰ ਰਿਪੀਟ ਕਰਨੀ ਚਾਹੀਦੀ ਹੈ ਗੱਲ ਆਪਣੇ ਆਪ ਨੂੰ ਕਿ ਉਹ ਮੇਰਾ ਤਾਂ ਬੱਚਾ ਹੋ ਗਿਆ ਹੁਣ ਤਾਂ ਬਹੁਤ ਮੁਸ਼ਕਿਲ ਹੈ ਹੁਣ ਤਾਂ ਰਹਿਣ ਦੋ ਹੁਣ ਤਾਂ ਕਿੱਥੇ ਹੋਣਾ I don't think that's the thing same thing it's the same thing before same thing after foundational ਇੱਕ ਹੋਰ ਚੀਜ਼ ਹੈ ਪੋਸਟਮਾਰਟਮ ਬਲੂਜ਼ ਹਾਂਜੀ ਜਾਂ ਚਾਈਲਡ ਬਰਥ ਬਾਰੇ ਹਾਂਜੀ ਤੇ ਡਿਪਰੈਸ਼ਨ ਵੀ ਹੁੰਦਾ ਹੈ ਨਾ ਆਫਟਰ ਬੇਬੀ ਹੋ ਜਾਂਦਾ ਕੋਈ ਗੱਲ ਨਹੀਂ ਕਰਦਾ ਇਹਦੇ ਬਾਰੇ ਹਾਂਜੀ ਤੇ ਇਹ ਆਪਾਂ ਨਵੀਆਂ ਮਾਵਾਂ ਲਈ ਆਪਾਂ ਕਿੱਦਾਂ ਫਰਮ ਤੁਹਾਡੇ ਨਜ਼ਰੀਏ ਦੇ ਵਿੱਚ ਆਪਾਂ ਇਮੋਸ਼ਨਲ ਸਪੋਰਟ ਕਿੱਦਾਂ ਕਰ ਸਕਦੇ ਹਾਂ ਉਹਨਾਂ ਨੂੰ ਕੀ ਸਲਾਹ ਤੁਸੀਂ ਦੇਣਾ ਚਾਹੋਗੇ ਚਲੋ ਮੈਨੂੰ ਪਤਾ ਤੁਸੀਂ ਉੱਥੇ ਤੱਕ ਹਜੇ ਨਹੀਂ ਪਹੁੰਚੇ ਬਟ ਕੋਈ ਕਲਾਇੰਟ ਹੋਣਾ ਕੋਈ ਤੁਹਾਡੇ ਕੋਲ ਜਾਂ ਕੋਈ ਵੀ ਸਟੋਰੀ ਜਾਂ ਤੁਹਾਡੇ ਫਰੈਂਡਸ ਕੋਈ ਵੀ ਤੁਸੀਂ ਕੋਈ ਸਲਾਹ ਦੇਣਾ ਚਾਹੋਗੇ ਕਿਉਂਕਿ ਇਹ ਚੀਜ਼ ਬਹੁਤ ਹੈਗੀ ਹੈ ਐਂਡ ਜਿੱਦਾਂ ਤੁਸੀਂ ਕਿਹਾ ਆਈ ਥਿੰਕ ਇਹ ਵਾਲੀ ਚੀਜ਼ਾਂ ਜੋ ਲਾਈਫ ਨੂੰ ਇੰਨਾ ਇੰਪੈਕਟ ਕਰਦੀਆਂ ਕੋਈ ਗੱਲ ਨਹੀਂ ਕਰਦਾ ਇਹਦੇ ਬਾਰੇ ਹੈ ਨਾ ਤਾਂ ਉਹ ਆਈ ਥਿੰਕ ਪਹਿਲਾ ਸਟੈਪ ਹੈਗਾ ਕਿ ਗੱਲ ਕਰਨਾ ਸ਼ੁਰੂ ਕਰੋ ਤਾਂ ਕਿ ਲੱਗੇ ਓਕੇ ਕਿ ਹਾਂ ਸਾਰਿਆਂ ਨੂੰ ਹੁੰਦਾ ਹੈ ਇਸ ਨਾਟ ਕਿ ਮੇਰੇ 'ਚ ਕੋਈ ਪ੍ਰੋਬਲਮ ਹੈਗੀ ਹੈ ਜਾਂ ਸਮਥਿੰਗ ਹੈ ਨਾ ਤਾਂ ਆਈ ਥਿੰਕ ਉਹ ਕੰਫਰਟੇਬਿਲਿਟੀ ਬਣਾਉਣੀ ਚਾਹੀਦੀ ਹੈ ਕਮਿਊਨਿਟੀ 'ਚ ਜਾਂ ਘਰ 'ਚ ਔਰ ਮੈਨੂੰ ਵੀ ਸੱਚੀ ਦੱਸਾਂ ਮੈਨੂੰ ਬਹੁਤ ਡਰ ਲੱਗਦਾ ਹੈ ਸਟੋਰੀਜ਼ ਸੁਣਦੇ ਹੋ ਐਂਡ ਐਵਰੀਥਿੰਗ ਐਂਡ ਵਾਲੇ ਡੇ ਐਂਡ ਏਜ ਵੂਮਨ ਦੀ ਲਾਈਫ ਸਟਾਈਲਸ ਇੰਨੀ ਬਦਲ ਗਈਆਂ ਐਂਡ ਸਾਰੇ ਕੰਮ ਕਰਦੇ ਨੇ ਘਰ ਤਾਂ ਕੋਈ ਬੈਠਿਆ ਨਹੀਂ ਹੋਇਆ ਤਾਂ ਬਹੁਤ ਲੱਗਦਾ ਕਿ ਵਾਓ ਮੇਰੀ ਲਾਈਫ ਚੇਂਜ ਹੋਏਗੀ ਜਾਂ ਜਿੰਨਾ ਕਰਨਾ ਹੈ ਆਪਣੀ ਲਾਈਫ 'ਚ ਹੁਣੀ ਕਰ ਲਓ ਕਿਉਂਕਿ ਬੱਚੇ ਤੋਂ ਬਾਅਦ ਤਾਂ ਬਿਲਕੁਲ ਨਹੀਂ ਹੋਣਾ ਹੈ ਨਾ ਐਂਡ ਆਈ ਥਿੰਕ ਉਹ ਮੈਂਟੈਲਿਟੀ ਸ਼ਿਫਟ ਥੋੜ੍ਹੀ ਜਿਹੀ ਮੈਂ ਆਪਣੇ ਆਪ 'ਚ ਵੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਉਹ ਸੈਂਸ ਆਫ ਸੈਲਫ ਉਹ ਲੂਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਆਈ ਥਿੰਕ ਉਹ ਹਾਰਮੋਨਲ ਇੰਬੈਲੈਂਸਿਸ ਵੀ ਕੈਮੀਕਲੀ ਜੋ ਹੁੰਦਾ ਬਹੁਤ ਹੁੰਦਾ ਹੈ ਐਂਡ ਹਰ ਵੂਮਨ ਦੀ ਜਰਨੀ ਬਹੁਤ ਫਰਕ ਹੁੰਦੀ ਹੈ ਬਟ ਜਿੰਨਾ ਆਪਣੇ ਆਪ ਦੀ ਸੈਂਸ ਆਫ ਸੈਲਫ ਨੂੰ ਥੋੜ੍ਹਾ ਜਿਹਾ ਪਕੜ ਕੇ ਰੱਖ ਸਕਦੇ ਹੋ ਆਈ ਥਿੰਕ ਉਹ ਹੈਲਪ ਹੁੰਦੀ ਹੈ ਔਰ ਐਂਡ ਜਿੱਦਾਂ ਆਪਾਂ ਕਹਿ ਰਹੇ ਸੀ ਪਹਿਲਾਂ ਆਈ ਥਿੰਕ ਇਨ ਦਿਸ ਮੋਮੈਂਟ ਇੱਕ ਵੂਮਨ ਦੀ ਲਾਈਫ 'ਚ ਜਿੱਦਾਂ weight training ਜਾਂ ਜਿਮ ਦਾ ਸਹਾਰਾ ਹੋਣਾ ਚਾਹੀਦਾ ਹੈ ਕਿ ਇਹ ਮੈਨੂੰ ਕੀ ਫੀਲ ਕਰਾ ਰਿਹਾ ਨਾਟ ਕਿ ਇਹ ਚਾਹੀਦਾ ਮੈਨੂੰ ਇਹ ਟੂ ਲੁੱਕ ਲਾਈਕ ਦਿਸ ਫਿਟਨੈਸ ਜਾਂ ਵੈਲਨੈਸ ਦਾ ਸਹਾਰਾ ਇਟਸ ਲਾਈਕ ਅ ਸੈਲਫ ਲਵ ਦਾ ਫੋਰਮ ਹੁੰਦਾ ਹੈ ਨਾ ਐਂਡ ਆਈ ਥਿੰਕ ਇਹ ਵਾਲੇ ਟਾਈਮ 'ਚ ਜਿੰਨਾ ਟਾਈਮ ਕੱਢ ਸਕਦੇ ਹੋ ਆਪਣੇ ਵਾਸਤੇ
ਔਰ ਈਵਨ ਘਰ 15 ਮਿੰਟ 20 ਮਿੰਟ ਵਾਕ ਕਰਨਾ ਔਰ ਸਮਥਿੰਗ ਜੋ ਵੀ ਆਪਣੇ ਵਾਸਤੇ, ਕਿਉਂਕਿ ਨਵੀਂ ਮਾਵਾਂ ਦਾ ਤਾਂ ਹੁੰਦਾ ਨਾ ਕਿ ਬੱਚੇ ਦੀ ਜੀ। ਦੇਖਭਾਲ ਕਰਨਾ ਔਰ ਆਪਣੀ એનર્ਜੀ ਦਾ ਆਪਣੇ ਆਪ ਤੇ ਬਿਲਕੁਲ ਨਹੀਂ ਲਾ ਸਕਦੇ ਜਿੱਦਾਂ ਲੋਕੀ ਕਹਿੰਦੇ ਨੇ, ਬਟ ਆਈ ਥਿੰਕ ਉਹ ਸੈਲਫ ਲਵ ਔਰ ਸੈਲਫ ਆਈਡੈਂਟੀਟੀ ਦਾ ਇੱਕ ਟੁਕੜਾ ਰੱਖਣਾ ਐਂਡ ਸੇਇੰਗ ਕਿ ਹਾਂ ਨਹੀਂ ਆਮ ਗੋਨਾ ਟੇਕ 15 ਮਿੰਟ ਜਾਂ ਘੰਟਾ ਜਾਂ ਜਿੰਨਾ ਵੀ ਟਾਈਮ ਤੁਹਾਡੀ ਲਾਈਫ ਅਲਾਉ ਕਰਦੀ ਹੈ ਕਿ ਮੈਂ ਆਪਣੇ ਵਾਸਤੇ ਕਰ ਰਹੀ ਹਾਂ ਐਂਡ ਮੈਂ ਜਿਮ ਜਾ ਰਹੀ ਹਾਂ ਆਪਣੇ ਵਾਸਤੇ ਕਿਉਂਕਿ ਮੈਨੂੰ ਫੀਲ ਬੈਟਰ ਕਰਨਾ ਹੈ, ਕਿਉਂਕਿ ਉਹ ਜਿਮ ਦਾ ਇਮੋਸ਼ਨਲ ਇੰਪੈਕਟ ਵੀ ਬਹੁਤ ਵਧੀਆ ਹੁੰਦਾ ਹੈ ਔਰ ਮੈਂ ਕਰ ਰਹੀ ਹਾਂ ਫੀਲ ਬੈਟਰ ਕਰਨ ਲਈ ਅੰਦਰੋਂ, ਨਾਟ ਕਿ ਮੈਨੂੰ ਜਿਮ ਜਾਣਾ ਕਿਉਂਕਿ ਆਈ ਹੈਵ ਟੂ ਲੂਜ਼ ਵੇਟ ਅਗੇਨ, ਉਹ ਸਟ੍ਰੈਸ ਨਹੀਂ ਪਾਣਾ ਹੈ ਨਾ, ਇਟਸ ਨਾਟ ਅਬਾਊਟ ਦੈਟ, ਜੀ ਇਟਸ ਅਬਾਊਟ ਕਿ ਮੈਂ ਆਪਣੇ ਆਪ ਨੂੰ ਆਪਣੀ ਬਾਡੀ ਦਾ ਕਨੈਕਸ਼ਨ ਕਿੱਦਾਂ ਰੀਬਿਲਡ ਕਰ ਸਕਦੀ ਹਾਂ ਆਪਣੇ ਲਈ ਅੰਦਰੋਂ, ਆਈ ਥਿੰਕ ਇਟ ਹੈਲਪਸ। ਮੈਂ ਇੱਕ ਹੋਰ ਕੁਐਸਚਨ ਲਿਖਿਆ ਸੀਗਾ, ਹਾਂਜੀ ਇਹ ਵੀ ਮੈਂ ਪੜ੍ਹ ਕੇ ਬੋਲਣਾ ਚਾਹੂੰਗਾ ਕਿਉਂਕਿ ਕਈ ਵਾਰੀ ਗਲਤ ਨਾ ਜੇ। ਹਾਂਜੀ ਹਾਂਜੀ ਸੋ ਇੰਡੀਆ ਦੇ ਵਿੱਚ ਆਪਾਂ ਬਹੁਤ ਸਾਰੀ ਔਰਤਾਂ ਜਾਂ ਕੁੜੀਆਂ ਕਹਿ ਲਓ ਹਨਾ ਹਾਂਜੀ ਨੂੰ ਹਾਰਮੋਨਲ ਹੈਲਥ ਹਾਂਜੀ ਨਾਲ ਰਿਲੇਟਡ ਪ੍ਰੋਬਲਮਸ ਹੁੰਦੇ ਨੇ, ਹਾਂਜੀ ਜਿਵੇਂ ਕਿ PCOS ਹਾਂਜੀ PCOD ਆਈ ਥਿੰਕ ਮੋਸਟਲੀ ਸੇਮ ਹੀ ਹੋਣਾ, ਹਾਂਜੀ ਪੀਰੀਅਡਸ ਦੀ ਗੱਲ ਗੜਬੜ, ਹਾਂਜੀ ਤੁਹਾਡੇ ਪੁਆਇੰਟ ਆਫ ਵਿਊ ਤੋਂ ਕੋਈ ਖਾਸ ਫੂਡ ਸੁਪਰ ਫੂਡ ਕਹਿ ਲਓ ਹਨਾ ਹਾਂਜੀ ਜੋ ਹਾਰਮੋਨਲ ਬੈਲੈਂਸ ਤੇ ਵੂਮਨਸ ਹੈਲਥ ਨੂੰ ਸਪੋਰਟ ਕਰ ਸਕਦੇ ਨੇ? ਹਾਂਜੀ ਆਈ ਥਿੰਕ ਉਹ PCOS ਤਾਂ ਬਹੁਤ ਕਾਮਨ ਹੈਗਾ ਸਾਡੇ ਜੈਨੇਟਿਕਸ 'ਚ ਵੀ ਹੈ ਜੀ। ਨਾ, ਔਰ ਇੰਪੈਕਟ ਹੁੰਦਾ ਹੈ ਔਰ ਸਿੰਪਟਮ ਵੀ ਹੈ, ਲਾਈਕ weight gain ਵੀ ਸਿੰਪਟਮ ਹੈਗਾ, ਇਨਸੂਲਿਨ ਦੀ ਪ੍ਰੋਬਲਮ ਵੀ ਹੈਗੀ ਹੈ ਐਂਡ ਸਾਰਾ ਇਟਸ ਟਾਈਡ ਇਨ ਹਾਰਮੋਨਸ ਆਰ ਸੱਚ ਅ ਟ੍ਰਿਕੀ ਸਬਜੈਕਟ ਹੈ ਨਾ, ਬਟ ਮੈਨੂੰ ਲੱਗਦਾ ਕਿ ਹਾਂ ਆਈ ਥਿੰਕ ਮੇਰੇ ਵੀ ਕਲਾਇੰਟਸ ਬਹੁਤ ਆਏ ਨੇ ਮੇਰੇ ਕੋਲ ਕਿ ਹਾਂ ਲਿਖੋ ਮੇਰੇ ਕੋਲ PCOS ਹੈ, ਮੇਰੇ ਤੋਂ weight lose is impossible ਹੈ ਨਾ, ਔਰ ਉਹ ਨੈਰੇਟਿਵ ਬਣ ਗਿਆ ਕਿ ਅਗਰ ਮੇਰੇ ਕੋਲ ਹੈਗਾ ਤਾਂ ਫਿਰ ਮੈਂ ਇਹ ਨਹੀਂ ਕਰ ਸਕਦੀ, ਰਾਈਟ? Is that true? No. But I think pata nahi, doctors' conversations, yeah, whatever people have heard. I think this is a ਲੋਕੀ ਸੋਚਦੇ ਨੇ, ਕਈ ਲੋਕੀ ਸੋਚਦੇ ਨੇ ਕਿ ਇਹ ਜੀ। ਬਹੁਤ ਵੱਡਾ ਰੋਡ ਬਲਾਕ ਬਣ ਗਿਆ, ਹੁਣ ਮੇਰੇ ਤੋਂ ਬਹੁਤ ਮੁਸ਼ਕਿਲ ਨਾਲ ਹੋਣਾ। ਮੈਨੂੰ ਲੱਗਦਾ ਕਿ ਹਾਂ ਵੈਲਨੈਸ ਇਜ਼ ਅ ਫਿਟਨੈਸ ਲਾਈਫਸਟਾਈਲ ਜਿਮ ਐਂਡ ਐਵਰੀਥਿੰਗ ਜਿੱਦਾਂ ਆਪਾਂ ਵੇਟਿੰਗ ਦੁਆਰਾ ਗੱਲ ਕਰ ਰਹੇ ਹਾਂ is a regulator for hormonal imbalances like this. PCOS does specifically like for example agar tusi apni diet 'ਚ carbs ਘਟਾਓ specifically because you have this hormonal situation, carbs ਘਟਾਉਣ ਨਾਲ ਤੁਹਾਡੀ insulin control 'ਚ ਆਉਂਦੀ ਹੈ ਜ਼ਿਆਦਾ, ਜੀ। which will help you lose weight. ਜਾਂ ਫਿਰ ਮੈਡੀਕੇਸ਼ਨਸ ਵੀ ਹੈਗੀਆਂ and then you just work around the medications. ਮੈਨੂੰ ਨਹੀਂ ਲੱਗਦਾ ਕਿ I think a lot of ਲੋਕੀ ਨੂੰ ਲੱਗਦਾ ਕਿ ਚਲੋ ਮੇਰੇ ਕੋਲ ਇਹ ਹੈਗਾ ਹੁਣ and that's it. But ਠੀਕ ਹੈ ਹੁਣ ਹੈਗਾ ਹੈ, ਹੁਣ ਕਿਹੜੀ ਦਵਾਈ ਲੈ ਰਹੇ ਹੋ ਔਰ ਦਵਾਈ ਕੀ ਕਰ ਰਹੀ ਹੈ, ਕਿਉਂਕਿ ਸਮਟਾਈਮਸ ਦਵਾਈ ਤਾਂ ਉਹ ਸਿੰਪਟਮਸ ਰੈਗੂਲੇਟ ਕਰ ਲੈਂਦੀ ਹੈ, ਫਿਰ you can just train pretty regularly and eat pretty regularly. ਜੀ। ਨਹੀਂ ਲੈ ਰਹੇ ਤਾਂ ਫਿਰ I think first step would be like thinking about ਕਿ ਚਲੋ ਥੋੜਾ ਜਿਹਾ ਆਪਣਾ ਕਾਰਬ ਇਨਟੇਕ ਡਿਕਰੀਜ਼ ਕਰੋ ਤਾਂ ਕਿ ਤੁਹਾਡਾ ਗਲੂਕੋਜ਼ ਨੀਚੇ ਜਾਏ, ਤਾਂ ਕਿ ਤੁਹਾਡਾ ਇਨਸੂਲਿਨ ਥੋੜਾ ਜਿਹਾ ਕੰਟਰੋਲ ਜਾਏ, ਤੁਹਾਡੀ ਬਾਡੀ ਵਿਲ ਰਿਸਪੌਂਡ ਬੈਟਰ ਟੂ ਟ੍ਰੇਨਿੰਗ ਐਂਡ ਫੂਡ ਐਂਡ ਸਟਫ। ਸੋ ਛੋਟੀ ਚੀਜ਼ਾਂ ਨਾ ਆਈ ਥਿੰਕ ਸਮਝਣ ਦੀ ਗੱਲ ਹੈਗੀ ਹੈ, ਪਲੈਨਿੰਗ ਦੀ ਗੱਲ ਹੈਗੀ ਹੈ, ਜੀ। ਬਟ ਇੰਪੋਸੀਬਲ ਤਾਂ ਕੁਛ ਨਹੀਂ ਹੈਗਾ। ਜੀ। So I think one thing I just say is like ਇਹੋ ਜਿਹੀ ਚੀਜ਼ਾਂ I think not excuses but like it feels comfortable to say ਕਿ ਚਲੋ ਹੁਣ ਤਾਂ ਮੇਰੀ ਤਾਂ ਹੁਣ ਕੀ ਕਹਿੰਦੇ ਹੋ ਰੀਜ਼ਨ ਬਣ ਗਿਆ, ਮੇਰਾ ਤਾਂ ਹੁਣ ਬਹਾਨਾ ਬਣ ਗਿਆ ਕਿ ਚਲੋ ਮੇਰੇ ਕੋਲ ਤਾਂ ਹੈਗਾ, ਮੈਂ ਨਹੀਂ ਕਰ ਸਕਦੀ। I don't think ਕਿਸੇ ਦਾ ਮਾਈਂਡਸੈਟ ਹੋਣਾ ਚਾਹੀਦਾ। ਸੁਣਿਆ ਮੈਂ ਬਹੁਤ ਵਾਰੀ, ਸੋ ਆਈ ਥਿੰਕ ਮੈਨੂੰ ਹਾਂ ਚਲੋ ਹੈਗਾ ਹੁਣ ਉਹਦੇ ਨਾਲ ਕੀ ਕਰ ਸਕਦੇ ਨਾ, ਐਵਰੀ ਪਰਸਨ ਇਜ਼ ਡਿਫਰੈਂਟ, ਐਵਰੀਬਡੀ ਇਜ਼ ਡਿਫਰੈਂਟ ਐਂਡ ਲੋਕੀ ਕਦੀ ਮੈਨੂੰ ਵੀ ਪੁੱਛਦੇ ਕਿ ਤੂੰ ਕੀ ਕਰਦੇ, ਮੈਂ ਕਿਹਾ ਡਜ਼ਨਟ ਮੈਟਰ ਮੈਂ ਕੀ ਕਰਦੀ, ਤੁਹਾਡੇ ਵਾਸਤੇ ਤਾਂ ਕੰਮ ਨਹੀਂ ਆਏਗਾ ਕਿਉਂਕਿ ਯੂ ਆਰ ਡਿਫਰੈਂਟ ਪਰਸਨ। ਸੋ ਹਰ ਬੰਦੇ ਦੀ ਜਰਨੀ ਲਾਈਕ ਅੰਡਰਸਟੈਂਡ ਕਰਨੀ ਚਾਹੀਦੀ ਹੈ, ਫੈਕਟਰਸ ਅੰਡਰਸਟੈਂਡ ਕਰਨੇ ਚਾਹੀਦੇ ਹਰ ਬੰਦੇ ਵਾਸਤੇ। ਅਗਰ ਤੁਸੀਂ ਟਾਈਮ ਲਾਓ ਟੂ ਅੰਡਰਸਟੈਂਡ ਤਾਂ ਫਿਰ ਜੋ ਵੀ ਐਫਰਟਸ ਇਨਪੁਟ ਕਰੋਗੇ ਇਟ ਵਿਲ ਵਰਕ। ਜਿੰਨੀਆਂ ਵੀ ਕੁੜੀਆਂ ਤੁਹਾਨੂੰ ਇਸ ਟਾਈਮ ਸੁਣ ਰਹੀਆਂ ਨੇ, ਯੰਗ ਕੁੜੀਆਂ ਤੋਂ ਲੈ ਕੇ ਮੌਮਸ ਤੱਕ, ਹਾਂਜੀ ਆ ਲਾਸਟ ਕੁਐਸਚਨ ਹੈ, ਹਾਂਜੀ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਆਈ ਹੋਪ ਕਿ ਜਿਨ੍ਹਾਂ ਨੇ ਆਪਣੀ ਫਿਟਨੈਸ ਜਰਨੀ ਸ਼ੁਰੂ ਕੀਤੀ ਹੈ ਲੱਗੇ ਰਹੋ, ਪਲੀਜ਼ ਡੋਂਟ ਸਟਾਪ, ਇਨਕਰੇਜ ਕਰੋ, ਵੇਟ ਸੈਕਸ਼ਨ 'ਚ ਜਾਓ, ਜਿਮ 'ਚ ਆਪਣੇ ਸਟਰੈਂਥ ਗੋਲਸ ਰੱਖੋ,
ਅਚੀਵ ਕਰੋ। ਆਈ ਥਿੰਕ ਬਹੁਤ ਜ਼ਰੂਰੀ ਹੈ ਸਾਡੀ ਜਨਰੇਸ਼ਨਲ ਗਰੋਥ ਲਈ, ਸਾਡੀ ਕਮਿਊਨਿਟੀ ਦੀ ਕੌਮ ਲਈ, ਲਾਈਕ ਸਾਰਿਆਂ ਵਾਸਤੇ ਆਈ ਥਿੰਕ ਪ੍ਰੋਗਰੈਸ਼ਨ ਅੱਛੀ ਤਰ੍ਹਾਂ ਹੋ ਰਹੀ ਹੈ ਐਂਡ ਹੋਣੀ ਵੀ ਚਾਹੀਦੀ ਹੈ ਐਂਡ ਕੰਟੀਨਿਊ ਟੂ ਡੂ ਸੋ। ਐਂਡ ਜਿੰਨੀਆਂ ਕੁੜੀਆਂ ਹਲੇ ਸ਼ੁਰੂ ਨਹੀਂ ਕੀਤਾ ਜਾਂ ਸੋਚ ਰਹੇ ਨੇ, ਆਈ ਥਿੰਕ ਅਗਰ ਤੁਸੀਂ ਸੁਣ ਰਹੇ ਹੋ ਹਾਲੇ ਤੱਕ, ਆਈ ਥਿੰਕ ਦਿਸ ਇਜ਼ ਯੋਰ ਸਾਈਨ, ਸ਼ੁਰੂ ਕਰਨਾ ਚਾਹੀਦਾ ਹੈ। ਐਂਡ ਅਗੇਨ ਹੌਲੀ ਹੌਲੀ, ਆਪਣੇ ਆਪ ਨੂੰ ਸਟ੍ਰੈਸ ਕਰਨ ਦੀ ਲੋੜ ਨਹੀਂ ਹੈ। ਪੂਰੀ ਜਰਨੀ ਸਟ੍ਰੈਸ ਕਰਨ ਵਾਸਤੇ ਨਹੀਂ ਬਣੀ ਹੋਈ, ਔਰ it's supposed to better your lifestyle, not make it harder, and gym ਜਾਣਾ ਕੋਈ punishment ਨਹੀਂ ਹੋਣੀ ਚਾਹੀਦੀ। mindset shift ਥੋੜਾ ਜ਼ਰੂਰੀ ਹੈਗਾ, ਔਰ ਹੌਲੀ ਹੌਲੀ ਕਰੋ। ਐਂਡ ਪਲੀਜ਼ ਸ਼ੁਰੂ 'ਚ ਡਾਇਟਿੰਗ ਨਾ ਸ਼ੁਰੂ ਕਰਨਾ, ਥੋੜਾ ਜਿਹਾ ਆਪਣਾ ਪੇਸ਼ੈਂਸ ਰੱਖੋ, ਔਰ ਥੋੜਾ ਜਿਹਾ ਆਪਣੇ ਆਪ ਨੂੰ ਟਰਸਟ ਕਰੋ, ਔਰ ਕੰਸਿਸਟੈਂਸੀ ਬਿਲਡ ਕਰੋ, ਐਂਡ ਡੂ ਇਟ ਦ ਰਾਈਟ ਵੇ, ਲਾਈਕ ਸਹੀ ਤਰੀਕੇ ਨਾਲ ਸ਼ੁਰੂ ਕਰੋ। ਇਟ ਵਿਲ ਹੈਲਪ। ਬਹੁਤ ਵਧੀਆ ਲੱਗਾ ਜੀ ਗੱਲ ਕਰਕੇ ਤੁਹਾਡੇ ਨਾਲ। ਹਾਂਜੀ, ਮੈਨੂੰ ਵੀ ਬਹੁਤ ਤੁਹਾਡਾ ਧੰਨਵਾਦ ਆ। ਇਹ ਮੇਰੀ ਵਾਈਫ ਨੂੰ ਮੈਂ ਆਪਣੀ ਨੂੰ ਜ਼ਰੂਰ ਸੁਣਾਵਾਂਗਾ, ਕਿਉਂਕਿ ਜੇ ਮੈਂ ਕੋਈ ਸਲਾਹ ਦੇਵਾਂ ਨਾ, ਮੇਰੇ ਤੇ ਬਿਲਕੁਲ ਨਹੀਂ ਸੁਣਦੀ। ਹਾਂਜੀ, ਕੁੜੀਆਂ ਦੀ ਗੱਲ ਦਾ ਬਹੁਤ ਫਰਕ ਹੁੰਦੀ ਹੈ, ਬਹੁਤ ਫਰਕ ਹੁੰਦਾ ਹੈ। ਹਾਂਜੀ, ਤੇ ਬਹੁਤ ਤੁਹਾਡਾ ਧੰਨਵਾਦ ਸ਼ੋਅ ਲਈ ਆਉਣ ਲਈ। ਥੈਂਕ ਯੂ, ਬਹੁਤ ਵਧੀਆ ਲੱਗਿਆ। ਹਾਂਜੀ, ਫਤਿਹ ਨਾਲ ਆਪਾਂ ਖਤਮ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।